ਮੇਰੇ ਕੋਲ ਜਿਹੜਾ ਹਿਮਾਚਲ ਏਰੀਆ ਵੀ ਹੈਗਾ ਹੈ ਨਾ, 1 ਮਹੀਨਾ ਛੱਡ ਕੇ ਮੈਨੂੰ ਹਿਮਾਚਲ ਦਾ ਮੇਰਾ ਟ੍ਰਿਪ ਰਹਿੰਦਾ ਹੈ। 6 ਤਰੀਕ ਨੂੰ ਇੱਥੋਂ ਗਿਆ ਸੀ ਹੈ ਨਾ ਹਿਮਾਚਲ, ਤੇ ਸ਼ਨੀਵਾਰ ਮਾਰਨਿੰਗ 'ਚ ਫਿਰ ਕੀ ਹੁੰਦਾ ਕਿ ਬਾਰਿਸ਼, ਬਹੁਤ ਹੀ ਹੈਵੀ ਬਾਰਿਸ਼ ਹੈ ਨਾ, ਇੱਕ ਸਟਾਰਟ ਹੋ ਜਾਂਦੀ ਹੈ ਉੱਥੇ। 72 ਘੰਟੇ ਲਗਾਤਾਰ ਬਾਰਿਸ਼ ਲੱਗੀ। ਫਿਰ ਮੈਂ ਲਾਈਕ ਸੈਟਰਡੇ ਜਦੋਂ ਸੀ ਮੈਂ ਉੱਥੇ, ਸੰਡੇ ਮੈਂ ਸਮਝ ਚੁੱਕਾ ਸੀ ਕਿ ਮੈਂ ਇੱਥੇ ਸਟਕ ਹੋ ਗਿਆ। ਇਹਨਾਂ 72 ਘੰਟਿਆਂ ਦੇ ਵਿੱਚ ਕਿਹੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਪੰਜਾਬੀ ਉੱਥੇ ਫਸੇ ਗੁਹਾਰ ਲਗਾ ਰਹੇ ਸੀ ਪੰਜਾਬੀਆਂ ਨੂੰ ਕਿ ਸਾਨੂੰ ਮਹਿੰਗਾਈ ਤੋਂ ਬਚਾ ਲਓ, ਜਾਨ ਤੇ ਸਾਡੀ ਬਚ ਗਈ ਆ। ਸਾਡੇ ਇੱਥੇ ਚਾਹ ਦਾ ਕੱਪ ਨਾਰਮਲ ਮੇਰੇ ਹਿਸਾਬ ਨਾਲ 10 ਰੁਪਏ ਦਾ 15 ਰੁਪਏ ਦਾ ਮਿਲ ਜਾਂਦਾ ਹੈ ਨਾ, ਉੱਥੇ ਵੀ ਸੇਮ ਚਾਹ ਦੀ ਥੜੀ ਤੁਹਾਨੂੰ 50 ਜਾਂ 60 ਰੁਪਏ ਦਾ ਮਿਨੀਮਮ ਕੱਪ ਨਾਰਮਲ ਹੀ ਮਿਲਦਾ। ਨਾਰਮਲ ਸਾਡੇ ਨਾਲ ਹੀ ਬੰਦਾ ਕੋਈ ਸਟਕ ਸੀ, ਉਹਦੇ ਕੋਲ ਆਈਡੀਆ ਦਾ ਨੈਟਵਰਕ ਸੀ, ਤੇ ਉਹ ਫਿਰ ਅੱਧੇ ਘੰਟੇ ਲਈ ਚੱਲਿਆ। ਤੇ ਲਾਸਟ ਮੇਰੀ ਜਿਹੜੀ ਘਰੇ ਗੱਲ ਹੋਈ ਸੀ, ਫਿਰ ਉਹ ਮੰਡੇ ਮਾਰਨਿੰਗ ਹੋਈ। ਉਹ ਵੀ ਵਾਈਫ ਨੂੰ ਜਸਟ ਮੈਂ ਇੰਨਾ ਹੀ ਦੱਸ ਸਕਿਆ ਕਿ ਮੈਂ ਆਹ ਜਗ੍ਹਾ ਆ, ਜਿਹੜੀ ਮੈਂ ਜਗ੍ਹਾ ਸੀ ਉੱਥੇ ਉਹਦਾ ਨਾਮ ਪੂਲਗਾ ਜਗ੍ਹਾ ਸੀ, ਕਿ ਮੈਂ ਪੂਲਗਾ ਜਗ੍ਹਾ ਹਾਂ, ਬਟ ਮੈਂ ਸੇਫ ਹਾਂ ਇੱਥੇ। ਹੋਟਲ ਦੇ ਵਿੱਚ ਕਹਿੰਦੇ ਸੀ ਬਹੁਤ ਮਹਿੰਗੇ ਕਰਤੇ ਸੀ ਕਮਰੇ। ਹਰ ਇੱਕ ਜਗ੍ਹਾ ਹੈ ਨਾ ਵੀ ਇੱਕੋ ਜਿਹੇ ਲੋਕ ਨਹੀਂ ਹੁੰਦੇ, ਕੁਝ ਲੋਕ ਚੰਗੇ ਵੀ ਹੁੰਦੇ ਨੇ ਨਾ। ਤੇ ਉਹ ਹੋਟਲ ਵਾਲਾ ਜਿਹੜਾ ਸੀ, ਹੋਟਲੀਅਰ ਜਿਹੜਾ ਮਾਲਿਕ ਸੀ, ਬਹੁਤ ਅੱਛਾ ਸੀ। ਸਾਨੂੰ ਇੱਕ ਉਹਨੇ ਫੈਸਿਲਿਟੀ ਜਾਂ ਕੁਝ ਵੀ ਕਹਿ ਲਓ ਕਿ ਸਾਡੇ ਤੇ ਇੱਕ ਅਹਿਸਾਨ ਕੀਤਾ ਕਿ ਉਹਨੇ ਸਾਨੂੰ ਕਹਿਤਾ ਕਿ ਜਦੋਂ ਤੁਸੀਂ ਵਾਪਸ ਜਾਓਗੇ ਉਦੋਂ ਮੈਨੂੰ ਜਾ ਕੇ ਪੈਸੇ ਦੇ ਦਿਓ। ਲਾਈਕ ਤੁਸੀਂ ਜਿਹੜੇ ਫੋਨ ਚਾਰਜਿੰਗ ਦੇ ਵੀ ਨਾ, ਇੱਕ ਤੁਸੀਂ ਕਹਿ ਲਓ ਕਿ ਇੱਕ ਵੀ ਚਾਰਜ ਕਰਨਾ ਉਹ ਨਹੀਂ, 50 ਤੋਂ 100 ਰੁਪਇਆ ਪਰ ਪਰਸਨ ਪਰ ਹੈਡ। ਵੀ ਅੱਧੇ ਪਿੰਡ ਤੋਂ ਮੈਂ ਪੈਸੇ ਉਧਾਰ ਮੰਗ ਚੁੱਕਾ ਸੀ, ਅੱਧਾ ਪਿੰਡ ਜਾਣਦਾ ਸੀ ਕਿ ਬੰਦਾ ਹੈ ਕੋਈ ਘੁੰਮਦਾ ਪਿਆ। ਮੈਂ ਕਹਿੰਦਾ ਵੀ ਉੱਥੇ ਲਗਭਗ ਜ਼ਿਆਦਾ ਨਹੀਂ 70-80 ਘਰ ਸੀ ਵੈਸੇ। ਸਾਡੀ ਕਿਸੇ ਨੇ ਵੀ ਬਾਂਹ ਨਹੀਂ ਫੜੀ, ਕਿਸੇ ਨੇ ਵੀ ਇੱਕ ਪੈਸਾ ਤੱਕ ਵੀ ਸਾਨੂੰ ਕਿਸੇ ਨੇ ਹੈਲਪ ਨਹੀਂ ਕੀਤੀ। ਇੱਕ ਬਿਹਾਰੀ ਸਾਨੂੰ ਮਿਲਿਆ, ਉਹਦਾ ਵੀ ਉੱਥੇ ਛੋਟਾ ਜਿਹਾ ਕੈਫੇ ਸੀ, ਉਹ ਸਾਨੂੰ ਚਾਹ ਦਾ ਕੱਪ ਫ੍ਰੀ 'ਚ ਪਿਲਾ ਦਿੰਦਾ ਸੀ। ਸੈਟਰਡੇ ਲੰਘ ਗਿਆ, ਸੰਡੇ ਲੰਘ ਗਿਆ, ਮੰਡੇ ਦਿਨ ਨਿਕਲਦੇ ਗਏ, 3-4-5 ਦਿਨ ਨਿਕਲ ਗਏ, ਕੋਈ ਪ੍ਰਸ਼ਾਸਨ ਵੱਲੋਂ ਕੋਈ ਹੈਲਪ नहीं हुई। भाई जी आप तो फंस गए है ना, आप तो यहाँ पे ना, आप तो गए सारे रस्ते ना। हालांकि उन्होंने भी पता कुछ नहीं सी, कनेक्टिविटी सारी टुट चुकी सी। वो जस्ट अंदाजे मार रहे सी, वो डरांदे एवें सी कि भाई जी आप अकेले नहीं कर पाओगे रास्ता, है ना, कि साढ़े पोर्टर है इत्थे, तुसीं पोर्टर ले लो, है ना। ਉਹਨੇ ਸਾਨੂੰ ਕਿਹਾ ਵੀ 5000 ਰੁਪਏ ਪਰ ਪਰਸਨ। ਜਦੋਂ ਵੀ ਡੈਥ ਬਾਰੇ ਘਰ ਦੇ ਵਿੱਚ ਕਿਸੇ ਉਹਦੇ ਕਰੀਬੀ ਨੂੰ ਪਤਾ ਲੱਗਦਾ ਤਾਂ ਉਹਦਾ ਕਹਿਣਾ ਹੁੰਦਾ ਹੈ ਕਿ ਮੈਨੂੰ ਨਾ ਰਾਤ ਦਾ ਹੀ ਮਹਿਸੂਸ ਜਾ ਹੋਈ ਜਾਂਦਾ ਸੀ, ਤੇ ਵੀਰ ਨੂੰ ਪੰਜਾਬ ਲਈ ਉਹ ਚੀਜ਼ ਮਹਿਸੂਸ ਹੋਈ ਕਿ ਸਾਡੇ ਵਾਲੇ ਵੀ ਕਿਤੇ ਫਸੇ ਹੋਣੇ ਆ, ਨਹੀਂ ਉਹਨਾਂ ਪਹੁੰਚ ਜਾਣਾ ਸੀ। ਯੈਸ, ਮੇਰਾ ਜਿਹੜਾ ਛੋਟਾ ਭਰਾ ਹੈ ਉਹ ਡਿਫੈਂਸ 'ਚ ਹੈ, ਉਹ ਬੀਕਾਨੇਰ, ਤੇ ਉਹਨੂੰ ਲਾਈਕ ਫਿਰ ਯਾਨੀ ਕਿ ਕਾਲ ਆਫ ਕੀਤਾ ਉਹਨੂੰ ਉੱਥੋਂ, ਉਹਨੂੰ ਬੁਲਾਇਆ ਉੱਥੋਂ ਕਿ ਤੂੰ ਆ ਕੇ ਵੀ ਤੂੰ ਘੱਟੋ ਘੱਟ ਵੀ ਜਾ ਉੱਥੇ, ਹੈ ਨਾ, ਵੀ ਇੰਨੇ ਦਿਨ ਹੋ ਗਏ। ਇੱਕ ਜਗ੍ਹਾ ਪੈਂਦੀ ਹੈ ਨਾ ਚੋਚ, ਉੱਥੇ ਮੈਂ ਪਹਿਲਾਂ ਵੀ ਕਈ ਵਾਰ ਰੁਕਦਾ ਰਹਿੰਦਾ ਸੀ, ਪਿਛਲੇ 3-4-5 ਸਾਲਾਂ ਤੋਂ ਮੈਂ ਉੱਥੇ ਹੈਗੇ ਸੀ ਪੱਕੇ ਹੀ ਬੰਦੇ ਰੱਖੇ ਹੋਏ ਜਿਹਨਾਂ ਕੋਲ ਮੈਂ ਰੁਕਦਾ ਸੀ। ਤੇ ਮੈਂ ਫਿਰ ਉਹੀ ਜਗ੍ਹਾ ਸੇਫ ਸਮਝੀ ਆਪਣੇ ਰੁਕਣ ਲਈ, ਕਿ ਬੀਇੰਗ ਅ ਹਿਊਮਨ ਬੀਇੰਗ ਅ ਇਨਸਾਨ, ਇੱਕ ਆਸ ਸੀ ਮੈਨੂੰ, ਹੈ ਨਾ, ਕਿ ਨਹੀਂ ਬਈ ਇਹ ਹੈਲਪ ਕਰਨਗੇ ਮੇਰੀ, ਹੈ ਨਾ। ਬਟ ਉਹਨਾਂ ਨੇ ਵੀ ਲਾਈਕ ਹੱਥ ਫੜਾਉਣ ਤੋਂ ਮਨਾ ਕਰਤਾ, ਕਹਿੰਦੇ ਨਹੀਂ ਬਈ ਆਪਾਂ ਪੈਸੇ ਲਵਾਂਗੇ ਦੋਤੋਂ, ਹੈ ਨਾ। ਮੈਂ ਪੈਦਲ ਜਾ ਰਿਹਾ ਸੀ, ਭਰਾ ਮੇਰਾ ਆ ਰਿਹਾ ਸੀ ਗੱਡੀ 'ਚ ਕਿਸੇ ਨਾਲ, ਆਪਣੇ ਪੰਜਾਬੀ ਉੱਥੇ ਫਸੇ ਹੋਏ ਸੀ। ਉਹ ਜਰੀ ਤੋਂ ਅੱਗੇ ਜਿਹੜੀ ਮਾਰਕੀਟ ਸੀ ਉੱਥੇ ਉਹ ਕੁਝ ਸਮਾਨ ਸਮੂਨ ਲੈਣ ਆਏ ਸੀ ਆਪਣਾ। ਉਹ ਬਾਈ ਚਾਂਸ ਉਹਨਾਂ ਨੇ ਗੱਡੀ ਉੱਥੇ ਹੀ ਰੋਕੀ ਜਿੱਥੇ ਮੈਂ ਖੜਾ ਹੋਇਆ ਸੀ। ਪਰ ਵੈਸੇ ਵੀ ਘਰ ਦਾ ਮੈਂਬਰ ਆ ਜਾਂਦਾ ਨਾ, ਇੱਕ ਵੱਖਰਾ ਹੀ ਹੌਸਲਾ ਆ ਜਾਂਦਾ ਵੀ ਮੈਂ ਬਚ ਗਿਆ ਬਸ। ਬਿਲਕੁਲ ਬਿਲਕੁਲ ਬਿਲਕੁਲ। ਫਿਰ ਥੋੜੇ ਜਿਹਾ ਅੱਗੇ ਜਾ ਕੇ ਆਪਾਂ ਪਰੌਂਠੇ ਖਾਦੇ, ਫਿਰ ਉਹਨਾਂ ਤਲੀ ਨਾਲ ਚਾਹ ਚੂ ਪੀਤੀ, ਚਾਹ ਪੀ ਕੇ ਫਿਰ ਪਾਵਾ ਦਿਨਾਂ ਦੀ ਬਿਲਕੁਲ ਫਿਰ ਥੋੜੀ ਜਿਹੀ ਜਾਨ ਜੀ ਆਈ, ਜਿਹੜੀ ਪਿਛਲੇ 2-3 ਦਿਨਾਂ ਤੋਂ ਆਪਾਂ ਚਾਹ ਬਿਸਕਟ ਤੇ ਸੀਗਾ ਸਾਡਾ ਇੰਜਣ, ਹੈ ਨਾ। ਵੀ ਅੱਧਾ ਜਿਹੜਾ ਵੀ ਸਾਡਾ ਪਿੰਡ ਹੈ, ਜਿਹਨਾਂ ਨੂੰ ਪਤਾ ਜਾਣੀ ਕਿ ਸਾਰਿਆਂ ਨੂੰ, ਹੈ ਨਾ, ਵੀ ਸਾਰਿਆਂ ਵਾਸਤੇ 99% ਲੋਕਾਂ ਵਾਸਤੇ ਤੂੰ ਸਵਰਗ ਸੁਧਾਰ ਚੁੱਕਾ ਸੀ, ਸਵਰਗ ਜਾਂ ਨਰਕ ਤੂੰ ਸੁਧਾਰ ਚੁੱਕਾ ਸੀ, ਹੈ ਨਾ। ਤੇ ਮੇਰੇ ਤੇ ਆਹ ਜ਼ਿੰਮੇਵਾਰੀਆਂ ਪੈ ਜਾਣੀਆਂ। ਕਹਿੰਦਾ ਮੈਂ ਤਾਂ ਆਪਣੀਆਂ ਜ਼ਿੰਮੇਵਾਰੀਆਂ ਲਾਈਕ ਉਹ, ਹੈ ਨਾ, ਵੀ ਸੋਚਣੀਆਂ ਸਟਾਰਟ ਕਰਦੀਆਂ ਸੀ ਕਿ ਮੈਂ ਇਕੱਲਾ ਇਹਨੇ ਰਹਿ ਜਾਣਾ ਤੇ ਮੇਰੇ ਤੇ ਕੀ ਜ਼ਿੰਮੇਵਾਰੀਆਂ, ਹੈ ਨਾ। ਵੀ ਜਦੋਂ ਮੈਂ ਆ ਕੇ ਪਿੰਡ ਪੁੱਜ ਗਿਆ, ਹੈ ਨਾ, ਜਦੋਂ ਫਿਰ ਮਾਂ ਮੇਰੀ ਨੇ ਮੈਨੂੰ ਗੱਲ ਲਾਇਆ, ਹੈ ਨਾ, ਜਿਸ ਲਾਈਕ ਉਹਨੇ ਜਿਹੜੇ ਉਹਦੇ ਨਾਲ ਮੈਨੂੰ, ਹੈ ਨਾ, ਵੀ ਪੈਸ਼ਨੇਟਲੀ ਮੈਨੂੰ ਗੱਲ ਲਾਇਆ, ਹੈ ਨਾ। ਤੇ ਉੱਥੋਂ ਮੈਂ ਸਮਝ ਗਿਆ ਵੀ ਇਹ ਸੋਚ ਰਹੇ ਸੀ, ਹੈ ਨਾ, ਵੀ ਇਹਨਾਂ ਨੂੰ ਲੱਗ ਰਿਹਾ ਸੀ ਵੀ ਗਿਆ ਬੰਦਾ, ਹੈ ਨਾ। ਸੋਨੇ ਤੋਂ ਮਹਿੰਗਾ ਪਾਣੀ ਵਿਕਾ, ਸਿੱਟਾ ਪੰਜਾਬ ਨੂੰ ਕਿਹੜੇ ਗੁਨਾਹਾਂ ਦਾ। ਸੋਨੇ ਤੋਂ ਮਹਿੰਗਾ ਪਾਣੀ ਵਿਕਾ, ਸਿੱਟਾ ਪੰਜਾਬ ਨੂੰ ਕਿਹੜੇ ਗੁਨਾਹਾਂ ਦਾ। ਤੁਸੀਂ ਮੁਸੀਬਤ ਚੋਂ ਵੀ ਮੁਨਾਫੇ ਖੱਟੇ ਤੇ ਲਾਉਂਦੇ ਪੰਜਾਬੀ ਲੰਗਰ ਸਾਹਾਂ ਦਾ। ਤੁਸੀਂ ਮੁਸੀਬਤ ਚੋਂ ਵੀ ਮੁਨਾਫੇ ਖੱਟੇ ਤੇ ਲਾਉਂਦੇ ਪੰਜਾਬੀ ਲੰਗਰ ਸਾਹਾਂ ਦਾ। ਸਤਿ ਸ਼੍ਰੀ ਅਕਾਲ ਜੀ, ਨੈਕਸਟ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੀ ਆਪਣੀ ਗਗਨ ਸਿੱਧੂ। ਹਮੇਸ਼ਾ ਤੁਹਾਨੂੰ ਇੱਕ ਕਹਾਣੀ ਦੇ ਰੂਬਰੂ ਕਰਾਉਣੀ ਹੁੰਦੀ ਆ, ਪਰ ਅੱਜ ਜਿਹੜੀ ਕਹਾਣੀ ਹੈ ਉਹ ਦਿਲ ਦਹਿਲਾ ਦੇਣ ਵਾਲੀ ਕਹਾਣੀ ਹੈ, ਤੇ ਨਾਲ ਹੀ ਵਿਤਕਰਿਆਂ ਦਾ ਜ਼ਿਕਰ ਕਰੂੰਗੀ। ਪਰ ਸਭ ਤੋਂ ਪਹਿਲਾਂ ਵੀਰ ਨੂੰ ਦਾ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਭੈਣੇ। ਦੂਜੇ ਜਨਮ ਲਈ ਪਹਿਲਾਂ ਤਾਂ ਤੁਹਾਨੂੰ ਵਧਾਈਆਂ। ਮੈਂ ਦੂਜਾ ਜਨਮ ਦਾ ਜ਼ਿਕਰ ਕਰੂੰਗੀ। ਬਿਲਕੁਲ ਹਾਂ, ਕਿਉਂਕਿ ਮੈਨੂੰ ਲੱਗਦਾ ਤੁਸੀਂ ਵੀ ਮਹਿਸੂਸ ਕਰਦੇ ਹੋਵੋਗੇ। ਹਾਂਜੀ ਬਿਲਕੁਲ, ਸ਼ੁਕਰੀਆ ਤੁਹਾਡਾ ਬਹੁਤ ਬਹੁਤ। ਕਿਉਂਕਿ ਵੀਰ ਦਾ ਨਾਮ ਜਰਨੈਲ ਸਿੰਘ ਹੈ ਜੀ, ਤੇ ਇਹ ਇੱਥੇ ਖਰੜ ਹੀ ਰਹਿੰਦੇ ਨੇ, ਇੱਕ ਕੰਮ ਕਰਦੇ ਨੇ।
ਔਰ ਦੂਜਾ ਜਨਮ ਸ਼ਬਦ ਮੈਂ ਕਿਉਂ ਵਰਤੇ ਕਿਉਂਕਿ ਤੁਹਾਨੂੰ ਲੱਗੂ ਅੰਧ ਵਿਸ਼ਵਾਸ ਨਾਲ ਭਰੀ ਕੋਈ ਕਹਾਣੀ ਲੈ ਕੇ ਆਈ ਹੋਗੀ, ਪਰ ਅਜਿਹਾ ਕੁਝ ਨਹੀਂ। ਤੁਸੀਂ ਸਾਰੇ ਜਾਣਦੇ ਹੋ ਕਿ ਹੜ੍ਹਾਂ ਦੇ ਵਿੱਚ ਬਹੁਤ ਸਾਰੇ ਲੋਕ ਫਸ ਗਏ ਸੀਗੇ ਹੋਰ ਸਟੇਟਾਂ ਦੇ ਵਿੱਚ, ਤਾਂ ਵੀਰ ਵੀ ਹਿਮਾਚਲ 'ਚ ਗਿਆ ਹੋਇਆ ਸੀ। ਹੁਣ ਵੀਰ ਨੂੰ ਪੁੱਛਦੇ ਵੀਰੇ ਇੰਨੀ ਭਿਆਨਕ ਸਥਿਤੀ ਦੇ ਵਿੱਚ ਤੁਸੀਂ ਹਿਮਾਚਲ ਕਿਵੇਂ ਪਹੁੰਚ ਗਏ ਸੀ? ਐਕਚੁਅਲੀ ਮੈਂ ਜਿਵੇਂ ਤੁਹਾਨੂੰ ਦੱਸਿਆ ਸੀ ਨਾ ਆਫ ਦਾ ਰਿਕਾਰਡ ਕਿ ਮੈਂ ਜਿਹੜਾ ਕੰਮ ਕਰਦਾ ਐਕਚੁਅਲੀ ਇੱਕ ਮੈਡੀਕਲ ਹੈਲਥ ਕੇਅਰ ਕੰਪਨੀ 'ਚ, ਤੇ ਉਹਦੇ ਰਿਗਾਰਡਿੰਗ ਮੈਨੂੰ ਲਾਈਕ ਮੇਰੇ ਕੋਲ ਜਿਹੜਾ ਹਿਮਾਚਲ ਏਰੀਆ ਵੀ ਹੈਗਾ ਹੈ ਨਾ, ਹਰਿਆਣਾ ਵੀ ਹੈਗਾ ਹੈ ਤੇ ਪੰਜਾਬ ਵੀ ਸਾਰਾ ਮੈਂ ਕਰਦਾ, ਤੇ ਲਗਭਗ ਹਰ ਇੱਕ ਅਲਟਰਨੇਟਿਵ ਮੰਥ 1 ਮਹੀਨਾ ਛੱਡ ਕੇ ਮੈਨੂੰ ਹਿਮਾਚਲ ਦਾ ਮੇਰਾ ਟ੍ਰਿਪ ਰਹਿੰਦਾ ਆ, ਓਕੇ ਹੈ ਨਾ, ਜਿਹੜਾ ਆਫੀਸ਼ੀਅਲ ਟ੍ਰਿਪ। ਹਾਂਜੀ। ਸੋ ਸੇਮ ਉਹੀ ਟ੍ਰਿਪ ਦਾ ਜਿਹੜਾ ਮੈਂ ਕਹਿ ਲਓ ਕਿ ਇੱਕ ਹਿੱਸਾ ਸੀ ਜਿਹੜਾ ਮੈਂ ਗਿਆ ਹੋਇਆ ਸੀ ਹਿਮਾਚਲ। ਅੱਛਾ ਜੀ। ਤੇ ਕਦੋਂ ਤੁਸੀਂ ਜਾਂਦੇ ਹੋ? ਤੇ ਬਰਸਾਤ ਦਾ ਤੁਹਾਡੇ ਇੱਥੋਂ ਜਦੋਂ ਜਾਂਦੇ ਹੋ ਉਦੋਂ ਹੀ ਸ਼ੁਰੂ ਸੀ ਜਾਂ ਉੱਥੇ ਜਾ ਕੇ ਮੁਸੀਬਤ ਪੈ ਗਈ ਸੀ? ਬਰਸਾਤ ਐਕਚੁਅਲੀ ਮੈਂ ਜਿਵੇਂ 6 ਤਰੀਕ ਨੂੰ ਇੱਥੋਂ ਗਿਆ ਸੀ ਹੈ ਨਾ ਹਿਮਾਚਲ, ਤੇ ਉਦੋਂ ਤਾਂ ਇੱਥੇ ਵੀ ਸੁੱਕਾ ਹੀ ਸੀ ਲਗਭਗ, ਹੈ ਨਾ। ਹਾਂ ਥੋੜਾ ਬਹੁਤ ਦੱਸ ਰਹੇ ਸੀ ਚਾਂਸਸ, ਜਿਵੇਂ ਹੁਣ ਵੀ ਅੱਜ ਵੀ ਔਰ ਪਿਛਲੇ ਕੱਲ ਦਾ ਵੀ ਚਾਂਸਸ ਦੱਸੇ ਹੋਏ ਸੀ, ਬਟ ਕੋਈ ਬਾਰਿਸ਼ ਪਈ ਨਹੀਂ, ਹੈ ਨਾ। ਤੇ ਐਦਾਂ ਹੀ ਸੀ ਉਹ, ਜਿਵੇਂ ਆਨਲਾਈਨ ਦੱਸਦੇ ਕਿ 20% ਜਾਂ 30% ਚਾਂਸਸ ਸੀਗੇ, ਤੇ ਮੈਂ ਤਾਂ ਪਿਛਲੇ 10 ਸਾਲਾਂ ਤੋਂ ਉੱਥੇ ਜਾ ਹੀ ਰਿਹਾ ਸੀ, ਹੈ ਨਾ। ਸੋ ਮੈਨੂੰ ਲੱਗਾ ਕਿ ਠੀਕ ਹੈ, ਪਹਿਲਾਂ ਵੀ ਜਾ ਰਿਹਾ ਸੀ ਤਾਂ ਮਾੜਾ ਮੋਟਾ ਕਿਤੇ ਦਿੱਕਤ ਆ ਜਾਂਦੀ ਹੈ, ਬਟ ਉਹ ਐਡਮਿਨਿਸਟ੍ਰੇਸ਼ਨ ਕੀ ਹੈ ਦੱਸ ਦਿੰਦੀ ਹੈ ਕਿ ਇੱਥੇ ਦਿੱਕਤ ਹੈ, ਤਾਂ ਆਪਾਂ ਥੋੜੀ ਵੇਟ ਕਰਕੇ ਯਾਨੀ ਕਿ ਦੇਰ ਬਾਅਦ ਆ ਜਾਈਦਾ ਸੀ ਨਾ ਉੱਥੋਂ, ਹੈ ਨਾ। ਅੱਛਾ। ਤੇ ਐਡੀ ਵੱਡੀ ਲਾਈਕ ਮੁਸੀਬਤ ਕਦੇ ਨਹੀਂ ਆਈ ਸੀ ਕਿ ਐਡਾ ਵੱਡਾ ਡਿਜ਼ਾਸਟਰ ਕਦੇ ਦੇਖਣ ਨੂੰ ਨਹੀਂ ਮਿਲਿਆ ਸੀ ਅੱਗੇ। ਅੱਛਾ, ਫਿਰ ਤੁਸੀਂ ਉੱਥੇ ਜਾਂਦੇ ਹੋ ਤੇ ਆਪਣਾ ਕੰਮਕਾਰ ਕਰਦੇ ਹੋ, ਤੇ ਵਾਪਸੀ ਤੋਂ ਪਹਿਲਾਂ ਹੀ ਬਰਸਾਤ ਸ਼ੁਰੂ ਹੋ ਜਾਂਦੀ ਹੈ? ਬਿਲਕੁਲ, ਮੈਂ ਉੱਥੇ 6 ਤਾਰੀਖ ਨੂੰ ਜਿਵੇਂ ਪੁੱਜਦਾ ਹੈ ਨਾ, 6 ਤੇ 7 ਨੂੰ ਮੈਂ ਕੰਮ ਕਰਦਾ, 8 ਨੂੰ ਫਿਰ ਆਪਣਾ ਸੈਟਰਡੇ ਹੈ ਨਾ, ਸ਼ਨੀਵਾਰ ਆ ਜਾਂਦਾ, ਤੇ ਓਬਵੀਅਸਲੀ ਸ਼ਨੀਵਾਰ ਮੇਰੀ ਵਾਪਸੀ ਸੀ ਜਿਵੇਂ ਫਿਰ। ਤੇ ਸ਼ਨੀਵਾਰ ਮਾਰਨਿੰਗ 'ਚ ਫਿਰ ਕੀ ਹੁੰਦਾ ਕਿ ਬਾਰਿਸ਼, ਬਹੁਤ ਹੀ ਹੈਵੀ ਬਾਰਿਸ਼ ਹੈ ਨਾ, ਇੱਕ ਸਟਾਰਟ ਹੋ ਜਾਂਦੀ ਹੈ ਉੱਥੇ। ਤੇ ਫਿਰ ਉਹ ਬਾਰਿਸ਼, ਫਿਰ ਬੰਦਾ ਇਹੀ ਸੋਚਦਾ ਕਿ ਬਾਰਿਸ਼ ਥੋੜੀ ਜੀ ਚਲੋ ਹਲਕੀ ਜੀ ਹੈ ਨਾ, ਵੀ ਥੋੜੀ ਜੀ ਧੀਮੀ ਹੋ ਜਾਏ ਜਾਂ ਘੱਟ ਹੋ ਜਾਏ, ਹੈ ਨਾ, ਤੇ ਤਦ ਹੀ ਬੰਦਾ ਜਾਂ ਰੁਕ ਜਾਏ, ਹੈ ਨਾ, ਥੋੜੀ ਦੇਰ ਲਈ। ਬਿਲਕੁਲ। ਤੇ ਫਿਰ ਬੰਦਾ ਨਿਕਲਣ ਦੀ ਸੋਚਦਾ, ਹੈ ਨਾ, ਬਿਕੋਜ਼ ਕਿਉਂਕਿ ਥੋੜਾ ਪਹਾੜੀ ਰਸਤਾ ਹੈ, ਤਾਂ ਰਸਤੇ 'ਚ ਲੈਂਡ ਸਲਾਈਡ ਵਗੈਰਾ ਦਾ ਥੋੜਾ ਬਹੁਤ ਖਤਰਾ ਰਹਿੰਦਾ ਹੀ ਹੈ ਜਦੋਂ ਬਾਰਿਸ਼ ਲੱਗਦੀ ਹੋਵੇ। ਤੇ ਮੈਂ ਵੀ ਫਿਰ ਲਾਈਕ ਉੱਥੇ ਰੁਕਣ ਦੀ ਹੈ ਨਾ ਸਮਝਦਾਰੀ ਵਰਤੀ ਕਿ ਮੈਂ ਰੁਕ ਲਵਾਂ ਇੱਥੇ। ਤੇ ਫਿਰ ਮੈਨੂੰ ਲੱਗਾ ਕਿ ਵੀ ਬਾਰਿਸ਼ ਰੁਕ ਜਾਏਗੀ ਫਿਰ ਜਾਊਂਗਾ ਨਾ, ਬਟ ਬਾਰਿਸ਼ ਲਾਈਕ ਉਹ ਲਗਾਤਾਰ ਲੱਗਦੀ ਰਹੀ ਬਾਰਿਸ਼, ਫਿਰ ਅਰਾਊਂਡ 72 ਘੰਟੇ ਲਗਾਤਾਰ ਬਾਰਿਸ਼ ਲੱਗੀ। ਫਿਰ ਮੈਂ ਲਾਈਕ ਸੈਟਰਡੇ ਜਦੋਂ ਸੀ ਮੈਂ ਉੱਥੇ, ਸੰਡੇ ਮੈਂ ਸਮਝ ਚੁੱਕਾ ਸੀ ਕਿ ਮੈਂ ਇੱਥੇ ਸਟਕ ਹੋ ਗਿਆ ਹਾਂ। ਅੱਛਾ, ਫਿਰ ਉੱਥੇ ਤੁਹਾਨੂੰ ਇਹਨਾਂ 72 ਘੰਟਿਆਂ ਦੇ ਵਿੱਚ ਕਿਹੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ? ਕਿਉਂਕਿ ਬਹੁਤ ਸੀਮਿਤ ਜੀ ਮਾਤਰਾ ਦੇ ਵਿੱਚ ਆਪਾਂ ਮਨੀ ਲੈ ਕੇ ਚੱਲਦੇ ਹਾਂ, ਖਾਣ ਪੀਣ ਦਾ ਸਮਾਨ ਆਪਣੇ ਕੋਲ ਨਹੀਂ ਹੁੰਦਾ, ਹਨਾ। ਤੇ ਜਿਹੜੇ ਇਲਜ਼ਾਮ ਸੋਸ਼ਲ ਮੀਡੀਆ ਤੇ ਲੱਗੇ ਕਿ ਹਿਮਾਚਲ ਦੇ ਵਿੱਚ ਚੀਜ਼ਾਂ ਮਹਿੰਗੀਆਂ ਕਰ ਦਿੱਤੀਆਂ ਗਈਆਂ, ਤੇ ਪੰਜਾਬੀ ਉੱਥੇ ਫਸੇ ਗੁਹਾਰ ਲਗਾ ਰਹੇ ਸੀ ਪੰਜਾਬੀਆਂ ਨੂੰ ਕਿ ਸਾਨੂੰ ਮਹਿੰਗਾਈ ਤੋਂ ਬਚਾ ਲਓ, ਜਾਨ ਤੇ ਸਾਡੀ ਬਚ ਗਈ ਆ, ਤੇ ਇਹ ਸਾਰੀਆਂ ਗੱਲਾਂ ਮੈਂ ਤੁਹਾਡੇ ਮੂੰਹੋਂ ਸੁਣੂੰਗੀ। ਬਿਲਕੁਲ, ਜਿਵੇਂ ਤੁਹਾਨੂੰ ਪਤਾ ਹੀ ਐਕਚੁਅਲੀ ਜਿਹੜਾ ਉਹ ਏਰੀਆ ਹੈ ਕੁੱਲੂ ਮਨਾਲੀ ਜਾਂ ਮਨੀਕਰਨ ਸਾਹਿਬ ਵਾਲਾ ਕਹਿ ਲਓ, ਸਾਰਾ ਏਰੀਆ ਉਹ ਵਾਲਾ, ਉਹ ਥੋੜਾ ਜਿਹਾ ਟੂਰਿਸਟ ਸਪੋਟ ਆ ਜਾਂਦੀ ਹੈ। ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਜ਼ਿਆਦਾ ਸੋਸ਼ਲ ਮੀਡੀਆ ਤੋਂ ਪ੍ਰਭਾਵਿਤ ਹੋ ਕੇ ਵੀ ਲੋਕ ਪਹਾੜਾਂ 'ਚ ਪੁੱਜਦੇ ਨੇ, ਹੈ ਨਾ। ਤੇ ਉਹ ਤਾਂ ਪਹਿਲਾਂ ਹੀ ਜਿਹੜਾ ਏਰੀਆ ਹੈ ਉਹ ਪਹਿਲਾਂ ਹੀ ਓਬਵੀਅਸਲੀ ਜਿਹੜੇ ਪ੍ਰਾਈਜ਼ ਹੈਗੇ ਉੱਥੇ ਕੰਪੈਰੀਟਿਵਲੀ ਕਿਸੇ ਵੀ ਹੋਰ ਆਪਾਂ ਲੈ ਕੇ ਚੱਲੀਏ ਉੱਥੇ ਨਾਲੋਂ ਪਹਿਲਾਂ ਹੀ, ਮੈਂ ਡਬਲ ਵੀ ਨਹੀਂ ਕਹੂੰਗਾ, ਟ੍ਰਿਪਲ ਨਹੀਂ, ਕਿ 10-10 ਗੁਣਾ ਹੀ ਪਹਿਲਾਂ ਹੀ। ਲਾਈਕ ਤੁਸੀਂ ਸਾਡੇ ਇੱਥੇ ਚਾਹ ਦਾ ਕੱਪ ਨਾਰਮਲ ਮੇਰੇ ਹਿਸਾਬ ਨਾਲ 10 ਰੁਪਏ ਦਾ 15 ਰੁਪਏ ਦਾ ਮਿਲ ਜਾਂਦਾ ਹੈ ਨਾ, ਉਹ ਵੀ ਪ੍ਰੋਪਰ, ਜਿਵੇਂ ਛੋਟੀ ਚਾਹ ਦੀ ਇੱਕ ਥੜੀ ਹੁੰਦੀ ਛੋਟੀ ਉੱਥੇ, ਹੈ ਨਾ, ਉੱਥੇ ਵੀ ਸੇਮ ਚਾਹ ਦੀ ਥੜੀ ਦਾ ਤੁਹਾਨੂੰ 50 ਜਾਂ 60 ਰੁਪਏ ਦਾ ਮਿਨੀਮਮ ਕੱਪ ਨਾਰਮਲ ਹੀ ਮਿਲਦਾ, ਨਾਰਮਲ ਜੇ ਤੁਸੀਂ ਵੈਸੇ ਜਾਓਗੇ, ਹੈ ਨਾ। ਅੱਛਾ ਜੀ। ਤੇ ਇਹ ਫਿਰ ਜਦੋਂ ਤੁਹਾਨੂੰ ਦੱਸਿਆ ਕਿ ਸੈਟਰਡੇ ਹੈ ਨਾ ਉੱਥੇ ਗਿਆ, ਫਿਰ ਸੰਡੇ ਮੈਨੂੰ ਲੱਗ ਗਿਆ ਪਤਾ ਕਿ ਅਸੀਂ ਇੱਥੇ ਫਸ ਗਏ, ਹੈ ਨਾ। ਹਾਂ, ਸਭ ਤੋਂ ਪਹਿਲਾਂ ਰੁਕੇ ਕਿੱਥੇ ਫਿਰ ਤੁਸੀਂ? ਪਹਿਲਾਂ ਤਾਂ ਆਪਣੀ ਥੋੜਾ ਜਿਹਾ ਜਿਵੇਂ ਮਨੀਕਰਨ ਸਾਹਿਬ ਦੇ ਕੋਲ ਹੀ ਸੀ ਨੀਚੇ, ਹੈ ਨਾ, ਤੇ ਜਿਵੇਂ ਫਿਰ ਬਾਰਿਸ਼ ਵਗੈਰਾ ਉਹ ਹੁੰਦਾ ਗਿਆ, ਹੈ ਨਾ, ਵੀ ਲਾਈਕ ਤੇਜ਼ ਹੁੰਦੀ ਗਈ ਬਾਰਿਸ਼ ਜਦ, ਤਾਂ ਫਿਰ ਲੋਕਲ ਲਾਈਟਸ ਔਰ ਜਿਹੜੇ ਐਡਮਿਨ ਸੀ ਉੱਥੇ ਪੁਲਿਸ ਵਗੈਰਾ ਦੇ, ਮੈਂ ਕਿਸੇ ਨਾਲ ਗੱਲ ਕਰਦੇ ਸੀ ਕਿ ਕਿਹੜੀ ਜਗ੍ਹਾ ਸੇਫ ਹੈ ਨਾ, ਤਾਂ ਸਾਰਿਆਂ ਨੇ ਸਾਨੂੰ ਇਹੀ ਕਿਹਾ ਕਿ ਜਿਹੜੀ ਕੋਈ ਵਾਟਰ ਬੋਡੀਜ਼ ਹੈ, ਜਿਵੇਂ ਕੋਈ ਝਰਨਾ ਹੈ ਜਾਂ ਕੋਈ ਫਿਰ ਨਦੀ ਹੈ, ਵੀ ਉੱਥੋਂ ਆਪਾਂ ਦੂਰ ਹੀ ਰੁਕੀਏ ਤਾਂ ਜ਼ਿਆਦਾ ਵਧੀਆ, ਜਾਂ ਹੋਟਲ ਵੀ ਉਸ ਤੋਂ ਕੁਝ ਵੀ ਰਹਿਣ ਵਾਲਾ ਜਿਹੜੀ ਜਗ੍ਹਾ ਹੈ ਉਸ ਤੋਂ ਦੂਰ ਹੋਣੀ ਚਾਹੀਦੀ ਹੈ ਨਾ। ਸੋ ਮੈਂ ਵੀ ਅਕੋਰਡਿੰਗ ਟੂ ਉਹਨਾਂ ਦੀ ਲੋਕਲ ਆਈਡੀ, ਜਿਹੜੇ ਉਹਨਾਂ ਦੀ ਸਲਾਹ ਨਾਲ, ਤੇ ਓਬਵੀਅਸਲੀ ਜਿਹੜੇ ਉੱਥੇ ਲੋਕਲ ਸੀਗੇ ਜਿਨ੍ਹਾਂ ਦੇ ਆਸ-ਪਾਸ ਨਦੀ ਦੇ ਆਸ-ਪਾਸ ਹੋਟਲ ਵਗੈਰਾ ਜਾਂ ਰੈਸਟੋਰੈਂਟ ਸੀ, ਉਹ ਵੀ ਮੂਵ ਹੋ ਰਹੇ ਸੀ, ਜਿਨ੍ਹਾਂ ਨੂੰ ਲਾਈਕ ਇੰਟੂਇਸ਼ਨ ਹੋ ਰਹੀ ਸੀ ਜਾਂ ਜਿਨ੍ਹਾਂ ਨੂੰ ਪਤਾ ਲੱਗ ਰਿਹਾ ਸੀ ਕਿਤੇ ਨਾ ਕਿਤੇ ਪਾਸੇ, ਬਿਕੋਜ਼ ਸੰਡੇ ਤੱਕ ਨੈਟਵਰਕ ਆ ਰਿਹਾ ਸੀ ਜੀ। ਅੱਛਾ, ਹੈ ਨਾ। ਹਾਂ, ਤੇ ਸੰਡੇ ਈਵਨਿੰਗ ਨੂੰ ਜਿਹੜਾ ਸੀ ਨੈਟਵਰਕ ਇਲੈਕਟ੍ਰਿਸਿਟੀ ਤੇ ਜਿਹੜੀਆਂ ਪਾਣੀ ਦੀਆਂ ਸੇਵਾਵਾਂ ਉਹ ਬਿਲਕੁਲ ਠੱਪ ਹੋ ਚੁੱਕੀਆਂ ਸੀ। ਅੱਛਾ ਜੀ। ਹਾਂਜੀ, ਤੇ ਫਿਰ ਮੰਡੇ ਕਹਿ ਲਓ ਕਿ ਮੰਡੇ ਬਿਲਕੁਲ ਹੀ ਕੋਈ ਇੱਕ ਅੱਧਾ ਨੈਟਵਰਕ ਰਹਿ ਗਿਆ, ਜਿਵੇਂ ਉਹ ਵੀ ਕਿਸੇ ਕੋਲ ਬਾਈ ਚਾਂਸ
ਸਾਡੇ ਨਾਲ ਹੀ ਬੰਦਾ ਕੋਈ ਸਟਕ ਸੀ, ਉਹਦੇ ਕੋਲ ਆਈਡੀਆ ਦਾ ਨੈਟਵਰਕ ਸੀ, ਤੇ ਉਹ ਫਿਰ ਅੱਧੇ ਘੰਟੇ ਲਈ ਚੱਲਿਆ। ਤੇ ਲਾਸਟ ਮੇਰੀ ਜਿਹੜੀ ਘਰੇ ਗੱਲ ਹੋਈ ਸੀ, ਫਿਰ ਉਹ ਮੰਡੇ ਮਾਰਨਿੰਗ ਹੋਈ। ਉਹ ਵੀ ਵਾਈਫ ਨੂੰ ਜਸਟ ਮੈਂ ਇੰਨਾ ਹੀ ਦੱਸ ਸਕਿਆ ਕਿ ਮੈਂ ਆਹ ਜਗ੍ਹਾ ਆ, ਜਿਹੜੀ ਮੈਂ ਜਗ੍ਹਾ ਸੀ ਉੱਥੇ ਉਹਦਾ ਨਾਮ ਪੂਲਗਾ ਜਗ੍ਹਾ ਸੀ, ਕਿ ਮੈਂ ਪੂਲਗਾ ਜਗ੍ਹਾ ਹਾਂ, ਬਟ ਮੈਂ ਸੇਫ ਹਾਂ ਇੱਥੇ, ਠੀਕ ਹੈ, ਸਟਕ ਜ਼ਰੂਰ ਹਾਂ ਬਟ ਸੇਫ ਹਾਂ, ਹੈ ਨਾ। ਤੇ ਮੈਨੂੰ ਹੋ ਸਕਦਾ, ਮੈਨੂੰ ਪਤਾ ਨਹੀਂ ਸੀ ਉਸ ਟਾਈਮ ਕਿ ਕਿੰਨਾ ਟਾਈਮ ਲੱਗੇਗਾ, ਫਿਰ ਹੀ ਮੈਂ ਘਰੇ ਦੱਸਿਆ ਕਿ ਚਲੋ ਮੈਨੂੰ ਹੋ ਸਕਦਾ 1-2 ਦਿਨ ਵੀ ਲੱਗ ਜਾਣਾ, ਮੈਂ ਆ ਜਾਵਾਂਗਾ 2 ਦਿਨ ਬਾਅਦ, ਹੈ ਨਾ। ਅੱਛਾ, ਹਾਂਜੀ। ਫਿਰ ਉਸ ਤੋਂ ਬਾਅਦ ਤੁਸੀਂ ਉੱਥੇ ਕਿਸੇ ਘਰ 'ਚ ਰੁਕੇ ਜਾਂ ਹੋਟਲ 'ਚ ਰੁਕੇ, ਤੇ ਸਾਰਾ ਕਿਵੇਂ ਹੋਇਆ ਗੁਜ਼ਾਰਾ? ਨਹੀਂ, ਘਰ ਤਾਂ ਇਹ ਚਲੋ ਅੱਗੇ ਤੁਹਾਨੂੰ ਹੈ ਨਾ ਆਪਣਾ ਜੋ ਮੈਂ ਦੱਸੂਗਾ, ਹੈ ਨਾ। ਵੈਸੇ ਮੈਂ ਉੱਥੇ ਹੋਟਲ 'ਚ ਹੀ ਰੁਕਿਆ, ਬਾਕੀ ਸਾਰੇ ਵੀ ਜਿੰਨੇ ਸੀ, ਹੈ ਨਾ, ਅਰਾਊਂਡ ਆਪਾਂ ਜਿਹੜੇ ਟੋਟਲ ਕਹਿ ਲਓ ਜੇ ਸਟਕ ਸੀਗੇ ਆਪਾਂ ਜਿਹੜੇ ਲੋਕ, ਅਰਾਊਂਡ 70 ਆਪਾਂ ਲੋਕ ਸੀ ਉੱਥੇ ਸਟਕ ਜਿਹੜੇ ਹੈਗੇ ਸੀ। ਹੋਟਲ ਦੇ ਵਿੱਚ ਕਹਿੰਦੇ ਸੀ ਬਹੁਤ ਮਹਿੰਗੇ ਕਰਤੇ ਸੀ ਕਮਰੇ, ਤੁਹਾਨੂੰ ਵੀ ਇਦਾਂ ਹੀ? ਨਹੀਂ, ਹੋਟਲ ਟੱਚਵੁੱਡ ਜਿਹੜੇ ਹੋਟਲ 'ਚ ਮੈਂ ਸੀ, ਹੈ ਨਾ, ਉਹ ਵੈਸੇ ਹਰ ਇੱਕ ਜਗ੍ਹਾ ਹੈ ਨਾ ਵੀ ਇੱਕੋ ਜਿਹੇ ਲੋਕ ਨਹੀਂ ਹੁੰਦੇ, ਕੁਝ ਲੋਕ ਚੰਗੇ ਵੀ ਹੁੰਦੇ ਨੇ ਨਾ। ਤੇ ਉਹ ਹੋਟਲ ਵਾਲਾ ਜਿਹੜਾ ਸੀ, ਹੋਟਲੀਅਰ ਜਿਹੜਾ ਮਾਲਿਕ ਸੀ, ਬਹੁਤ ਅੱਛਾ ਸੀ, ਠੀਕ ਹੈ। ਉਹਨੇ ਰੇਟ, ਹਾਲਾਂਕਿ ਉਹਦੇ ਰੇਟ ਪਹਿਲੇ ਹੀ ਜ਼ਿਆਦਾ ਸੀ, ਉਹਨੇ ਘਟਾਏ ਵੀ ਨਹੀਂ ਤੇ ਵਧਾਏ ਵੀ ਨਹੀਂ। ਅੱਛਾ, ਉਹ ਨਹੀਂ ਰੱਖੇ, ਉਹ ਨਹੀਂ ਰੱਖੇ। ਤੇ ਬਟ ਇੱਕ ਯਾਨੀ ਕਿ ਉਹਨੇ ਸਾਨੂੰ ਥੋੜੀ ਜੀ ਹੋਰ ਜਿਹੜੀ ਕਹਿ ਸਕਦੇ ਵੀ ਸਾਨੂੰ ਇੱਕ ਉਹਨੇ ਫੈਸਿਲਿਟੀ ਜਾਂ ਕੁਝ ਵੀ ਕਹਿ ਲਓ ਕਿ ਸਾਡੇ ਤੇ ਇੱਕ ਅਹਿਸਾਨ ਕੀਤਾ, ਕਿ ਉਹਨੇ ਸਾਨੂੰ ਕਹਿਤਾ ਕਿ ਜਦੋਂ ਤੁਸੀਂ ਵਾਪਸ ਜਾਓਗੇ ਉਦੋਂ ਮੈਨੂੰ ਜਾ ਕੇ ਪੈਸੇ ਦੇ ਦਿਓ, ਲਾਈਕ ਤੁਸੀਂ, ਠੀਕ ਹੈ, ਪੈਸੇ ਜ਼ਰੂਰ ਲਵਾਂਗਾ ਬਟ ਜਾ ਕੇ ਕਹਿੰਦਾ ਕਿ ਮੇਰੇ ਅਕਾਊਂਟ ਤੁਸੀਂ ਪਾ ਦਿਓ, ਬਿਕੋਜ਼ ਉੱਥੇ ਜਦੋਂ ਨੈਟਵਰਕ ਨਹੀਂ ਸੀ, ਕੁਝ ਨਹੀਂ ਸੀ, ਹੈ ਨਾ, ਤੇ ਆਨਲਾਈਨ ਪੇਮੈਂਟ ਦਾ ਚੱਲ ਨਹੀਂ ਰਹੀ ਸੀ, ਅਦਰਵਾਈਜ਼ ਤਾਂ ਮੈਂ ਉਹਨੂੰ ਆਨਲਾਈਨ ਉੱਥੇ ਹੀ ਕਰ ਦੇਣੀ ਸੀ, ਹੈ ਨਾ। ਅੱਛਾ, ਆਨਲਾਈਨ ਤੁਹਾਡੇ ਕੋਲ ਪੈਸੇ ਸੀ, ਕੈਸ਼ ਨਹੀਂ ਸੀ? ਕੈਸ਼ ਨਹੀਂ ਸੀ। ਕੈਸ਼ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਭੈਣ, ਨਾ, ਕਿ ਕੋਈ ਕਿੰਨਾ ਕੁ ਜੇਬ 'ਚ ਲੈ ਕੇ ਚੱਲਦਾ, ਹੈ ਨਾ। ਬਿਲਕੁਲ ਵੀਰੇ। ਤੇ ਮੇਰੇ ਕੋਲ ਵੀ ਅਰਾਊਂਡ ਵੀ ਜਿਹੜਾ ਸੀ, ਹੈ ਨਾ, ਉਹ 2,500-3,000 ਰੁਪਏ ਜੇਬ ਸੀ। ਅੱਛਾ। ਬਾਕੀ ਤਾਂ ਫਿਰ ਉੱਥੇ ਤੁਹਾਨੂੰ ਪਤਾ ਹੀ ਹੈ, ਜਿਵੇਂ ਉੱਥੇ ਫਸ ਗਏ ਆਪਾਂ, ਹੈ ਨਾ, ਤੇ ਉਹ 2,500-3,000 ਤਾਂ 2 ਦਿਨ 'ਚ ਹੀ ਖਤਮ ਹੋ ਲਿਆ, ਹੈ ਨਾ। ਤੇ ਯਾਨੀ ਕਿ ਟਿਊਜ਼ਡੇ ਮੈਂ ਖਾਲੀ ਹੋ ਚੁੱਕਾ ਸੀ। ਅੱਛਾ। ਹੈ ਨਾ, ਕਿਉਂਕਿ ਉੱਥੇ ਮਹਿੰਗਾਈ ਸੀ, ਸਭ ਕੁਝ ਇੰਨਾ ਕੁਛ ਹੀ, ਖਾਣਾ ਤਾਂ ਪੈਣਾ ਹੀ ਸੀ, ਹੈ ਨਾ, ਕੁਛ ਨਾ ਕੁਛ। ਤੇ ਕਿਉਂਕਿ ਸਾਨੂੰ ਇੰਨਾ ਪਤਾ ਨਹੀਂ ਸੀ ਕਿ ਇੰਨਾ ਲੰਬਾ ਚਲਾ ਜਾਏਗਾ, ਹੈ ਨਾ। ਤੇ ਸਾਨੂੰ ਇਹ ਲੱਗਿਆ ਕਿ ਸ਼ਾਇਦ ਕੁਛ ਨਾ ਕੁਛ ਹੈਲਪ ਕਿਤੇ ਨਾ ਕਿਤੇ ਪਾਸੇ ਸਾਨੂੰ ਮਿਲ ਜੇਗੀ, ਜਾਂ ਪ੍ਰਸ਼ਾਸਨ ਤੋਂ ਜਾਂ ਕਿਤੇ ਨਾ ਕਿਤੇ ਪਾਸੇ ਸਾਨੂੰ ਹੈਲਪ ਜ਼ਰੂਰ ਮਿਲੇਗੀ। ਹਾਂ, ਬਿਲਕੁਲ। ਅੱਛਾ, ਫਿਰ ਤੁਸੀਂ ਉੱਥੇ ਉਸ ਹੋਟਲ 'ਚ ਕਿੰਨੇ ਦਿਨ ਰੁਕਦੇ ਹੋ ਤੇ ਕਿਵੇਂ ਉੱਥੋਂ ਤੁਰਨਾ ਸਟਾਰਟ ਕਰਦੇ ਹੋ? ਤੇ ਘਰ ਤਾਂ ਗੱਲ ਹੋਣੀ ਬੰਦ ਹੋ ਜਾਂਦੀ ਹੈ ਤੁਹਾਡੀ, ਹੈ ਨਾ, ਤੇ ਉੱਥੇ ਬਿਜਲੀ ਦੀ ਵੀ ਕੋਈ ਸਹੂਲਤ ਨਹੀਂ, ਫੋਨ ਚਾਰਜ ਹੋਣੋਂ ਵੀ ਹਟ ਗਏ ਸੀ? ਫੋਨ ਚਾਰਜ ਹੋਣੋਂ ਵੀ ਹਟ ਗਏ ਸੀ, ਓਬਵੀਅਸਲੀ ਜਦੋਂ ਬਿਜਲੀ ਨਹੀਂ ਸੀ। ਓਕੇ। ਯਾਨੀ ਕਿ ਅਨਫੋਰਚੂਨੇਟਲੀ ਜਿਹੜਾ ਸਾਡਾ ਹੋਟਲ ਸੀ ਉਹਦੇ ਤੇ ਐਕਚੁਅਲੀ ਉਹ ਕੋਈ ਇਨਵਰਟਰ ਹੀ ਵੈਸੇ ਮੈਕਸਿਮਮ 7-8 ਘੰਟੇ ਕੱਢ ਜਾਂਦਾ, ਹੈ ਨਾ, ਉਸ ਤੋਂ ਉੱਪਰ ਨਹੀਂ ਤਾਂ ਉਹਦੇ ਕੋਲ ਫੈਸਿਲਿਟੀ ਨਹੀਂ ਸੀ, ਬਸ ਸਿਰਫ ਬਿਜਲੀ ਸੀ, ਉਹ ਵੀ ਚਲੀ ਗਈ। ਤੇ ਤੁਸੀਂ ਇਸ ਤੋਂ ਮੈਨੂੰ ਜਿਵੇਂ ਫੋਨ ਤੋਂ ਮੈਨੂੰ ਯਾਦ ਆਇਆ ਇੱਕ ਗੱਲ ਉੱਥੇ, ਹੈ ਨਾ, ਕਿ ਲਾਈਕ ਉੱਥੇ 1-2 ਲਾਈਕ ਕੈਫੇ ਸੀ ਉੱਥੇ, ਜਿਵੇਂ ਨਾ, ਉਹ ਸ਼ਾਇਦ ਇੱਕ ਕੈਫੇ ਵਾਲੇ ਕੋਲ ਥੋੜਾ ਜਿਹਾ ਮੈਨੂੰ ਲੱਗਦਾ ਅਮੀਰ ਬੰਦਾ ਹੋਣਾ ਉੱਥੇ ਦਾ ਨਾ, ਉਹਦੇ ਕੋਲ ਫਿਰ ਜਨਰੇਟਰ ਹੈਗਾ ਸੀ ਉਹਦੇ ਕੋਲ। ਓਕੇ। ਤੇ ਉਹ ਜਨਰੇਟਰ ਉਹਦੇ ਕੋਲ ਹੈਗਾ ਸੀ, ਤੇ ਓਬਵੀਅਸਲੀ ਹੁਣ ਫੋਨ ਦਾ ਵੈਸੇ ਤਾਂ ਨੈਟਵਰਕ ਨਹੀਂ ਆ ਰਿਹਾ ਸੀ, ਹੈ ਨਾ, ਬਟ ਤੁਹਾਨੂੰ ਪਤਾ ਹੈ ਕਿ ਅੱਜ ਕੱਲ ਦੇ ਜਿਹੜੇ ਆਪਾਂ, ਹੈ ਨਾ, ਇਨਸਾਨ ਹੈਗੇ ਆ, ਸਾਨੂੰ ਆਦਤ ਹੀ ਹੈ ਵੈਸੇ ਫੋਨ ਚੱਕ ਕੇ, ਹੈ ਨਾ, ਦੇਖਣ ਦੀ, ਹੈ ਨਾ। ਤੇ ਪਲੱਸ ਜਦੋਂ ਕੁਝ ਉੱਥੇ ਹੈ ਹੀ ਨਹੀਂ ਸੀ ਤਾਂ ਫੋਨ ਦੇ ਵਿੱਚ ਜਾਂ ਕੁਝ ਨਾ ਕੁਝ ਬੰਦਾ ਗੇਮ ਖੇਲ ਲੈਂਦਾ, ਲੂਡੋ ਵਗੈਰਾ। ਅੱਜ ਕੱਲ ਟਾਈਮ ਪਾਸ ਤਾਂ ਕਰਨਾ ਹੀ ਸੀ, ਬਿਕੋਜ਼ ਆਪਾਂ, ਹੈ ਨਾ, ਕਿਉਂਕਿ ਇੱਥੇ ਤਾਂ ਆਪਣੇ ਕੰਮ ਹੀ ਨਹੀਂ ਮੁੱਕਦੇ, ਸਾਡੇ ਕੋਲ ਟਾਈਮ ਸੀ, ਜਮਾਂ ਹੀ ਵਿਹਲੇ ਸੀ। ਤੇ ਫਿਰ ਉਹ ਜਿਹੜਾ ਕੈਫੇ ਸੀ, ਆਪਾਂ ਕੈਫੇ ਵਾਲੇ ਕੋਲ ਪਹਿਲਾਂ ਵੀ ਜਾ ਰਹੇ ਸੀ ਆਪਾਂ, ਠੀਕ ਹੈ, ਜਦੋਂ ਲਾਈਕ ਲਾਈਟ ਵਗੈਰਾ ਹੈਗੀ ਸੀ, ਜਾਂ, ਹੈ ਨਾ, ਜਾਂ ਫਿਰ ਥੋੜੀ ਜਿਹੀ ਜਿਹੜੀ ਸਥਿਤੀ ਸੀ ਉਹ ਨਾਰਮਲ ਸੀ, ਹੈ ਨਾ, ਕਿ ਈਜ਼ੀਲੀ ਜਿਵੇਂ ਪੈਟਰੋਲ ਜਾਂ ਡੀਜ਼ਲ ਵਗੈਰਾ ਜਾਂ ਹੋਰ ਜਿਹੜਾ ਸਮਾਨ ਸੀ ਆ ਰਿਹਾ ਸੀ। ਤੇ ਉਹ ਉੱਥੇ ਜਦੋਂ ਆਪਾਂ ਜਾਂਦੇ ਆ, ਫਿਰ ਆਪਾਂ ਦੁਬਾਰਾ, ਹੈ ਨਾ, ਜਦੋਂ ਟਿਊਜ਼ਡੇ ਦੇ ਕੋਲ ਜਾਂਦੇ ਆ, ਹੈ ਨਾ, ਤਾਂ ਅਸੀਂ ਉੱਥੇ ਜਾ ਕੇ ਕੀ ਦੇਖਦੇ ਕਿ ਉਹਨਾਂ ਨੇ ਜਿਹੜੇ ਫੋਨ ਚਾਰਜਿੰਗ ਦੇ ਵੀ ਨਾ, ਇੱਕ ਤੁਸੀਂ ਕਹਿ ਲਓ ਕਿ ਇੱਕ ਵੀ ਚਾਰਜ ਕਰਨਾ, ਉਹਨੇ 50 ਤੋਂ 100 ਰੁਪਇਆ ਪਰ ਪਰਸਨ ਪਰ ਹੈਡ ਉਹਨੂੰ ਲੈਣਾ ਸਟਾਰਟ ਕਰ ਦਿੱਤਾ ਹੋਇਆ ਸੀ। ਅੱਛਾ, ਜੇ ਕੋਈ ਬੰਦਾ ਉੱਥੇ ਚਾਹ ਪਾਣੀ ਪੀਣ ਜਾ ਰਿਹਾ ਤੇ ਜਾ ਕੇ ਉੱਥੇ ਫੋਨ ਵੀ ਆਪਦਾ ਚਾਰਜ ਲਾ ਲੈਂਦਾ, ਉਹਦੀ ਅਲੱਗ ਤੋਂ ਪੇਮੈਂਟ? ਬਿਲਕੁਲ। ਅੱਛਾ ਜੀ, ਇਹ ਨਜਾਇਜ਼ ਲਾਹਾ ਨਹੀਂ ਤੁਹਾਨੂੰ ਲੱਗਿਆ ਵੀ ਨਜਾਇਜ਼ ਲਾਹਾ ਲੱਗਿਆ? ਔਰ ਬੀਇੰਗ ਪੰਜਾਬੀ ਤੁਹਾਨੂੰ ਪਤਾ ਸਾਤੋਂ ਚੁੱਪ ਰਹਿ ਨਹੀਂ ਹੁੰਦਾ, ਹੈ ਨਾ। ਮੈਂ ਉਹਨੂੰ ਪੁੱਛਿਆ, ਹੈ ਨਾ, ਕਿ ਬਈ ਵੀ ਕਿਵੇਂ ਤੁਸੀਂ ਵੀ, ਹੈ ਨਾ, ਵੀ ਇੰਨਾ ਵੀ ਲੋਕੀ ਤਾਂ ਫਸੇ ਹੋਏ ਨੇ ਇੱਥੇ ਆਪਦਾ 'ਚ, ਹੈ ਨਾ, ਕਿ ਤੁਸੀਂ, ਬਟ ਮੈਂ ਨਾ, ਹੈ ਨਾ, ਵੀ ਉਹੀ ਗੱਲ ਕਿ ਵੀ ਮੇਰੀ ਯਾਨੀ ਕਿ ਮਾਈ ਪਲੇਸ ਮਾਈ ਰੂਲਸ, ਹੈ ਨਾ। ਹਾਲਾਂਕਿ ਦੇਖੋ ਜਿਹੜੀ ਕੁਝ ਵੀ ਖਾਣਾ ਪੀਣਾ ਸੀ ਜਾਂ ਕੁਝ ਵੀ ਸੀ, ਉਹ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਕਿ ਉਹ ਤਾਂ ਛੋਟੀ ਜਿਹੀ ਕੋਈ ਚਾਹ ਦੀ ਥੜੀ ਸੀ, ਉੱਥੇ ਵੀ ਅਰਾਊਂਡ, ਹੈ ਨਾ, ਵੀ ਡਬਲ ਟ੍ਰਿਪਲ ਰੇਟ ਸੀਗੇ। ਉਹਦੇ ਕੋਲ ਤਾਂ ਵੈਸੇ ਹੀ ਜਿਹੜਾ ਉਹਦਾ ਤਾਂ ਫਿਰ ਵੀ ਥੋੜਾ ਬਹੁਤ ਕੈਫੇ ਸੀ, ਬੈਠਣ ਬੂਠਣ ਦਾ ਥੋੜਾ ਬਹੁਤ ਅਰੇਂਜਮੈਂਟ ਸੀ ਉਹਦੇ ਕੋਲ, ਹੈ ਨਾ। ਤੇ ਉਹਦੇ ਦਾ ਰੇਟ ਵੈਸੇ ਹੀ ਮਾਸ਼ਾਅੱਲਾ ਵੀ 5 ਸਟਾਰ 3 ਸਟਾਰ ਇੱਕ ਰੈਸਟੋਰੈਂਟ ਹੋਟਲ ਦੇ ਬਰਾਬਰ ਸੀ। ਅੱਛਾ। ਤੇ ਮੈਨੂੰ ਉਹਨੇ ਕਿਹਾ, ਮੈਂ ਕਿ ਲਾਈਕ ਤੂੰ ਆਲਰੇਡੀ ਜਦੋਂ ਇੰਨਾ ਤੈਨੂੰ ਆਪਾਂ ਪੇ ਕਰ ਰਹੇ ਆ, ਹੈ ਨਾ, ਠੀਕ ਹੈ, ਤੇ ਤੂੰ ਫੇਰ ਵੀ ਫੋਨ ਚਾਰਜ ਕਰਨ ਦੇ ਪੈਸੇ ਲੈ ਰਿਹਾ, ਤਾਂ ਇਹ ਤਾਂ ਗਲਤ ਗੱਲ ਹੈ ਨਾ। ਬਟ ਉਹਦੇ ਲਾਈਕ ਕੰਨ ਤੇ ਜੂ ਨਹੀਂ ਸਰਕੀ, ਉਹ ਕਹਿੰਦਾ ਵੀ ਨਹੀਂ ਆਪਾਂ ਲੈਵਾਂਗੇ, ਤੁਸੀਂ ਆਣਾ ਆਓ, ਨਹੀਂ ਆਣਾ, ਹਾਂ, ਇਹਨਾਂ 4-5 ਬਿਲਕੁਲ ਉਹਨੇ, ਹਾਂ ਬਿਲਕੁਲ, ਯਾਨੀ ਕਿ ਉਹਦੇ ਕਹਿਣ ਦਾ ਮਤਲਬ ਇਹ ਸੀ ਕਿ ਆਪਾਂ ਤਾਂ ਪੈਸੇ ਕਮਾਣੇ ਆ। ਅੱਛਾ,
ਅੱਛਾ, ਫਿਰ ਤੁਸੀਂ ਉਸ ਹੋਟਲ ਦੇ ਵਿੱਚ ਰੁਕਦੇ ਹੋ ਕਈ ਦਿਨ, ਔਰ ਫਿਰ ਤੁਸੀਂ ਉੱਥੋਂ ਚੱਲਣ ਦਾ ਕਿਵੇਂ ਪਲਾਨ ਕਰਦੇ ਹੋ? ਔਰ ਪੈਸੇ ਦੀ ਪੇਮੈਂਟ ਤਾਂ ਐਂਡ ਤੇ ਜਦੋਂ ਆਪਾਂ ਨਿਕਲਣਾ ਹੋਵੇ ਹਾਂਜੀ ਕਰਨੀ ਪੈਂਦੀ ਹੈ, ਕੁਝ ਪਹਿਲਾਂ ਵੀ ਜਮ੍ਹਾਂ ਕਰਵਾਏ ਹੋਣੇ ਆ। ਤੁਹਾਨੂੰ ਦੱਸਿਆ ਜਿਵੇਂ ਮੇਰੇ ਕੋਲ ਟਿਊਜ਼ਡੇ ਪੈਸੇ ਖਤਮ ਹੋ ਚੁੱਕੇ ਸੀ ਨਾ, ਤੇ ਹੁਣ ਸਾਨੂੰ ਅੱਗੇ ਬਾਰੇ ਨਹੀਂ ਪਤਾ ਸੀ, ਬਿਲਕੁਲ ਹੀ ਖਤਮ ਹੋ ਗਏ ਸੀ। ਬਿਲਕੁਲ ਹੀ ਖਤਮ ਹੋ ਗਏ ਸੀ, ਜ਼ੀਰੋ ਹੋ ਗਏ ਸੀ ਬਿਲਕੁਲ। ਅੱਛਾ, ਕੋਈ 50-100 ਰੁਪਏ ਜਦੋਂ ਰਹਿ ਜਾਂਦਾ ਬੰਦੇ ਨੂੰ, ਉਹ ਖਤਮ ਹੋਣ ਨਾਲ ਦਾ ਹੀ ਹੁੰਦਾ ਜਦੋਂ ਪਤਾ ਹੈ ਕਿ ਅਸੀਂ ਉਹ ਸਟਕ ਹੋ ਚੁੱਕੇ ਹਾਂ, ਕੁਝ ਹੈ ਹੀ ਨਹੀਂ ਉੱਥੇ, ਹੈ ਨਾ। ਜਦੋਂ ਓਬਵੀਅਸਲੀ ਗੱਲ ਹੈ, ਜਿੱਥੇ ਚਾਹ ਦਾ ਕੱਪ ਵੀ 100 ਰੁਪਏ ਦਾ ਤੁਹਾਨੂੰ ਮਿਲ ਰਿਹਾ ਸੀ, ਹੈ ਨਾ, ਤੇ ਉੱਥੇ ਤਾਂ ਖਤਮ ਨਾਲ ਦਾ ਹੀ ਸੀ। ਸਾਡਾ ਇੱਕ ਕੱਪ ਦਾ ਚਾਹ ਆਣਾ ਸੀ, ਹੈ ਨਾ, ਚਾਹ ਦਾ ਕੱਪ ਆਣਾ ਸੀ 100 ਰੁਪਏ ਚ ਆਪਾਂ ਲੈਣਾ ਸੀ, ਹੈ ਨਾ। ਤੇ ਓਬਵੀਅਸਲੀ ਗੱਲ ਹੈ, ਫਿਰ ਬੰਦਾ ਫਿਰ ਉਹੀ ਕਹਿੰਦੇ ਕਿ ਵੀ ਮਰਦਾ ਕੀ ਨਹੀਂ ਕਰਦਾ, ਹੈ ਨਾ। ਮੈਂ ਵੀ ਉੱਥੇ ਫਿਰ ਥੋੜੀ ਜਹਿਦ ਕਰਨੀ ਸਟਾਰਟ ਕੀਤੀ, ਜਿਵੇਂ ਜਿਹੜੇ ਲੋਕਲ ਸੀ ਉੱਥੇ, ਫਿਰ ਆਪਾਂ ਲੋਕਲਸ ਤੋਂ ਕੋਈ ਉਧਾਰ ਵਗੈਰਾ ਮੰਗਣਾ ਸਟਾਰਟ ਕੀਤਾ, ਹੈ ਨਾ, ਸਾਰੇ ਉੱਥੇ। ਤੇ ਵੀ ਕਹਿ ਲਓ ਕਿ ਮੈਂ ਵੀ ਅੱਧੇ ਪਿੰਡ ਤੋਂ ਮੈਂ ਪੈਸੇ ਉਧਾਰ ਮੰਗ ਚੁੱਕਾ ਸੀ, ਅੱਧਾ ਪਿੰਡ ਜਾਣਦਾ ਸੀ ਕਿ ਬੰਦਾ ਹੈਗਾ ਕੋਈ ਘੁੰਮਦਾ ਪਿਆ। ਤੇ ਮੇਰੇ ਨਾਲ ਇੱਕ ਹੋਰ ਬਾਈ ਇੱਕ ਮਿਲ ਗਿਆ ਸੀ ਉੱਥੇ ਮੈਨੂੰ, ਹੈ ਨਾ, ਉਹ ਵੀ ਆਪਣਾ ਪੰਜਾਬੀ ਭਰਾ ਸੀ। ਤੇ ਅਸੀਂ ਦੋਨਾਂ ਨੇ ਯਾਨੀ ਕਿ ਪ੍ਰੋਪਰ ਜਿੰਨਾ ਹੋ ਸਕਿਆ ਹਿੰਮਤ ਨਹੀਂ ਹਾਰੀ ਕਿ ਪੈਸੇ ਮੰਗਣੇ, ਬਟ ਸਾਨੂੰ ਮੈਂ ਕਹਿੰਦਾ ਵੀ ਉੱਥੇ ਲਗਭਗ ਜ਼ਿਆਦਾ ਨਹੀਂ ਤਾਂ 70-80 ਘਰ ਸੀ ਵੈਸੇ, ਸਾਡੀ ਕਿਸੇ ਨੇ ਵੀ ਬਾਂਹ ਨਹੀਂ ਫੜੀ, ਕਿਸੇ ਨੇ ਵੀ ਇੱਕ ਪੈਸਾ ਤੱਕ ਵੀ ਸਾਨੂੰ ਕਿਸੇ ਨੇ ਹੈਲਪ ਨਹੀਂ ਕੀਤੀ। ਜੇ ਕੀਤੀ ਵੀ ਹੈ ਕਿਸੇ ਨੇ ਤਾਂ ਮੈਂ ਵੀ ਸਾਫ਼-ਸਾਫ਼ ਲਾਈਕ ਤੁਹਾਨੂੰ ਇਹ ਕਹਿਣਾ ਚਾਹੂੰਗਾ ਕਿ ਉਹ ਵੀ ਜਿਵੇਂ ਟੋਟਲ ਸਾਡੀ 6 ਬੰਦਿਆਂ ਨੇ ਹੈਲਪ ਕੀਤੀ, 6 ਬੰਦਿਆਂ ਨੇ ਹੈਲਪ ਵੀ ਇਦਾਂ ਕਹਿ ਸਕਦਾ ਕਿ ਕਿਸੇ ਬੰਦੇ ਨੇ ਇੱਕ ਬੰਦੇ ਸਾਨੂੰ ਪੈਸੇ ਦਿੱਤੇ, ਪੈਸੇ ਸਾਨੂੰ ਸਿਰਫ ਉਹਨੇ ਦਿੱਤੇ ਜਿਹੜੇ ਹੋਟਲ 'ਚ ਮੈਂ ਰਹਿ ਰਿਹਾ ਸੀ। ਹਾਲਾਂਕਿ ਉਹ ਬੰਦਾ ਉਹ ਹਿਮਾਚਲ ਤੋਂ ਸੀ, ਬਟ ਉਹ ਬੜਾ ਕਾਈਂਡ ਹਾਰਟਡ ਬੰਦਾ ਸੀ। ਉਹ ਬੰਦੇ ਨੇ ਸਾਨੂੰ ਆਪਾਂ ਨੂੰ ਕਿ ਪੈਸੇ ਵੀ ਦਿੱਤੇ ਤੇ ਪੈਸੇ ਸਾਨੂੰ ਉਧਾਰ ਵੀ ਕੀਤਾ। ਬਾਕੀ ਸਾਨੂੰ ਹੋਰ ਕਿਸੇ ਨੇ ਲਾਈਕ ਇੱਕ ਬਿਹਾਰੀ ਸਾਨੂੰ ਮਿਲਿਆ, ਉਹਦਾ ਵੀ ਉੱਥੇ ਛੋਟਾ ਜਿਹਾ ਕੈਫੇ ਸੀ, ਉਹ ਸਾਨੂੰ ਚਾਹ ਦਾ ਕੱਪ ਫ੍ਰੀ ਚ ਪਿਲਾ ਦਿੰਦਾ ਸੀ। ਅਸੀਂ ਉਹਦੇ ਇਹੀ ਬੜੇ ਆਸਾਨਮੰਦ ਸੀ, ਹੈ ਨਾ, ਕਿ ਸਵੇਰੇ ਜਦੋਂ ਉੱਠਦੇ ਸੀ ਆਪਾਂ ਚਾਹ ਦਾ ਕੱਪ ਉਹਦੇ ਕੋਲ ਪੀਣ ਚਲੇ ਜਾਂਦੇ ਸੀ। ਤੇ ਫਿਰ ਫਿਰ ਹਰਿਆਣਵੀ ਸੀ, ਉਹਦਾ ਵੀ ਸੇਮ ਸੀ, ਉਹ ਵੀ ਕਦੇ ਸਾਨੂੰ ਬੁਲਾ ਕੇ ਚਾਹ ਦਾ ਕੱਪ ਜਾਂ ਕਾਫੀ ਦਾ ਕੱਪ ਪਿਲਾ ਦਿੰਦਾ ਸੀ, ਜਾਂ ਕਦੇ ਬ੍ਰੈਡ ਖਿਲਾਤੇ ਜਾਂ ਕਦੇ ਬਿਸਕਟ ਖਿਲਾਤੇ, ਹੈ ਨਾ, ਬਿਕੋਜ਼ ਉੱਥੇ ਹੋਰ ਕੁਝ ਨਹੀਂ ਸੀ ਬਚਿਆ ਹੋਇਆ। ਉੱਥੇ ਬਚਿਆ ਤਾਂ ਹੈਗਾ ਸੀ, ਹੈ ਨਾ, ਬਟ ਹੁਣ ਜਿਹੜਾ ਤੁਸੀਂ ਇੱਕ ਟਾਈਮ ਦਾ ਜਿਹੜਾ ਮੀਲ ਸੀ ਅਰਾਊਂਡ ਉਹ 300-400 ਰੁਪਏ ਦਾ ਮੀਲ ਸੀ ਪਰ ਬੰਦੇ ਦਾ, ਹੈ ਨਾ। ਤੇ ਹੁਣ ਸਾਨੂੰ ਇਹ ਨਹੀਂ ਪਤਾ ਸੀ ਆਪਾਂ ਵੀ ਕਿੰਨੇ ਟਾਈਮ ਲਈ ਸਟਕ ਆ ਇੱਥੇ, ਔਰ ਸਾਨੂੰ ਬਿਕੋਜ਼ ਨੈਟਵਰਕ ਕਨੈਕਟੀਵਿਟੀ ਕੋਈ ਨਹੀਂ ਸੀ ਸਾਨੂੰ, ਨਾ ਤਾਂ ਭੁੰਤਰ ਮੰਡੀ ਤੱਕ ਜਿਹੜਾ ਉੱਥੋਂ ਜਾਨੀ ਕਿ 50-100 ਕਿਲੋਮੀਟਰ ਤੱਕ ਕਿਤੇ ਨੈਟਵਰਕ ਨਹੀਂ ਸੀ ਸਾਨੂੰ, ਇੱਧਰ ਦੀ ਖਬਰ ਕੋਈ ਨਹੀਂ ਆ ਰਹੀ ਸੀ, ਉਹਨਾਂ ਨੂੰ ਸਾਡੀ ਖਬਰ ਕੋਈ ਨਹੀਂ ਜਾ ਰਹੀ ਸੀ, ਹੈ ਨਾ। ਤੇ ਬਿਲਕੁਲ ਡਿਸਕਨੈਕਟ ਸੀ ਆਪਾਂ, ਫਿਰ ਡਿਸਕਨੈਕਟ ਸੀ। ਓਕੇ, ਅੱਛਾ, ਫਿਰ ਉੱਥੋਂ ਤੁਰਦੇ ਹੋ ਤੁਸੀਂ? ਫਿਰ ਹਾਂਜੀ, ਤੁਰਨ ਦੀ ਗੱਲ ਐਦਾਂ ਹੈ ਕਿ ਤੁਹਾਨੂੰ ਦੱਸਿਆ ਕਿ ਸੈਟਰਡੇ ਆਪਾਂ ਸਟਕ ਹੋਏ ਸੀ, ਹੈ ਨਾ। ਸੈਟਰਡੇ ਲੰਘ ਗਿਆ, ਸੰਡੇ ਲੰਘ ਗਿਆ, ਮੰਡੇ ਦਿਨ ਨਿਕਲਦੇ ਗਏ, 3-4-5 ਦਿਨ ਨਿਕਲ ਗਏ, ਕੋਈ ਪ੍ਰਸ਼ਾਸਨ ਵੱਲੋਂ ਕੋਈ ਹੈਲਪ ਨਹੀਂ ਹੋਈ, ਕੋਈ ਕਿਸੇ ਵੱਲੋਂ। ਲੋਕਲ ਤਾਂ ਤੁਹਾਨੂੰ ਦੱਸ ਹੀ ਦਿੱਤਾ ਕਿ ਲੋਕਲ ਉੱਥੇ ਦੇ ਥੋੜੇ ਜਿਹੇ, ਜੋ ਮੈਂ ਕਹਿੰਦਾ ਕਿ ਵੀ ਥੋੜੇ ਜਿਹੇ ਰੁੱਖੇ ਜੇ ਸੁਭਾਅ ਦੇ ਲੋਕ, ਹੈ ਨਾ, ਹੈਗੇ ਨੇ ਉਹ। ਹਾਲਾਂਕਿ ਠੀਕ ਹੈ, ਉਹ ਵੈਸੇ ਤਾਂ ਬੜੇ ਸਾਰਿਆਂ ਲਈ ਹੈ ਜਾਂ ਤੁਹਾਡੇ ਇਕੱਲਿਆਂ ਲਈ ਸੀ, ਜਾਂ ਮਤਲਬ? ਨਹੀਂ, ਵੈਸੇ ਸਾਰਿਆਂ ਲਈ ਸੀ ਰੁੱਖੇ ਤਾਂ, ਪਰ ਪੰਜਾਬੀਆਂ ਲਈ ਜਦੋਂ ਉਹਨੂੰ ਲੱਗਦਾ ਸੀ ਕਿ ਪੰਜਾਬ ਤੋਂ ਬੰਦਾ ਹੈ ਨਾ ਜਾਂ ਕੁਛ, ਹੈ ਨਾ, ਉਹ ਇੱਕ ਅਲੱਗ ਹੀ ਮੈਨੂੰ ਲੱਗਿਆ ਉਹਨਾਂ ਦਾ ਅਲੱਗ ਹੀ ਬਿਹੇਵੀਅਰ ਟੁਵਾਰਡਸ ਜਿਹੜੇ ਆਪਣੇ ਪੰਜਾਬੀ ਹੈਗੇ ਨੇ ਨਾ, ਇਹਨਾਂ ਦੇ ਪ੍ਰਤੀ ਉਹਨਾਂ ਦਾ ਨਫ਼ਰਤ ਜੀ ਕਿਉਂ? ਮੈਂ ਵੀ ਲਾਈਕ ਇਹ ਗੱਲ ਮੈਂ ਵੀ ਸਮਝ ਨਹੀਂ ਪਾਇਆ ਉੱਥੇ, ਹੈ ਨਾ, ਵੀ ਐਦਾਂ ਕਿਉਂ, ਵੀ ਕੀ ਮੇਰੇ ਵੀ ਸਾਡੇ ਲੋਕਾਂ ਤੋਂ ਕੀ ਗੁਨਾਹ ਹੋ ਗਿਆ, ਹੈ ਨਾ। ਤੁਹਾਨੂੰ ਨਹੀਂ ਲੱਗਦਾ ਇੱਥੇ ਕੋਈ ਵਿਆਹ ਵੇਖਣ ਵੀ ਆ ਜਾਏ ਹਿਮਾਚਲ ਤੋਂ, ਤੇ ਸਾਡੇ ਅੱਧਾ ਪਿੰਡ ਤਾਂ ਹਿਮਾਚਲ ਵਾਲੇ ਹੀ ਵੇਖਣ ਆ ਜਾਂਦਾ? ਬਿਲਕੁਲ ਹਿਮਾਚਲ ਵਾਲੀਆਂ ਆਈਆਂ, ਹਿਮਾਚਲ ਵਾਲੇ ਆਏ ਆ, ਬਿਲਕੁਲ ਉਹਨਾਂ ਦਾ ਬਹੁਤ ਆਓ ਭਗਤ, ਉਹਨਾਂ ਦੀ ਪ੍ਰਾਹੁਣਾਚਾਰੀ ਚ, ਹਨਾ, ਜਿਹੜਾ ਬੰਦਾ ਲੈ ਕੇ ਆਇਆ ਹੁੰਦਾ ਉਹਨੂੰ ਕੋਈ ਨਹੀਂ ਪੁੱਛਦਾ, ਬਿਲਕੁਲ, ਤੇ ਨਾਲ ਵਾਲਿਆਂ ਦੀ ਬੜੀ ਕਦਰ ਹੁੰਦੀ ਆ, ਬਿਲਕੁਲ। ਤੇ ਰੋਜ਼ਗਾਰ ਦੀ ਜੇ ਗੱਲ ਕਰੀਏ ਤਾਂ ਰੋਜ਼ਗਾਰ ਵੀ ਹਿਮਾਚਲ ਨੂੰ ਪੰਜਾਬ ਨੇ ਬਹੁਤ ਦਿੱਤਾ ਹੈ। ਹਾਂਜੀ, ਤੇ ਹੁਣ ਵੀ ਆਪਾਂ ਦੇਖੀਏ ਜੇ ਆਪਾਂ ਉੱਥੇ ਜਾ ਰਹੇ ਹਾਂ ਲਾਈਕ, ਹੈ ਨਾ, ਟੂਰਿਸਟ ਆਪਾਂ ਜਾ ਰਹੇ ਹਾਂ, ਇੱਕ ਉਹਨਾਂ ਲਈ ਅਸੀਂ ਇਨਕਮ ਦਾ ਬੜਾ ਅੱਛਾ ਸੋਰਸ ਹੈ। ਹਾਲਾਂਕਿ ਮੈਂ ਨਹੀਂ ਕਹਿੰਦਾ ਇਕੱਲੇ ਪੰਜਾਬੀ ਜਾ ਰਹੇ ਉੱਥੇ, ਸਾਰੇ ਜਾ ਰਹੇ, ਔਰ ਸਪੈਸੀਫਿਕਲੀ ਪੰਜਾਬ ਔਰ ਹਰਿਆਣਾ ਲਈ, ਬਿਕੋਜ਼ ਅੱਗੇ ਕਿੱਸਾ ਆਏਗਾ ਤੁਹਾਨੂੰ ਮੈਂ ਦੱਸਾਂਗਾ ਡਿਊਰਿੰਗ ਇਹੀ ਮੇਰੀ ਜਰਨੀ ਕਿ ਮੈਂ ਇਹ ਗੱਲ ਕਿਉਂ ਬੋਲੀ ਹੈ ਨਾ, ਕਿਉਂਕਿ ਮੈਨੂੰ 10 ਸਾਲ ਹੋ ਗਏ ਜਾਂਦੇ ਨੂੰ, ਹੈ ਨਾ। ਅੱਜ ਤੱਕ ਮੈਂ ਇਹ ਗੱਲ ਕਦੇ ਨਹੀਂ ਬੋਲੀ ਸੀ ਕਿ ਲਾਈਕ ਇਦਾਂ ਹੋ ਰਿਹਾ ਸੀ, ਹੁੰਦਾ ਸੀ, ਬਟ ਹੈ ਨਾ, ਬਟ ਹੁਣ ਜਦੋਂ ਹਾਂ ਕਿ ਠੀਕ ਹੈ ਮਾੜਾ ਮੋਟਾ ਉਦਾਂ ਹੁੰਦਾ ਰਹਿੰਦਾ, ਵਿਤਕਰਾ ਪਹਿਲਾਂ ਵੀ ਕਰਦੇ ਸੀ, ਬਟ ਜਦੋਂ ਇੱਕ ਇਦਾਂ ਦੀ ਮੁਸੀਬਤ ਪੈ ਰੱਖੀ ਸੀ, ਹੈ ਨਾ, ਕਿ ਤੁਸੀਂ ਹੈਲਪ ਤਾਂ ਕਿਸੇ ਦੀ ਕੀ ਕਰਨੀ, ਹੈ ਨਾ, ਕਿ ਤੁਸੀਂ ਉਲਟਾ ਲੁੱਟ ਰਹੇ ਹੋ, ਹੈ ਨਾ। ਇੱਕ ਹੁੰਦਾ ਕਿ ਫਾਈਨੈਂਸ਼ੀਅਲੀ ਹੈਲਪ ਕਰਨੀ ਆਪਾਂ ਕਿਸੇ ਨੂੰ, ਹੈ ਨਾ, ਇੱਕ ਹੁੰਦਾ ਇਮੋਸ਼ਨਲੀ ਹੈਲਪ ਕਰਨੀ, ਵੀ ਸਾਨੂੰ ਇਮੋਸ਼ਨਲੀ ਜਿੱਦਾਂ ਸਾਡੇ, ਹੈ ਨਾ, ਸਾਡੇ ਸਿਆਣੇ ਬਿਆਣੇ ਕਹਿੰਦੇ ਵੀ ਕੋਈ ਗੱਲ ਨਹੀਂ ਭਾਊ, ਘਬਰਾਉਣਾ ਨਹੀਂ ਹੈ ਨਾ, ਬੰਦਾ ਇੰਨੇ ਕੁ ਨਾਲ ਹੀ, ਹੈ ਨਾ, ਥੋੜਾ ਜਿਹਾ ਹੋ ਜਾਂਦਾ, ਹੈ ਨਾ, ਵੀ ਠੀਕ ਹੈ ਵੀ ਕੋਈ ਚੱਕਰ ਨਹੀਂ ਹੈ, ਵੀ ਯਾਰ ਜਦੋਂ ਇਹ ਲੋਕਲ ਹੈ ਇਹਨਾਂ ਨੂੰ ਪਤਾ ਸਭ ਕੁਝ, ਹੈ ਨਾ, ਜਦੋਂ ਇਹ ਕਹਿ ਰਹੇ ਤਾਂ ਆਪਾਂ ਘਬਰਾਉਣਾ ਨਹੀਂ ਵਾਕਈ, ਹੈ ਨਾ। ਹੁਣ ਇਹ ਨਹੀਂ ਪਤਾ ਮੈਨੂੰ ਕਿ ਉਹਨਾਂ ਦੀ ਕੋਈ ਬਿਜ਼ਨਸ ਟ੍ਰਿਕ ਸੀ, ਕਿਆ ਸੀ ਕਿਆ ਨਹੀਂ, ਕਿ ਡਰਾ ਕੇ ਇਹਨਾਂ ਲੋਕਾਂ ਨੂੰ ਆਪਾਂ ਹੋਰ ਪੈਸੇ ਲੁੱਟੀਏ ਜਾਂ ਕੁਝ ਇਹਨਾਂ ਤੋਂ, ਹੈ ਨਾ, ਵੀ ਉਹਨਾਂ ਜ਼ਿਆਦਾ ਡਰਨਗੇ, ਉਹਨਾਂ ਜ਼ਿਆਦਾ ਸਟਾਕ ਕਰਨਗੇ, ਡਰਾ ਰਹੇ ਸੀ, ਬਿਲਕੁਲ ਡਰਾ ਰਹੇ ਸੀ। ਕਿ ਜਿੱਦਾਂ ਉਹਨਾਂ ਦੀ ਐਕਸੈਂਟ 'ਚ ਤੁਹਾਨੂੰ ਦੱਸਦਾ ਕਿ भाई जी आप तो फंस गए, है ना, आप तो यहाँ पे ना, आप तो गए सारे रस्ते ना। हालांकि उन्होंने भी पता कुछ नहीं सी, कनेक्टिविटी सारी टूट चुकी सी, वो जस्ट अंदाजे मार रहे सी वो, है ना, भी भाई जी फंस गए आप तो, कम से कम 2 महीने नहीं अब यहाँ से हिलोगे आप,
ਮੈਂ ਕਿਹਾ ਮੈਂ ਤਾਂ ਬੈਠਾ ਸੋਚੀ ਬੈਠਾ ਸੀ ਕਿ 2-4 ਦਿਨ ਚੱਲੋ ਹੈ ਨਾ। ਹਾਂ ਤੇ ਮੈਂ ਤਾਂ ਘਰੇ ਵੀ ਲਾਈਕ ਦੱਸਿਆ ਵੀ ਘਰੇ ਵੀ ਮੰਡੇ ਗੱਲ ਹੋਈ ਸੀ, ਬਟ ਮੈਨੂੰ ਨਹੀਂ ਉੱਥੇ ਲਾਈਕ ਫਿਕਰ ਨਹੀਂ ਸੀ ਇੰਨੀ ਹੋ ਰਹੀ ਕਿ ਕਿਉਂਕਿ ਅਸੀਂ ਸੇਫ ਬੈਠੇ ਸੀ ਟੱਚਵੁੱਡ ਹੈ ਨਾ, ਰੱਬ ਦੀ ਦੇਣ ਆਪਾਂ ਘੱਟੋ ਘੱਟ ਉੱਥੇ ਸੇਫ ਸੀ। ਬਸ ਇਹੀ ਸੀ। ਤੇ ਦਿਨ ਲੰਘਦੇ ਗਏ, ਲੈ ਦੇ ਕੇ ਉੱਥੇ ਵੀਰਵਾਰ ਨੂੰ ਲਾਈਕ ਪੁਲਿਸ ਪੁੱਜਦੀ ਹੈ ਉੱਥੇ। ਤੇ ਪੁਲਿਸ ਵੀ ਜਿਹੜੀ ਉੱਥੇ ਪੁੱਜਦੀ ਹੈ ਉਹ ਕੋਈ ਲਾਈਕ ਐਦਾਂ ਨਹੀਂ ਕਿ ਆਪਣੀ ਵੀ ਔਨ ਵੀ ਕਹਿ ਲਓ ਕਿ ਇੱਕ ਤਰੀਕੇ ਨਾਲ ਵੀ ਜਿੱਦਾਂ ਹੁੰਦੇ ਨਾ ਕਿ ਰੈਸਕਿਊ ਕਰਨਾ ਹੈ ਨਾ, ਉਹ ਕੋਈ ਰੈਸਕਿਊ ਕਰਨੀ ਹੈ। ਜਦੋਂ ਪਤਾ ਲੱਗਿਆ ਸਾਨੂੰ ਸਾਡੇ ਹੋਟਲ 'ਚ ਕੋਈ ਇੱਕ ਕਪਲ ਰੁਕਿਆ ਹੋਇਆ ਸੀ, ਉਹ ਕਪਲ ਦੇ ਨਾਮ ਤੇ ਜਿਹੜਾ ਇਹਦਾ ਹੈਗਾ ਗਵਰਨਰ ਆਫਿਸ ਹਿਮਾਚਲ ਦਾ, ਉੱਥੇ ਫੋਨ ਆਇਆ ਸੀ। ਤੇ ਉਹ ਗਵਰਨਰ ਜਿਹੜਾ ਆਫਿਸ ਹਿਮਾਚਲ ਦਾ, ਉਹਨਾਂ ਨੇ ਅੱਗੇ ਜਿਹੜਾ ਇਹ ਥਾਣਾ ਹੋਣਾ ਉੱਥੇ ਇਹਨਾਂ ਨੂੰ ਕੰਟੈਕਟ ਕੀਤਾ ਹੋਣਾ, ਕਿਉਂਕਿ ਮੇਰੇ ਹਿਸਾਬ ਨਾਲ ਇਹਨਾਂ ਦਾ ਲੈਂਡਲਾਈਨ ਵਗੈਰਾ ਜਾਂ ਕੁਛ ਵੀ ਵਾਇਰਲੈਸ ਵਗੈਰਾ ਉਹ ਤਾਂ ਕੁਛ ਇਦਾਂ ਦਾ ਕੁਛ ਹੋਣਾ, ਜਾਂ ਰੋਕਾ ਭੇਜਣਾ ਉਹਨਾਂ ਨੇ ਕੁਛ ਨਾ ਕੁਛ ਹੈ ਨਾ। ਬਿਲਕੁਲ। ਤੇ ਉਹ ਤਾਂ ਪੁਲਿਸ ਉੱਥੇ ਆਈ ਸੀ। ਉਹ ਕਹਿ ਲਓ ਕਿ ਕਿਸਮਤ ਵੀ ਅੱਛੀ ਸੀ ਸਾਡੀ ਕਿ ਉਹ ਜਿਹੜਾ ਬੰਦਾ ਸੀ ਉਹ ਸਾਡੇ ਹੋਟਲ 'ਚ ਹੀ ਮੇਰੇ ਹੋਟਲ 'ਚ ਜਿੱਥੇ ਮੈਂ ਰੁਕਿਆ ਸੀ ਉੱਥੇ ਰੁਕਿਆ ਹੋਇਆ ਸੀ। ਜਦੋਂ ਪੁਲਿਸ ਵਾਲਾ ਉੱਥੇ ਆਇਆ ਤਾਂ ਉਹਨਾਂ ਉੱਥੇ ਆ ਕੇ ਜਿਹੜੀ ਆਪਣੀ ਹੈ ਲਾਈਕ ਉਹ ਆਇਡੈਂਟੀਫਿਕੇਸ਼ਨ ਛਾਣਬੀਣ ਕਰਨੀ ਸਟਾਰਟ ਕੀਤੀ। ਉਹਨਾਂ ਨਾਮ ਪੁੱਛਿਆ ਉਹ ਬੰਦੇ ਦਾ ਵੀ ਇੱਦਾਂ ਕਰਕੇ ਵੀ ਫਲਾਣਾ ਬੰਦਾ ਇੱਥੇ ਰੁਕਿਆ ਹੋਇਆ। ਤੇ ਮੈਂ ਬਾਈ ਚਾਂਸ ਉੱਥੇ ਨੀਚੇ ਹੀ ਘੁੰਮ ਰਿਹਾ ਸੀ। ਤੇ ਮੈਂ ਫਿਰ ਉਹ ਪਹਿਲਾਂ ਤਾਂ ਉਹਨੂੰ ਪੁੱਛਿਆ, ਮੈਂ ਕਿਹਾ ਬਾਈ ਵੀ ਤੁਸੀਂ ਦੱਸੋ ਤੁਸੀਂ ਆਏ ਕਿਵੇਂ ਹੋ ਹੈ ਨਾ। ਉਹ ਕਹਿੰਦਾ ਕਿ ਆਪਾਂ ਬਾਏ ਰੋਡ ਆਏ, ਪੈਦਲ ਆਏ ਹੈ ਨਾ। ਤੇ ਮੈਂ ਫਿਰ ਉਹਨੂੰ ਇਹੀ ਪੁੱਛਿਆ, ਮੈਂ ਕਿਹਾ ਵੀ ਜਿਵੇਂ ਆਪਾਂ ਮੈਂ ਕਿਹਾ ਨਿਕਲ ਜਾਓਗੇ, ਕਹਿੰਦਾ ਵੀ ਥੋੜਾ ਔਖਾ ਆ ਨਾ, ਵੀ ਅਸੀਂ ਤਾਂ ਲੋਕਲ ਆ ਵੀ ਸਾਨੂੰ ਪਤਾ ਆ। ਉਹ ਕਹਿੰਦਾ ਬਟ ਇਦਾਂ ਦੀ ਗੱਲ ਨਹੀਂ ਕਿ ਤੁਸੀਂ ਨਿਕਲ ਜਾਓਗੇ, ਤੁਹਾਡੇ ਕੋਲ ਜ਼ਿਆਦਾ ਵੇਟ ਵੂਟ ਨਾ ਹੋਵੇ, ਤੁਸੀਂ ਨਿਕਲ ਜਾਓਗੇ ਹੈ ਨਾ। ਤੇ ਮੈਂ ਤੁਹਾਨੂੰ ਦੱਸਿਆ ਜਿਹੜਾ ਮੈਨੂੰ ਨਾਲ ਦਾ ਇੱਕ ਹੋਰ ਉੱਥੇ ਆਪਣਾ ਪੰਜਾਬੀ ਭਾਈ ਮਿਲਿਆ ਸੀ ਨਾ, ਤੇ ਮੈਂ ਉਹਨੂੰ ਥੋੜੀ ਜਿਹੀ ਜਾ ਕੇ ਆਰ ਲਾਈ। ਮੈਂ ਕਿਹਾ ਬਾਈ ਇੱਦਾਂ ਕਰਕੇ ਵੀ ਬੰਦੇ ਪੁਲਿਸ ਵਾਲੇ ਨੀਚੇ ਆ ਗਏ ਹੋਏ, ਜਦੋਂ ਇਹ ਆ ਗਏ ਮੈਂ ਕਿਹਾ ਆਪਾਂ ਵੀ ਜਾ ਸਕਦੇ ਹਾਂ। ਤੂੰ ਮੈਂ ਕਿਹਾ ਚੱਕ ਸਮਾਨ ਵੀ ਆਪਾਂ ਇੱਥੋਂ ਨਿਕਲਦੇ ਹਾਂ ਨਾ। ਤੇ ਉੱਥੋਂ ਫਿਰ ਆਪਾਂ ਸਮਾਨ ਚੱਕ ਕੇ ਆਪਣਾ ਰਾਬਤਾ ਆਪਾਂ ਰਸਤੇ ਵੱਲ ਨੂੰ ਕਰ ਲਿਆ, ਕਿਉਂਕਿ ਪੈਸੇ ਵੀ ਮੁੱਕੇ ਪਏ ਸੀ। ਕਿ ਐਕਚੁਅਲੀ ਤੁਹਾਨੂੰ ਦੱਸਿਆ ਕਿ ਆਪਾਂ ਹੋਟਲ ਵਾਲੇ ਤੋਂ ਪੈਸੇ ਉਧਾਰ ਮੰਗੇ ਸੀ ਵਿੱਚ ਨਾ, ਉਹਨੇ ਅਰਾਊਂਡ ਸਾਨੂੰ 4000 ਰੁਪਏ ਵਿਚਾਰੇ ਨੇ ਦਿੱਤਾ ਸੀ ਉਹਨੇ ਉਧਾਰ। ਤੇ ਉਹ 4000 ਸਾਡਾ ਖਤਮ ਹੁੰਦੇ ਜਾਣੀ ਕਿ ਜਿਹੜੇ ਮੇਰੇ ਕੋਲ ਟੋਟਲ ਪੈਸੇ ਬਾਅਦ 'ਚ ਬਚੇ ਸੀ ਉਹ ਅਰਾਊਂਡ ਉਹੀ 1300 ਰੁਪਏ ਬਚਿਆ ਸੀ ਜੇਬ 'ਚ। ਅੱਛਾ। ਹਾਂ 1300 ਰੁਪਏ ਬਚਿਆ ਸੀ। ਤੇ ਉਹ ਫਿਰ ਜਦੋਂ ਆਪਾਂ ਉੱਥੋਂ ਚਾਲੇ ਪਏ ਵਾਪਸੀ ਦੇ ਨਾ, ਹੁਣ ਸਾਨੂੰ ਜਦੋਂ ਹੌਲੀ ਹੌਲੀ ਵਿੱਚ ਆਪਾਂ ਇਨਕੁਆਇਰੀ ਕਰਦੇ ਗਏ ਰਸਤੇ ਦੀ ਕਿ ਘੱਟੋ ਘੱਟ ਪੁੱਛਤਾ ਰਹੀਏ ਲੋਕਾਂ ਤੋਂ ਹੈ ਨਾ, ਤੇ ਸਾਨੂੰ ਰਸਤਾ ਦੱਸਣ ਵਾਲੇ ਬਹੁਤ ਘੱਟ ਮਿਲੇ ਔਰ ਫਿਰ ਉੱਥੇ ਡਰਾਉਣ ਵਾਲੇ ਬਹੁਤ ਜ਼ਿਆਦਾ ਮਿਲੇ ਹੈ ਨਾ। ਕਿਵੇਂ ਡਰਾਉਂਦੇ ਸੀ? डराते ਐਵੇਂ ਸੀ कि भाई जी आप अकेले नहीं कर पाओगे रास्ता है ना, कि ऐसे हमारे यहाँ से पॉटर जाते हैं, पॉटर बोलते कितने ना उन्होंने जिदा ट्रांसपोर्टर ਦਾ ਸ਼ਾਰਟ ਫਾਰਮ ਆ ਗਈ ਪੋਰਟਰ ਹੈ ਨਾ, ਕਿ ਸਾਡੇ ਪੋਰਟਰ ਆਏ ਥੇ ਤੁਸੀਂ ਪੋਰਟਰ ਲੈ ਲਓ ਹੈ ਨਾ। ਤੇ ਪੋਰਟਰ ਮੈਂ ਕਿਹਾ ਚਲੋ ਪੋਰਟਰ ਲੈ ਲੈਣੇ ਹੋਊਗਾ, ਮੈਂ ਕਿਹਾ 200-250 ਰੁਪਏ ਦਾ ਕਿੰਨੇ ਦਾ ਪੋਰਟਰ ਹੋਊਗਾ ਹੈ ਨਾ। ਹਾਲਾਂਕਿ 500 ਰੁਪਏ ਵੀ ਸਾਡੇ ਲਈ ਬਹੁਤ ਜ਼ਿਆਦਾ ਸੀ, ਕਿਉਂ ਦੱਸਿਆ ਸਾਡੇ ਕੋਲ ਤਾਂ ਪੈਸੇ ਹੀ ਨਹੀਂ ਬਚੇ ਸੀ ਹੈ ਨਾ। ਤੇ ਬਟ ਆਪਾਂ ਜਦੋਂ ਉੱਥੇ ਪੋਰਟਰ ਦਾ ਪਤਾ ਕੀਤਾ, ਪੋਰਟਰ ਆਵਾਜ਼ ਲਈ ਕਿ ਉਹ ਪੁੱਛ ਰਹੇ ਸੀ, ਉਹਨੇ ਸਾਨੂੰ ਕਿਹਾ ਵੀ 5000 ਰੁਪਏ ਪਰ ਪਰਸਨ। ਅੱਛਾ ਹੈ ਨਾ। ਤੇ ਉਹਨੇ ਦੇਖਿਆ ਵੀ 2 ਬੰਦੇ, ਕਹਿੰਦਾ ਤੁਸੀਂ 2 ਆ ਤੁਸੀਂ 8 ਦੇ ਦਿਓ ਹੈ ਨਾ ਲਾਈਕ। ਠੀਕ ਹੈ। ਔਰ 15-20 ਕਿਲੋਮੀਟਰ ਨੂੰ ਸਾਡੇ ਨਾਲ ਜਾਣਾ ਸੀ, ਸਾਨੂੰ ਰਸਤਾ ਦੱਸਣਾ ਸੀ। ਤੇ ਸਾਡੇ ਜਿਹੜੇ ਬੈਗ ਸੀ ਅਰਾਊਂਡ 10 ਜਾਂ 15 ਕਿਲੋਮੀਟਰ 15 ਕਿਲੋ ਭਾਰ ਸੀ ਪਹਿਲੇ ਕਿਲੋਗ੍ਰਾਮ ਹੈ ਨਾ, ਉਹਨੇ ਚੱਕਣਾ ਸੀ ਸਾਡਾ। ਤੇ ਉਹਦੇ ਲਈ 6-6000 8-8000 ਰੁਪਏ 10-10000 ਰੁਪਏ ਮੰਗ ਰਹੇ ਸੀ ਪਰ ਪਰਸਨ। 5000 ਰੁਪਏ ਸੀ ਜਿਹੜਾ ਉਹਦਾ ਸਟੈਂਡਰਡ ਪ੍ਰਾਈਸ ਸੀ। ਤੇ ਮੈਂ ਫਿਰ ਉਹਨੂੰ ਇਹੀ ਕਿਹਾ, ਮੈਂ ਕਿਹਾ ਸਾਡੇ ਕੋਲ ਤਾਂ ਯਾਰ ਵੀ ਪਹਿਲੇ ਹੀ ਪੈਸੇ ਨਹੀਂ ਆ, ਤੁਸੀਂ ਵੀ ਹਰ ਪਾਸੇ। ਔਰ ਓਬਵੀਅਸਲੀ ਗੱਲ ਆ, ਉਹ ਬੰਦਾ ਉਹ ਜਿਹੜੀ ਸੀ ਉਹ ਮੰਗੀ ਕੈਸ਼ ਰਹੇ ਸੀ ਹੈ ਨਾ। ਜੇ ਕੈਸ਼ ਨਹੀਂ ਹੈ ਤਾਂ ਗੱਲ ਖਤਮ, ਫਿਰ ਤੁਸੀਂ ਆਪਣਾ ਰਸਤਾ ਨਾਪੋ ਹੈ ਨਾ ਤੁਸੀਂ ਜਾ ਕੇ। ਪਹਿਲਾਂ ਹੀ ਅਸੀਂ ਫਿਰ ਆਪਣੀ ਆਸ ਹੀ ਛੱਡਤੀ ਕਿ ਨਹੀਂ ਬਾਈ ਇਹ ਤਾਂ ਹੁਣ ਆਪ ਹੀ ਦੇਖਣਾ ਪੈਣਾ। ਫਿਰ ਯਾਨੀ ਕਿ ਉੱਥੋਂ ਅਸੀਂ ਪੈਦਲ ਚੱਲੇ। ਹੁਣ ਸਾਨੂੰ ਦੱਸਿਆ ਗਿਆ ਸੀ ਕਿ ਅਰਾਊਂਡ 15-20 ਕਿਲੋਮੀਟਰ 25 ਕਿਲੋਮੀਟਰ ਹੋਊਗਾ ਹੈ ਨਾ, ਜਿਹੜਾ ਮਨੀਕੰਡ ਤੱਕ ਸੀ ਰਸਤਾ ਹੈ ਨਾ। ਮਨੀਕੰਡ ਤੋਂ 3 ਕਿਲੋਮੀਟਰ ਪਹਿਲਾਂ ਫਿਰ ਸਾਨੂੰ ਦੱਸਿਆ ਸੀ ਉੱਥੇ ਕਹਿੰਦੇ ਕਿ ਉੱਥੋਂ ਟੈਕਸੀ ਜਾਂਦੀ ਫਿਰ ਅੱਗੇ। ਤੇ ਅਸੀਂ ਉੱਥੇ ਤੱਕ ਫਿਰ ਪੈਦਲ ਆਏ ਹੈ ਨਾ। ਤੇ ਪੈਦਲ ਰਸਤੇ ਵਿੱਚ ਲਾਈਕ ਉਹ ਛੋਟੀ ਜਿਹੀ ਜਿਵੇਂ ਆਪਣਾ ਛੋਟੀ ਜਿਹੀ ਪਗਡੰਡੀ ਸੀ ਹੈ ਨਾ। ਤੇ ਜਿਵੇਂ ਭੇਡਾਂ ਦੀ ਚਰਾਹਾ ਜਿਹਾ ਹੁੰਦਾ ਨਾ ਰਸਤਾ, ਉਹ ਰਸਤਾ ਸੀ। ਫਿਰ ਆਪਾਂ ਉਸ ਯਾਨੀ ਕਿ ਉੱਥੋਂ ਆਪਾਂ ਪੈਦਲ ਆਏ ਫਿਰ ਰਸਤੇ ਤੋਂ। ਅੱਛਾ ਕਿੰਨੇ ਕਿਲੋਮੀਟਰ ਸੀ ਬਈ? ਇੱਕ ਯਾਨੀ ਕਿ ਉਸ ਪਹਿਲੇ ਦਿਨ ਆਪਾਂ ਉੱਥੋਂ 12 ਵਜੇ ਚੱਲੇ। ਤੇ ਅਸੀਂ ਅਰਾਊਂਡ ਮੇਰੇ ਕੋਲ ਫੋਨ 'ਚ ਹੁਣ ਵੀ ਐਸੇ ਹੈ ਨਾ ਜਿਹੜਾ ਹੈਲਥ ਡਾਟਾ ਹੁੰਦਾ ਨਾ ਉਹ 'ਚ ਪਏ ਆ ਪ੍ਰੋਪਰ ਹੋ ਜਾਂਦਾ। ਮੈਂ ਪਹਿਲੀ ਵਾਰ ਇਹਨਾਂ ਚੱਲਿਆ ਹੋਣਾ ਉਹ ਵੀ ਪਹਾੜਾਂ 'ਚ। ਤੇ ਮੈਂ 22 ਕਿਲੋਮੀਟਰ ਚੱਲਿਆ ਉਸ ਦਿਨ ਪਹਿਲੇ ਦਿਨ ਨਾ। ਅੱਛਾ। ਤੇ ਜਦੋਂ ਉਹ ਆਪਾਂ ਚੱਲ ਕੇ ਸਾਰਾ ਪਹਾੜੀ ਰਸਤਾ ਸੀ, ਪਹਾੜੀ ਰਸਤਾ ਚੱਲ ਕੇ ਜਦੋਂ ਆਪਾਂ ਇੱਕ ਜਿਹੜੀ ਫਿਰ ਲਿੰਕ ਰੋਡ ਸੀ ਹੈ ਨਾ, ਜਿਹੜੀ ਉਹ ਮਨੀਕੰਡ ਵਾਲੀ ਜਿਹੜੀ ਰੋਡ ਹੈ ਪ੍ਰੋਪਰ ਜਿਹੜੀ ਅੱਗੇ ਆ ਜਾਂਦੀ ਹੈ ਨਾ, ਉਹ ਅਸੀਂ ਉਹ ਰੋਡ ਤੇ ਪਹੁੰਚ ਜਾਂਦੇ ਹਾਂ ਫਿਰ ਹੈ ਨਾ। ਉਹ ਰੋਡ ਤੋਂ ਫਿਰ ਥੋੜਾ ਜਿਹਾ ਜਦੋਂ ਉੱਥੇ ਪਹੁੰਚਦੇ ਹਾਂ, ਉੱਥੇ ਫਿਰ ਸਾਨੂੰ ਫਿਰ ਅੱਗੇ ਆਪਣਾ ਦੇਖਦੇ ਆਪਾਂ ਜਾ ਕੇ ਉੱਥੇ ਟੈਕਸੀਆਂ ਜਿਹੜੀਆਂ ਅਲਟੋ ਹੀ ਚੱਲਦੀਆਂ ਜ਼ਿਆਦਾ ਉੱਥੇ। ਤੇ ਅਲਟੋ ਟੈਕਸੀਆਂ ਐਜ਼ ਏ ਟੈਕਸੀਆਂ ਬੰਦੇ ਜਾ ਰਹੇ ਸੀ ਅੱਗੇ ਲੈ ਕੇ। ਫਿਰ ਉਹ ਤੇ ਉਹ ਅੱਗੇ 3-4 ਕਿਲੋਮੀਟਰ ਦਾ ਸੀ ਜਿਹੜਾ ਉਹ ਰਾਹ ਸੀ ਨਾ। ਤੇ ਉਹ ਟੈਕਸੀ ਵਾਲੇ ਅਰਾਊਂਡ 600 ਰੁਪਇਆ 700 ਰੁਪਇਆ ਸਿਰਫ 3-4 ਕਿਲੋਮੀਟਰ ਦਾ। ਅੱਛਾ ਹੈ ਨਾ।
ਭਈ ਇੱਥੇ ਤੁਹਾਨੂੰ ਇੰਨਾ ਦੌਰਾਨ ਪੰਜਾਬ ਬੜਾ ਯਾਦ ਆਇਆ ਹੋਣਾ, ਤੁਸੀਂ ਉਹਨਾਂ ਦੀ ਗੱਲ ਕਰ ਰਹੇ ਸੀ ਵੀ ਸਾਨੂੰ ਉੱਥੋਂ ਤੱਕ ਛੱਡਣ ਦਾ 5000, ਸਾਡੇ ਵਾਲੇ ਐਵੇਂ ਹੀ ਚੜ ਜਾਂਦੇ ਆ, ਪਿੰਡ ਤੱਕ ਛੱਡੇ ਹੁੰਦੇ ਉਹਦੇ ਪਹਿਲਾਂ ਬੱਸ ਤੇ ਹੋਣਾ ਪਵੇ। ਪੰਜਾਬ ਤਾਂ ਸਾਨੂੰ ਉੱਥੇ ਹੀ ਜਦੋਂ ਨਾ ਤੁਹਾਨੂੰ ਦੱਸਿਆ ਨਾ ਕਿ ਜਦੋਂ ਚਾਹ ਦਾ ਕੱਪ ਵੀ ਲਾਈਕ ਹੈ ਨਾ, ਹਾਂ ਵੀ ਇੱਕ ਸਾਨੂੰ ਕਿਸੇ ਦਾ ਅਹਿਸਾਨ ਲੱਗ ਰਿਹਾ ਸੀ ਉੱਤੇ ਹੈ ਨਾ, ਤੇ ਮੈਂ ਸੋਚਦਾ ਸਾਡੇ ਤਾਂ ਮੈਂ ਕਿ ਲੰਗਰਾਂ ਦੇ ਲੰਗਰ ਲੱਗੇ ਹੁੰਦੇ ਹੈ ਨਾ, ਚਾਹ ਦਾ ਕੀ ਦੁੱਧ ਦਾ ਕੀ ਹੈ ਨਾ, ਵੀ ਘੱਟੋ ਘੱਟ ਇਹ ਚੀਜ਼ ਦੀ ਕਮੀ ਨਹੀਂ ਫੀਲ ਆਉਣ ਦੇਣੀ ਸੀ ਆਪਣੇ ਪੰਜਾਬੀਆਂ ਨੇ ਨਾ, ਰੋਟੀ ਪਾਣੀ ਦੀ ਨਹੀਂ ਕਮੀ ਆਉਣ ਰੋਟੀ ਪਾਣੀ ਦੀ ਕੀ ਆ, ਦਲਾਸੇ ਵੀ ਦੇਣੇ ਸੀ ਲੋਕਾਂ ਨੂੰ ਉਲਟੇ ਹੈ ਨਾ, ਹਾਂ ਤੇ ਕੋਈ ਨਹੀਂ ਐਦਾਂ ਦੀ ਗੱਲ ਨਹੀਂ ਕੋਈ, ਘੱਟੋ ਘੱਟ ਅਸੀਂ ਉਹਨਾਂ ਲੋਕਾਂ ਨੂੰ ਸੁਣਾਈਆਂ ਸਾਰੇ ਟੌਂਟ, ਅਸੀਂ ਵੈਸੇ ਵਿੱਚ ਮਾਰਦੇ ਰਹੇ, ਹਾਲਾਂਕਿ ਕੁੱਟ ਤੋਂ ਡਰ ਵੀ ਲੱਗ ਰਿਹਾ ਸੀ ਕਿ ਕਿਤੇ ਸਾਡੇ ਵਰਗੇ ਥਾਪੜੀ ਨਾ ਝਾੜ ਦੇਣ, ਬਟ ਅਸੀਂ ਉਹਨਾਂ ਨੂੰ ਸੁਣਾਉਂਦੇ ਰਹੇ ਕਿ ਸਾਡਾ ਜੇ ਪੰਜਾਬ 'ਚ ਕਿਤੇ ਵੀ ਐਦਾਂ ਦਾ ਹੁੰਦਾ ਨਾ, ਤੇ ਮੈਂ ਉਹਨਾਂ ਨੂੰ ਇਹ ਵੀ ਗੱਲ ਕਹੀ ਕਿ ਮੈਨੂੰ ਲੱਗਦਾ ਹੈ ਆਪਣੇ ਨਾਲ ਦੇ ਨਾਲ ਚਲੋ ਗੱਲਾਂ ਕਰ ਰਿਹਾ ਸੀ ਮੈਂ ਕਿ ਵੀ ਸਾਡੇ ਵੀ ਮੈਨੂੰ ਲੱਗਦਾ ਕੁਛ ਨਾ ਵੇਖੋ, ਸਾਨੂੰ ਪਤਾ ਨਹੀਂ ਲੱਗ ਰਿਹਾ ਸੀ, ਤੁਹਾਨੂੰ ਦੱਸਿਆ ਕਿ ਕਨੈਕਟੀਵਿਟੀ ਤਾਂ ਜ਼ੀਰੋ ਸੀ। ਮੈਂ ਨਾਲ ਦੇ ਨੂੰ ਇਹੀ ਕਹਿ ਰਿਹਾ ਸੀ ਕਿ ਮੈਂ ਕਿਹਾ ਯਾਰ ਸਾਡੇ ਵਾਲੇ ਵੀ ਨਾ ਕਿਤੇ ਪਾਸੇ ਫਸੇ ਹੋਣੇ, ਆਪਣੇ ਵੀ ਕੋਈ ਨਾ ਕੋਈ ਮੈਨੂੰ ਲੱਗਦਾ ਹੜ੍ਹ ਹੋਣ ਵਾਲਾ ਚੱਕਰ ਪੈ ਗਿਆ ਹੋਣਾ ਯਾਰ, ਮੈਂ ਕਿਹਾ ਨਹੀਂ ਤਾਂ ਆਪਣੇ ਵਾਲਿਆਂ ਨੇ ਕੁਛ ਨਾ ਕੁਛ ਆਪਣਾ ਟੈਂਡ ਫੋੜੀ ਚੱਕ ਕੇ ਇੱਥੇ ਪੁੱਜ ਜਾਣਾ ਸੀ ਸੇਵਾ ਕਰਨ ਨਾ। ਦੇਖੋ ਮੈਂ ਇੱਥੇ ਥੋੜੀ ਜਿਹੀ ਇਹਨਾਂ ਦੀ ਗੱਲ ਨੂੰ ਜੋੜੂੰਗੀ, ਸਾਡੇ ਨਾ ਜਦੋਂ ਘਰਾਂ ਦੇ ਵਿੱਚ ਕੋਈ ਕਰੀਬੀ ਦੀ ਮੌਤ ਵੀ ਹੁੰਦੀ ਹੈ ਨਾ, ਸਾਡੇ ਦਿਲ ਦੇ ਵਿੱਚ ਇੱਕ ਵਾਈਬ ਆਉਂਦੀ ਹੈ ਸਾਨੂੰ, ਹਨਾ। ਬਿਲਕੁਲ ਜਦੋਂ ਵੀ ਡੈਥ ਬਾਰੇ ਘਰ ਦੇ ਵਿੱਚ ਕਿਸੇ ਉਹਦੇ ਕਰੀਬੀ ਨੂੰ ਪਤਾ ਲੱਗਦਾ ਤਾਂ ਉਹਦਾ ਕਹਿਣਾ ਹੁੰਦਾ ਹੈ ਕਿ ਮੈਨੂੰ ਨਾ ਰਾਤ ਦਾ ਹੀ ਮਹਿਸੂਸ ਜਾ ਹੋਈ ਜਾਂਦਾ ਸੀ, ਤੇ ਵੀਰ ਨੂੰ ਪੰਜਾਬ ਲਈ ਉਹ ਚੀਜ਼ ਮਹਿਸੂਸ ਹੋਈ ਕਿ ਸਾਡੇ ਵਾਲੇ ਵੀ ਕਿਤੇ ਫਸੇ ਹੋਣੇ ਆ, ਨਹੀਂ ਉਹਨਾਂ ਪਹੁੰਚ ਜਾਣਾ ਸੀ। ਉਹਨਾਂ ਨੂੰ ਇਹ ਚੀਜ਼ਾਂ ਤਾਂ ਹੀ ਮੈਟਰ ਨਹੀਂ ਕਰਦਾ ਵੀ ਇਹ ਪੰਜਾਬ ਨਹੀਂ ਹਿਮਾਚਲ ਆ ਜਾਂ ਹਰਿਆਣਾ ਹੈ, ਉਹਨਾਂ ਤੇ ਬਾਹਰਲੇ ਮੁਲਕਾਂ 'ਚ ਜਾ ਕੇ ਵੀ ਇਹੀ ਕੰਮ ਕਰਨਾ ਹੁੰਦਾ। ਬਿਲਕੁਲ। ਤੇ ਅੱਛਾ ਜੀ, ਫਿਰ ਤੁਹਾਨੂੰ ਪਤਾ ਇਹਦੇ 'ਚ ਕੋਈ ਸ਼ੇਖੀ ਤਾਂ ਨਹੀਂ ਹੈ ਨਾ, ਚਾਹੇ ਜਿੱਥੇ ਮਰਜ਼ੀ ਹੈ ਪੰਜਾਬੀ ਤੁਸੀਂ ਦੇਖਿਆ, ਚਾਹੇ ਜਿੱਥੇ ਮਰਜ਼ੀ ਹੜ੍ਹ ਆਏ, ਜਿਵੇਂ ਉੱਤਰਾਖੰਡ 'ਚ ਵੀ ਹੈ ਨਾ ਕਿੰਨਾ ਹੋਇਆ ਸੀ, ਤਾਮਿਲਨਾਡੂ ਵਗੈਰਾ 'ਚ, ਗੁਜਰਾਤ 'ਚ ਕਿਤੇ ਵੀ ਹੈ ਨਾ ਡਿਜ਼ਾਸਟਰ ਕਿਤੇ ਵੀ ਹੋਇਆ ਮੇਰੇ ਹਿਸਾਬ ਨਾਲ। ਹੁਣ ਤਾਂ ਆਪਾਂ ਦੇਖਦੇ ਕਿ ਪੂਰੀ ਦੁਨੀਆ 'ਚ ਹੀ ਹੈ ਨਾ ਵੀ ਕਿਤੇ ਵੀ ਹੋਵੇ ਘੱਟੋ ਘੱਟ ਇੱਕ ਵੀ ਦੇਖਣ ਨੂੰ ਮਿਲ ਜਾਂਦੇ ਆਪਣੇ ਪੰਜਾਬੀ ਹੈ ਨਾ। ਇੱਕ ਜਿਵੇਂ ਮੇਰਾ ਛੋਟੀ ਜਿਹੀ ਗੱਲ ਵਿੱਚ ਮੈਂ ਜੋੜਨਾ ਚਾਹੂੰਗਾ, ਇੱਕ ਮੇਰਾ ਲਾਈਕ ਹੈ ਨਾ ਲਾਈਕ ਬ੍ਰਦਰ ਇਨ ਲਾਅ ਹੈ, ਉਹ ਆਸਟ੍ਰੇਲੀਆ 'ਚ ਨੇ ਹੈ ਨਾ, ਤੇ ਉਹ ਕਹਿੰਦਾ ਵੀ ਸਾਨੂੰ ਇੱਥੇ ਕਹਿੰਦਾ ਹੁਣ ਆਸਟ੍ਰੇਲੀਆ 'ਚ ਸਾਨੂੰ ਕਿਵੇਂ ਜਾਣਾ ਜਾਂਦਾ ਨਾ, ਕਹਿੰਦਾ ਸਾਨੂੰ ਜਿਵੇਂ ਕੋਈ ਬੰਦਾ ਦੇਖ ਲਵੇ ਨਾ ਤੇ ਉਹ ਕਹਿੰਦੇ ਵੀ ਉਹ ਉਹਨਾਂ ਨੂੰ ਲਾਈਕ ਆਪਣੇ ਐਕਸੈਂਟ 'ਚ ਬੋਲਦੇ ਲੰਗਰ ਹੈ ਨਾ, ਫ੍ਰੀ ਲੰਗਰ ਹੈ ਨਾ, ਵੀ ਉਹ ਕਹਿੰਦਾ ਸਾਨੂੰ ਵੀ ਫ੍ਰੀ ਫੂਡ ਫ੍ਰੀ ਹੈ ਨਾ, ਵੀ ਲੰਗਰ ਦੇ ਨਾਮ ਤੋਂ ਜਾਣਦੇ ਹੈ ਨਾ, ਵੀ ਇਹ ਲੋਕ ਲੰਗਰ ਵਾਲੇ ਉਹ ਲੋਕ ਨੇ ਹੈ ਨਾ। ਅੱਛਾ ਜਦੋਂ ਤੁਸੀਂ ਉਹਨਾਂ ਨੂੰ ਇਹ ਟੌਂਟ ਜੇ ਸੁਣਾਉਂਦੇ ਸੀ ਤਾਂ ਅੱਗੋਂ ਉਹਨਾਂ ਦਾ ਰਿਐਕਸ਼ਨ ਤਾਂ ਹੁੰਦਾ ਹੋਊਗਾ ਓਬਵੀਅਸਲੀ, ਵੀ ਪਸੰਦ ਤਾਂ ਨਹੀਂ ਕਰਦੇ ਹੋਣੇ ਉਹ ਇਹ ਚੀਜ਼ ਨੂੰ, ਵੀ ਤੁਸੀਂ ਕਹਿੰਦੇ ਹੋਵੋਗੇ ਪਸੰਦ ਸਾਡੇ ਤਾਂ ਓਬਵੀਅਸਲੀ ਉਹ ਇਹ ਚੀਜ਼ ਨੂੰ ਇਹੀ ਐਡਵੋਕੇਟ ਕਰਦੇ ਸੀ ਕਿ ਤੁਸੀਂ ਵੀ ਜਿਹੜੇ ਪੰਜਾਬੀ ਹੋ ਤੁਸੀਂ ਆਪਣਾ ਵੀ ਇਹ ਚੀਜ਼ ਦੀ ਵੀ ਅਗਰ ਤੁਸੀਂ ਕਰਦੇ ਹੋ ਤਾਂ ਸੁਣਾ ਦਿਓ ਹੈ ਨਾ, ਕਿਉਂ ਹੈ ਨਾ, ਵੀ ਕਿਉਂ ਸ਼ੇਖੀ ਮਾਰਦੇ ਹੋ ਹੈ ਨਾ ਇਹਦੀ, ਵੀ ਸੁਣਾ ਦਿਓ ਤਾਂ ਸੇਵਾ ਇਹ ਤਾਂ ਕਰੀ ਜਾਓ, ਵੀ ਕਿਉਂ ਸੁਣਾ ਰਹੇ ਹੋ ਨਾ, ਤੇ ਕਿ ਸ਼ੋਅ ਆਫ ਤੁਸੀਂ ਕਿਉਂ ਕਰਦੇ ਹੋ ਹੈ ਨਾ। ਤੇ ਮੈਂ ਫਿਰ ਓਬਵੀਅਸਲੀ ਗੱਲ ਹੈ, ਮੈਂ ਉਹਨੂੰ ਇਹੀ ਗੱਲ ਕਹੀ, ਮੈਂ ਕਿਹਾ ਜੇ ਇਹ ਸ਼ੋਅ ਆਫ ਹੀ ਹੈ ਨਾ, ਜੇ ਸ਼ੋਅ ਆਫ ਹੈ ਨਾ ਵੀ ਭਰਾਵਾ ਤੁਸੀਂ ਵੀ ਕਰ ਲਓ, ਤੁਸੀਂ ਵੀ ਕਰਕੇ ਦਿਖਾਓ, ਸ਼ੋਅ ਆਫ ਸਾਰੇ ਕਰੋ ਹੈ ਨਾ, ਇਦਾਂ ਦਾ ਸ਼ੋਅ ਆਫ ਤਾਂ ਪੂਰੀ ਦੁਨੀਆ ਕਰੇ ਹੈ ਨਾ, ਫਿਰ ਤਾਂ ਯਾਨੀ ਕਿ ਦੁੱਖ ਦਰਦ ਦੀ ਦੁਨੀਆ ਸਾਰੇ ਖਤਮ ਹੋਣੀ, ਇਦਾਂ ਦਾ ਸ਼ੋਅ ਆਫ ਸਾਰੇ ਕਰਨੇ ਨਾ। ਤੁਸੀਂ ਦਰਦ ਵੰਡੋ ਕਿਸੇ ਦਾ ਤਾਂ ਹੈ ਨਾ, ਤਾਂ ਉਹਦੇ 'ਚ ਮੇਰੇ ਹਿਸਾਬ ਨਾਲ ਘਾਟਾ ਹੀ ਕੀ ਹੈ ਨਾ। ਹਾਂ ਬਿਲਕੁਲ। ਅੱਛਾ ਫਿਰ ਉਧਰੋਂ ਤੁਸੀਂ ਇੱਧਰ ਪਹੁੰਚਦੇ ਹੋ, ਟੈਕਸੀ ਦੇ ਨੇੜੇ ਆ ਗਏ ਸੀ ਆਪਾਂ। ਹਾਂਜੀ। ਤੇ ਫਿਰ ਟੈਕਸੀ ਵਾਲੇ ਨੇ ਵੀ 2-3 ਕਿਲੋਮੀਟਰ ਦੇ ਬਹੁਤ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ। ਬਿਲਕੁਲ, ਯਾਨੀ ਕਿ ਉਹ ਬਿਲਕੁਲ ਹਰ ਇੱਕ ਪੁਆਇੰਟ ਤੇ ਸਾਨੂੰ ਪੰਜਾਬ ਹੈ ਨਾ ਔਰ ਆਪਣੇ ਜਿਹੜੇ ਲੋਕ ਹੈ ਉਹ ਯਾਦ ਆ ਰਹੇ ਸੀ ਕਿ ਵਾਕਈ ਯਾਰ ਕਿ ਆਪਣੇ ਟੱਚਵੁੱਡ ਆਪਣੇ ਪੰਜਾਬ 'ਚ ਆਹ ਚੀਜ਼ ਨਹੀਂ ਹੋਣੀ ਸੀ ਹੈ ਨਾ। ਜੇ ਕੋਈ ਕਰਦਾ ਵੀ ਲੁੱਟ ਇਦਾਂ ਦੀ ਤਾਂ ਉਹਨੂੰ ਉਹਨਾਂ ਦੇ ਲੋਕਾਂ ਨੇ ਮਗਰ ਪੈ ਜਾਣੇ ਸੀ ਕਿ ਨਹੀਂ ਬਾਈ ਆਹ ਕੰਮ ਨਹੀਂ ਹੋਣਾ ਹੈ ਨਾ, ਬਾਕੀ ਜੋ ਮਰਜ਼ੀ ਕਰੀ ਵੀ ਆਹ ਦਿਨਾਂ 'ਚ ਨਹੀਂ ਕਰਨਾ ਹੈ ਨਾ ਕੰਮ। ਤੇ ਜਦੋਂ ਮੰਨਦੇ ਆ ਹਾਂ, ਤੇ ਇਦਾਂ ਦੀ ਗੱਲ ਨਹੀਂ, ਬੰਦੇ ਵਧੀਆ ਵੀ ਟੱਕਰੇ, ਜਿੱਥੇ ਉਹ 600-700 ਰੁਪਏ ਸਾਰੇ ਲੈ ਰਹੇ ਸੀ ਲੋਕ ਹੈ ਨਾ, ਤੇ ਸਾਨੂੰ ਇੱਕ ਬੰਦਾ ਟੱਕਰਿਆ, ਉਹਨੇ ਚਲੋ ਤਰਸ ਖਾਦਾ ਤੇ ਉਹਨੇ 300 ਰੁਪਏ ਸਾਡੇ ਨਾਲ ਯਾਨੀ ਕਿ ਦੇਖ ਲਿਆ ਕਰਕੇ, ਕਹਿੰਦਾ ਵੀ 300 ਰੁਪਏ ਲਊਂਗਾ ਤੁਹਾਤੋਂ ਹੈ ਨਾ। ਤੇ ਜਦੋਂ ਉਹਦੇ ਨਾਲ ਬੈਠ ਕੇ ਗਿਆ, ਮੈਂ ਉਹਦੇ ਨਾਲ ਗੱਲਬਾਤ ਕਰਨੀ ਸਟਾਰਟ ਕੀਤੀ ਹੈ ਨਾ, ਤੇ ਫਿਰ ਉਹ ਗੱਲਾਂ ਬਾਤਾਂ ਸਮਝ ਗਿਆ ਨਹੀਂ ਵੀ ਬੰਦੇ ਯਾਰ ਇਹ ਵੀ ਫਸੇ ਹੋਏ ਆ ਨਾ। ਤੇ ਉਹਨੇ ਮੇਰੇ ਤੋਂ ਉਹ 300 ਰੁਪਇਆ ਲੈਣ ਤੋਂ ਵੀ ਜਾਨੀ ਕਿ ਕਹਿ ਲਓ ਉਹਨੇ ਮਨਾ ਕਰਤਾ ਮੈਨੂੰ ਕਿ 300 ਰੁਪਏ ਵੀ ਰਹਿਣ ਦੇ ਕੋਈ ਚੱਕਰ ਨਹੀਂ ਹੈ ਨਾ। ਤੇ ਫਿਰ ਮੈਂ ਉਹਨੂੰ ਕਿਹਾ ਵੀ ਲਾਈਕ ਮੈਂ ਕਿਹਾ ਵੀ ਯਾਰ ਤੂੰ ਬੜਾ ਸਾਡੇ ਹੈ ਨਾ ਵੀ ਕਹਿ ਲਓ ਇੱਕ ਤਰੀਕੇ ਨਾਲ ਵੀ ਅਹਿਸਾਨ ਕਰ ਰਿਹਾ, ਵੀ ਮੈਨੂੰ ਆਪਣਾ ਨੰਬਰ ਦੇ, ਮੈਂ ਤੈਨੂੰ ਜਾ ਕੇ ਜ਼ਰੂਰ ਵੀ ਹੈ ਨਾ ਤੇਰਾ ਜੋ ਵੀ ਹੈ ਗੂਗਲ ਪੇ ਵਗੈਰਾ ਤੈਨੂੰ ਮੈਂ ਜਾ ਕੇ ਕਰੂੰਗਾ ਨਾ। ਹਾਲਾਂਕਿ ਉਹ ਬੰਦਾ ਇੰਨਾ ਭਲਾ ਮਾਨਸ ਸੀ, ਉਹਨੇ ਮੇਰਾ ਨੰਬਰ ਨਹੀਂ ਲਿਆ ਹੈ ਨਾ, ਮੈਂ ਉਹਦਾ ਨੰਬਰ ਲਿਆ। ਹਾਲਾਂਕਿ ਜੇ ਉਹਨੂੰ ਹੁੰਦਾ ਹੀ ਨਾ ਪੈਸਿਆਂ ਦਾ, ਉਹਨੇ ਮੇਰਾ ਨੰਬਰ ਵੀ ਲੈਣਾ ਸੀ ਜਦੋਂ ਉਹਦਾ ਨੈਟਵਰਕ ਆਉਣਾ ਸੀ, ਮੈਨੂੰ ਫੋਨ ਕਰਨਾ ਸੀ ਹੈ ਨਾ। ਮੈਂ ਪਿਛਲੇ 3 ਦਿਨ ਤੋਂ ਟਰਾਈ ਕਰ ਰਿਹਾ ਸੀ। ਕੱਲ ਰਾਤ ਉਹਦਾ ਨਾ ਫਿਰ ਜਦੋਂ ਮਿਸ ਕਾਲ ਸ਼ੋ ਹੋਈ ਹੋਣੀ ਹੈ ਨਾ, ਉਹਦੇ ਕੱਲ ਰਾਤ ਉਹਦਾ ਮੈਨੂੰ ਕਾਲ ਆਇਆ ਵੀ ਕੌਣ ਬੋਲ ਰਿਹਾ ਹੈ ਨਾ, ਤੇ ਲਾਈਕ ਉਹਦੇ ਕੋਲ ਮੇਰਾ ਨੰਬਰ ਨਹੀਂ ਸੀ। ਤੇ ਫਿਰ ਉਹਦਾ ਨੰਬਰ ਮੈਂ ਉਹਨੂੰ ਦੱਸਿਆ ਵੀ ਇਦਾਂ ਕਰਕੇ ਬਾਈ ਇਦਾਂ ਪੰਜਾਬ ਤੋਂ ਸੀ ਮੈਂ ਮੁੰਡਾ ਹੈ ਨਾ, ਵੀ ਇਦਾਂ ਤੂੰ ਮੈਨੂੰ ਦਿੱਤਾ ਸੀ, ਤੂੰ ਮੇਰੇ ਨਾਲ ਲਾਈਕ ਤੂੰ ਮੈਨੂੰ ਪੈਸੇ ਛੱਡੇ ਸੀ ਹੈ ਨਾ। ਤੇ ਉਹਨੇ ਯਾਨੀ ਕਿ ਭਲਾ ਮਾਨਸ ਬੰਦਾ ਇਹੀ ਪੁੱਛਦਾ, ਕਹਿੰਦਾ ਵੀ ਬਈ ਯਾਰ ਦੱਸੋ ਤੁਸੀਂ ਠੀਕ ਠਾਕ ਪੁੱਜ ਗਏ ਹੈ ਨਾ, ਵੀ ਸਾਡਾ ਤਾਂ ਫੋਨ ਹੀ ਅੱਜ ਚੱਲਾ ਹੈ ਨਾ।
ਤੇ ਮੈਂ ਕਿਹਾ ਹਾਂ ਬਿਲਕੁਲ ਪੁੱਜ ਗਈ ਸੀ। ਮੈਂ ਕਿਹਾ ਤੇ ਵੀਰੇ ਮੈਂ ਕਿਹਾ ਤੁਹਾਡੇ, ਮੈਂ ਕਿਹਾ ਦੱਸੋ ਇਹ ਤੇ ਇਹੀ ਨੰਬਰ ਤੇ ਚੱਲ ਰਿਹਾ, ਤਾਂ ਮੈਂ ਲਾਈਕ ਪੈਸੇ ਟ੍ਰਾਂਸਫਰ ਕਰ ਦਿੰਦਾ। ਤੇ ਉਹ ਮਨਾ ਕਰ ਰਿਹਾ ਸੀ, ਬਟ ਮੈਂ ਕਿਹਾ ਨਹੀਂ ਵੀ ਪੈਸੇ ਤਾਂ ਦੇਖ ਭਰਾ, ਮੈਂ ਕਿਹਾ ਦੇਣੇ ਹੀ ਦੇਣੇ ਹੈ ਨਾ ਪੰਜਾਬੀ। ਤੇ ਮੈਂ ਕਿਹਾ ਮੈਂ ਤਾਂ ਜਦੋਂ ਕਿਤੇ ਰੱਬ ਟੱਚਵੁੱਡ ਮੈਂ ਉੱਥੋਂ ਉਹ ਵਾਲੇ ਪਾਸੇ ਆਇਆ ਤਾਂ ਹੈ ਨਾ, ਮੈਂ ਕਿਹਾ ਜ਼ਰੂਰ ਮੈਂ ਤੇਰੀ ਫੈਮਿਲੀ ਨੂੰ, ਤੇਰੇ ਘਰਦਿਆਂ ਨੂੰ ਦੁਬਾਰਾ ਮਿਲ ਕੇ ਜ਼ਰੂਰ ਜਾਊਂਗਾ, ਤੇ ਤੇਰਾ ਲੱਗਿਆ ਚੱਕਰ ਤਾਂ ਜ਼ਰੂਰ ਤੂੰ ਮਿਲ ਕੇ ਜਾਈ ਭਰਾ, ਹੈ ਨਾ। ਬਈ ਮੈਂ ਇਹਦੇ 'ਚ ਨਾ ਸਟਾਰਟਿੰਗ ਦੇ ਵਿੱਚ ਦੂਜਾ ਜਨਮ ਦਾ ਜ਼ਿਕਰ ਕਰਤਾ ਹੈ ਨਾ, ਕਿ ਦੂਜਾ ਜਨਮ ਤੁਸੀਂ ਮਹਿਸੂਸ ਕਰ ਰਹੇ ਹੋ ਹੈ ਨਾ, ਕਿਉਂਕਿ ਜਦੋਂ ਤੁਹਾਡੀ ਘਰ ਦੇ ਵਿੱਚ ਐਂਟਰੀ ਹੁੰਦੀ ਹੈ ਹੈ ਨਾ, ਤੇ ਘਰ ਦੀ ਕੀ ਸਿਚੁਏਸ਼ਨ ਸੀ, ਤੁਹਾਨੂੰ ਦੇਖਣ ਤੋਂ ਬਾਅਦ ਕਿਵੇਂ ਦੇ ਰਿਐਕਸ਼ਨ ਸੀ ਉਹਨਾਂ ਦੇ, ਤੇ ਆਪ ਨੂੰ ਵੀ ਮਹਿਸੂਸ ਹੋਇਆ ਵੀ ਯਾਰ ਉੱਥੇ ਤੁਹਾਨੂੰ ਦੱਸਿਆ ਕਿ ਉੱਥੇ ਨਹੀਂ ਇੰਨਾ ਮਹਿਸੂਸ ਹੋ ਰਿਹਾ ਸੀ, ਹੈ ਨਾ, ਕਿਉਂਕਿ ਉੱਥੇ ਕਨੈਕਟੀਵਿਟੀ ਨਹੀਂ ਸੀ ਤੇ ਆਪਾਂ ਸੇਫ ਸੀ ਟੱਚਵੁੱਡ, ਹੈ ਨਾ। ਸਾਨੂੰ ਰੱਬ ਕਰਕੇ ਯਾਨੀ ਕਿ ਵੈਸੇ ਕਿਸੇ ਨੂੰ ਵੀ ਦੇਖਣ ਨਾ ਮਿਲੇ ਇਦਾਂ ਦੀ ਚੀਜ਼ਾਂ, ਹੈ ਨਾ, ਜਿਹੜੇ ਲੋਕਾਂ ਨੇ ਵਿਚਾਰਿਆਂ ਨੇ ਡਿਜ਼ਾਸਟਰ ਦੇਖੇ, ਜਿਹੜੇ ਕੰਢੇ ਹੀ ਬੈਠੇ ਸੀ, ਜਿਨ੍ਹਾਂ ਦੇ ਸਾਹਮਣੇ ਲੋਕ ਮਰੇ ਆ, ਜਿਨ੍ਹਾਂ ਦੇ ਮਰੇ, ਹੈ ਨਾ। ਤੇ ਜਦੋਂ ਮੈਂ ਤਾਂ ਇੱਥੋਂ ਬਿਲਕੁਲ ਡਿਸਕਨੈਕਟ ਸੀ, ਹੈ ਨਾ, ਬਟ ਇੱਕ ਦਿਨ ਚਲੋ ਮੈਨੂੰ ਇਹ ਸੀ ਵੀ ਘਰੇ ਗੱਲ ਹੋ ਗਈ ਘਰਦਿਆਂ ਵਾਸਤੇ, ਮੈਂ ਦੱਸਤਾ ਹੋਇਆ ਵਾਈਫ ਨੂੰ ਕਿ ਮੈਂ ਸੇਫ ਹੈ, ਉਹਨੇ ਅੱਗੇ ਚਲੋ ਕਨਵੇ ਕਰ ਦੇਣਾ ਸੀ ਸਾਰਿਆਂ ਨੂੰ, ਹੈ ਨਾ। ਬਟ ਉਹ ਦਿਨ ਨਿਕਲਦੇ ਗਏ, ਹੈ ਨਾ। ਹੁਣ ਇੱਥੇ ਤੁਹਾਨੂੰ ਪਤਾ ਹੀ ਹੈ ਕਿ ਆਨਲਾਈਨ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਵੀਡੀਓਜ਼ ਨਾਲ ਦੀ ਨਾਲ ਵਾਇਰਲ ਹੋ ਜਾਂਦੀਆਂ, ਹੈ ਨਾ, ਕਿਉਂਕਿ ਕੁਝ ਲੋਕ ਉੱਥੇ ਕਨੈਕਟੀਵਿਟੀ ਤਾਂ ਨਹੀਂ ਸੀ, ਬਟ ਕੁਝ ਲੋਕ ਉੱਥੋਂ ਆ ਗਏ ਹੋਏ ਸੀ, ਹੈ ਨਾ। ਔਰ ਤੁਹਾਨੂੰ ਪਤਾ ਹੀ ਹੈ ਕਿ ਇਹ ਚੀਜ਼ਾਂ ਤਾਂ ਨੈਗੇਟਿਵਿਟੀ ਦਾ ਅੱਗ ਵਾਂਗੂ ਹੀ ਫੈਲਦੀ ਹੈ ਨਾ। ਤੇ ਇਹ ਓਬਵੀਅਸਲੀ ਗੱਲ ਮੇਰੀ ਫੈਮਿਲੀ, ਹੈ ਨਾ, ਦੇ ਕੋਲ ਐਕਚੁਅਲੀ ਮੈਂ ਰਹਿਣਾ ਚੰਡੀਗੜ੍ਹ, ਹੈ ਨਾ, ਆਪਣਾ ਮੋਹਾਲੀ, ਵਿਦ ਵਾਈਫ ਤੇ ਮੇਰੀ ਛੋਟੀ ਬੇਟੀ, ਹੈ ਨਾ। ਤੇ ਮੇਰੀ ਫੈਮਿਲੀ ਅਨੰਦਪੁਰ ਸਾਹਿਬ ਰਹਿੰਦੀ, ਹੈ ਨਾ, ਇੱਥੇ ਪਿੰਡ ਆਪਣਾ ਕੋਲ ਆਨੰਦ ਸਾਹਿਬ ਦੇ ਪਿੰਡ ਕੋਲ ਝੱਜ ਪਿੰਡ, ਤੇ ਬਾਕੀ ਫੈਮਿਲੀ ਉੱਥੇ ਰਹਿੰਦੀ। ਤੇ ਫਿਰ ਹੌਲੀ ਹੌਲੀ ਜਦੋਂ ਦਿਨ ਨਿਕਲਦੇ ਗਏ, ਤੇ ਫਿਰ ਮੇਰੀ ਮਾਤਾ, ਹੈ ਨਾ, ਹੁਣ ਮਾਤਾ ਮਾਈ ਹੁੰਦੀ ਹੈ ਨਾ, ਉਹਨੇ ਲਾਈਕ ਥੋੜ੍ਹਾ ਜਿਹਾ ਫਿਰ ਉਹ ਥੋੜ੍ਹੀ ਜਿਹੀ ਕਹਿ ਲਓ ਵੀ ਟਰਾਮਾ ਕੰਡੀਸ਼ਨ ਚਲੇ ਗਏ, ਹੈ ਨਾ। ਤੇ ਉਹ ਤਾਂ ਫਿਰ ਖਾਣਾ ਵਗੈਰਾ ਖਾਣਾ ਵੀ ਬੰਦ ਕਰਤਾ, ਉਹੀ ਵੀਡੀਓ ਦੇਖ ਦੇਖ ਕੇ ਕਿ ਕਿਤੇ ਗੱਡੀਆਂ ਹਟ ਗਈਆਂ, ਹੈ ਨਾ, ਜਾਂ ਕੁਛ ਇੱਦਾਂ ਹੋ ਗਿਆ, ਹੈ ਨਾ। ਤੇ ਉਹ ਤਾਂ ਫਿਰ ਵੀ ਇਹੀ ਦੇਖਣ ਵੀ ਕਿਤੇ ਖਬਰ 'ਚ ਨਾ ਸਾਡਾ ਮੁੰਡਾ ਕਿਤੇ ਆਉਂਦਾ ਹੋਵੇ, ਹੈ ਨਾ, ਵੀ ਖਬਰਾਂ 'ਚ ਹੀ ਨਾ ਕਿਤੇ ਉਹ ਖਬਰਾਂ ਦੇਖਦੇ ਫਿਰਨਾ ਨਾ। ਤੇ ਫਿਰ ਡਿਊਰਿੰਗ ਜਿਹੜੀ ਮੈਨੂੰ ਇਹ ਚੀਜ਼ਾਂ ਦਾ ਆ ਕੇ ਪਤਾ ਲੱਗੀਆਂ ਨਾ, ਫਿਰ ਡਿਊਰਿੰਗ ਇਹੀ ਜਦੋਂ ਮੈਂ ਉੱਥੇ ਉਹ ਪੈਦਲ ਚੱਲ ਰਿਹਾ ਸੀ ਨਾ, ਡਿਊਰਿੰਗ ਉਹੀ ਇੱਧਰ ਜਿਹੜਾ ਚੱਲ ਰਿਹਾ ਸੀ, ਤੇ ਘਰਦਿਆਂ ਨੇ ਫਿਰ ਮੇਰਾ ਜਿਹੜਾ ਛੋਟਾ ਭਰਾ ਹੈ ਉਹ ਡਿਫੈਂਸ 'ਚ ਹੈ, ਉਹ ਬੀਕਾਨੇਰ, ਤੇ ਉਹਨੂੰ ਲਾਈਕ ਫਿਰ ਯਾਨੀ ਕਿ ਕਾਲ ਆਫ ਕੀਤਾ ਉਹਨੂੰ ਉੱਥੋਂ, ਉਹਨੂੰ ਬੁਲਾਇਆ ਉੱਥੋਂ ਕਿ ਤੂੰ ਆ ਕੇ ਵੀ ਤੂੰ ਘੱਟੋ ਘੱਟ ਵੀ ਜਾ ਉੱਥੇ, ਹੈ ਨਾ, ਵੀ ਇੰਨੇ ਦਿਨ ਹੋ ਗਏ ਵੀ ਆਪਾਂ ਹੱਥ ਧਰ ਕੇ ਤਾਂ ਬੈਠ ਨਹੀਂ ਸਕਦੇ। ਤੇ ਉਹਨੂੰ ਬੁਲਾਇਆ, ਫਿਰ ਉਹ ਆਇਆ ਇੱਥੇ, ਉਹ ਬਾਈਕ ਤੇ ਮੈਨੂੰ ਉੱਥੇ ਯਾਨੀ ਕਿ ਦੇਖਣ ਪੁੱਜਿਆ ਬਾਈਕ ਤੋਂ। ਅੱਛਾ, ਜਦੋਂ ਤੁਸੀਂ ਘਰ ਆਏ ਉਹ ਉਧਰ ਗਿਆ ਹੋਇਆ ਸੀ ਤੁਹਾਨੂੰ ਲੱਭਣ? ਨਹੀਂ, ਮੈਂ ਉੱਥੋਂ ਦੱਸਿਆ ਕਿ ਮੈਂ ਵੀ ਉੱਥੇ ਹੀ ਸੀ, ਮੈਂ ਹੈ ਨਾ ਪੈਰਲਲ ਦੱਸ ਰਿਹਾ ਕਿ ਜਦੋਂ ਮੈਂ ਉੱਥੇ ਸੀ ਇੱਧਰ ਕੀ ਹੋ ਰਿਹਾ ਸੀ, ਅੱਛਾ, ਹੈ ਨਾ। ਇੱਧਰੋਂ ਮੇਰਾ ਭਰਾ ਚੱਲ ਪਿਆ, ਉਧਰੋਂ ਫਿਰ ਮੈਂ ਫਸਿਆ ਹੋਇਆ ਸੀ, ਮੈਂ ਜਾ ਰਿਹਾ ਸੀ। ਜਦੋਂ ਪੈਦਲ ਫਿਰ ਦੱਸਿਆ ਉਹ ਟੈਕਸੀ ਵਾਲਾ ਜਿਹਨੇ ਸਾਤੋਂ ਪੈਸੇ ਨਹੀਂ ਲਏ ਨਾ, ਉਪਕਾਰੀ ਆਦਮੀ ਨੇ, ਫਿਰ ਆਪਾਂ ਪੁੱਜ ਗਏ ਮਨੀਕਰਨ ਸਾਹਿਬ ਤੋਂ ਫਿਰ ਆਪਾਂ 2 ਕਿਲੋਮੀਟਰ ਅੱਗੇ ਆ ਕੇ ਇੱਕ ਜਗ੍ਹਾ ਪੈਂਦੀ ਹੈ ਨਾ ਚੋਜ, ਉੱਥੇ ਮੈਂ ਪਹਿਲਾਂ ਵੀ ਕਈ ਵਾਰ ਰੁਕਦਾ ਰਹਿੰਦਾ ਸੀ, ਪਿਛਲੇ 3-4-5 ਸਾਲਾਂ ਤੋਂ ਮੈਂ ਉੱਥੇ ਹੈਗੇ ਸੀ ਪੱਕੇ ਹੀ ਬੰਦੇ ਰੱਖੇ ਹੋਏ ਜਿਹਨਾਂ ਕੋਲ ਮੈਂ ਰੁਕਦਾ ਸੀ। ਤੇ ਮੈਂ ਫਿਰ ਉਹੀ ਜਗ੍ਹਾ ਸੇਫ ਸਮਝੀ ਆਪਣੇ ਰੁਕਣ ਲਈ ਕਿ ਉਧਾਰ ਕਰ ਲਾਂਗੇ, ਹੈ ਨਾ, ਬਸ ਇਹੀ ਸੀ, ਹੈ ਨਾ। ਜਦੋਂ ਪਹਿਲਾਂ ਹੀ ਤੁਹਾਨੂੰ ਦੱਸਿਆ ਜੇਬ ਹੈਗਾ ਹੀ 1300 ਸੀ, ਹੈ ਨਾ, ਬਾਬੇ ਨਾਨਕ ਵਾਲਾ ਤੇਰਾ ਉਹ ਚੱਲੀ ਜਾ ਰਿਹਾ ਸੀ, ਹੈ ਨਾ। ਤੇ ਫਿਰ ਉੱਥੇ ਹੀ ਬਾਬੇ ਨਾਨਕ ਦੀ ਜਗ੍ਹਾ ਦੇ ਕੋਲੇ ਪੁੱਜ ਗਏ ਸੀ ਮਨੀਕਰਨ ਸਾਹਿਬ, ਹੈ ਨਾ। ਫਿਰ ਉੱਥੋਂ ਥੋੜੀ ਅੱਗੇ ਜਾ ਕੇ ਰੁਕੇ ਆਪਾਂ, ਹਾਲਾਂਕਿ ਆਪਾਂ ਟਰਾਈ ਕੀਤਾ ਮਨੀਕਰਨ ਸਾਹਿਬ ਵੀ, ਉੱਥੇ ਗੁਰਦੁਆਰੇ 'ਚ ਉੱਥੇ ਪਹਿਲਾਂ ਹੀ ਕਾਫੀ ਰਸ਼ ਸੀ, ਹੈ ਨਾ। ਤੇ ਫਿਰ ਪੁਲ ਟੁੱਟਣ ਕਾਰਨ ਥੋੜਾ ਜਿਹਾ ਆਪਾਂ ਨੂੰ ਵੈਸੇ ਵੀ ਡਰ ਲੱਗ ਰਿਹਾ ਸੀ ਕਿ ਵਾਟਰ ਬੋਡੀਜ਼, ਹੈ ਨਾ, ਕਿਤੇ ਆਪਾਂ ਉਧਰ ਨਾ ਸਟਕ ਰਹਿ ਜੀ। ਤੇ ਮੈਂ ਜਿਹੜੇ ਬੰਦਿਆਂ ਕੋਲ ਪਹਿਲਾਂ ਰੁਕਦਾ ਹੁੰਦਾ ਸੀ ਪੁਰਾਣੇ ਟਾਈਮ ਤੋਂ 3-4-5 ਸਾਲਾਂ ਤੋਂ ਰੁਕਦਾ ਆ ਰਿਹਾ ਸੀ, ਤੇ ਮੈਂ ਉਹਨਾਂ ਕੋਲ ਹੀ ਜਾ ਕੇ ਫਿਰ ਪੁੱਜਿਆ। ਤੇ ਉਹਨਾਂ ਕੋਲ ਪੁੱਜਿਆ ਤਾਂ ਉਹਨਾਂ ਨੇ ਵੀ ਲਾਈਕ ਸ਼ਾਰਟ 'ਚ ਮੈਂ ਗੱਲ ਤੁਹਾਨੂੰ ਦੱਸੂਗਾ ਨਾ, ਕਿ ਉਹਨਾਂ ਨੇ ਵੀ ਕੋਈ ਲਿਹਾਜ਼ ਨਹੀਂ ਕੀਤਾ ਸਾਡੇ ਨਾਲ, ਹੈ ਨਾ। ਉਹਨਾਂ ਨੇ ਨਾ ਤਾਂ ਵੀ ਕਹਿ ਲਓ ਵੀ ਰੇਟ ਘੱਟ ਤਾਂ ਬਹੁਤ ਦੂਰ ਦੀ ਗੱਲ ਹੈ ਨਾ, ਵੀ ਲਗਭਗ ਜਿਹੜਾ ਸੀਜ਼ਨ ਵਾਲਾ ਰੇਟ ਹੁੰਦਾ ਨਾ, ਪ੍ਰੋਪਰ ਪੀਕ ਸੀਜ਼ਨ ਵਾਲਾ ਰੇਟ ਹੁੰਦਾ, ਉਹੀ ਸਾਨੂੰ ਰੇਟ ਲਾਇਆ ਤੇ ਉਧਾਰ ਸਾਨੂੰ ਦੇਣ ਤੋਂ ਮਨਾ ਕਰਤਾ। ਤੁਸੀਂ ਆਖਿਆ ਸੀ ਕਿ ਮੈਨੂੰ ਉਧਾਰ ਚਾਹੀਦਾ ਹੈ, ਆਖਿਆ ਕਿ ਇਹ ਤਾਂ ਤੁਸੀਂ ਦੇਖੋ, ਹੈ ਨਾ, ਵੀ ਅਸੀਂ ਇਨਸਾਨ ਆ, ਹੈ ਨਾ। ਹੁਣ ਜਦੋਂ ਆਪਾਂ ਨੂੰ ਕੋਈ ਵੀ ਬੰਦਾ ਆਪਣੇ ਵੈਸੇ ਹੀ ਚੱਲਦਾ ਫਿਰਦਾ ਕੋਈ ਮੇਲੇ 'ਚ ਹੀ 2-4 ਵਾਰ ਮਿਲ ਜਾਵੇ ਨਾ, ਜਿਹਨਾਂ ਦੁਆ ਸਲਾਮ ਹੋ ਜਾਏ ਨਾ, ਉਹ ਬੰਦਾ ਜਿਹਨੂੰ ਆਪਾਂ 2-4 ਵਾਰ ਵੈਸੇ ਅੱਖ ਨਾਲ, ਹੈ ਨਾ, ਵੀ ਅੱਖ ਇੱਕ ਦੂਜੇ ਨੂੰ 2-4 ਵਾਰ ਦੇਖ ਲਿਆ, ਹੈ ਨਾ, ਲੰਘਦੇ ਵਰਦੇ, ਹੈ ਨਾ, ਅਸੀਂ ਤਾਂ ਉਹਦੇ ਨਾਲ ਹੀ ਆਪਣਾ ਰਾਬਤਾ ਕਰ ਲੈਂਦੇ, ਹੈ ਨਾ। ਤੇ ਨਹੀਂ ਬਈ ਆਪਣਾ ਹੀ ਬੰਦਾ ਹੈ ਨਾ, ਵੀ ਵੈਸੇ ਹੀ, ਹੈ ਨਾ, ਆਪਣਾ ਹੀ ਬੰਦਾ ਹੈ। ਤੇ ਮੈਂ ਤਾਂ ਉਹਨਾਂ ਕੋਲ 4-5 ਸਾਲਾਂ ਤੋਂ ਜਾ ਰਿਹਾ ਸੀ, ਹੈ ਨਾ। ਤੇ ਉੱਥੇ ਤਾਂ ਮੈਂ ਓਬਵੀਅਸਲੀ ਗੱਲ ਹੈ, ਬੀਇੰਗ ਅ ਹਿਊਮਨ ਬੀਇੰਗ, ਬੀਇੰਗ ਅ ਇਨਸਾਨ, ਇੱਕ ਆਸ ਸੀ ਮੈਨੂੰ, ਹੈ ਨਾ, ਕਿ ਨਹੀਂ ਬਈ ਇਹ ਹੈਲਪ ਕਰਨਗੇ ਮੇਰੀ, ਹੈ ਨਾ। ਬਟ ਉਹਨਾਂ ਨੇ ਵੀ ਲਾਈਕ ਹੱਥ ਫੜਾਉਣ ਤੋਂ ਮਨਾ ਕਰਤਾ, ਕਹਿੰਦੇ ਨਹੀਂ ਬਈ ਆਪਾਂ ਪੈਸੇ ਲਵਾਂਗੇ ਤੁਹਾਤੋਂ, ਹੈ ਨਾ। ਹਾਲਾਂਕਿ ਮੈਂ ਉਹਨਾਂ ਨੂੰ ਸਵੇਰੇ ਦੱਸਿਆ ਸਾਰਾ ਕੁਝ, ਜਦੋਂ ਹੋ ਗਿਆ ਨਾ, ਰੋਟੀ ਖਾ ਲਈ, ਸਭ ਕੁਝ ਹੋ ਗਿਆ, ਹੈ ਨਾ। ਰਹਿ ਰੂ ਕੇ ਅਗਲੇ ਦਿਨ ਮੈਨੂੰ ਪਿਛਲਾ ਜਿਹੜਾ ਮੇਰਾ, ਹੈ ਨਾ, ਸੀ ਉਹ ਐਕਸਪੀਰੀਅੰਸ, ਉਹ ਠੀਕ ਨਹੀਂ ਸੀ, ਤਜਰਬਾ ਠੀਕ ਨਹੀਂ ਸੀ ਪਿਛਲੇ 5-6 ਦਿਨਾਂ ਦਾ। ਤੇ ਮੈਂ ਕਿਹਾ ਨਹੀਂ, ਮੈਂ ਨਾਲ ਦੇ ਨੂੰ ਕਿਹਾ, ਮੈਂ ਕਿਹਾ ਨਹੀਂ ਬਾਈ, ਮੈਂ ਕਿਹਾ ਹੁਣ ਆਪਾਂ ਇਹ ਦੱਸਣਾ ਨਹੀਂ, ਮੈਂ ਕਿਹਾ ਇੱਥੇ ਬਾਅਦ ਦੱਸਣਾ, ਮੈਂ ਕਿਹਾ ਮੈਨੂੰ ਪਤਾ ਵੀ ਲੱਗ ਰਿਹਾ, ਮੈਂ ਕਿਹਾ ਮੈਨੂੰ ਪਤਾ ਨਹੀਂ ਕਿਉਂ ਵੀ ਇਹ ਮੁੱਕਰ ਜਾਣਗੇ, ਹੈ ਨਾ। ਮੈਂ ਕਿਹਾ ਬੱਟੇ ਘੱਟੋ ਘੱਟ ਜਾਣਦੇ ਆ, ਸਾਡੇ ਨਾਲ ਲੜਨਗੇ ਨਹੀਂ, ਹੈ ਨਾ। ਤੇ ਲੜਨ ਦੀ ਹਿੰਮਤ ਕਿੱਥੇ ਸੀ, ਉਹ ਲੋਕਲਾਈਟ ਆਪਾਂ ਕਿੱਥੇ ਕਿਸੇ ਨਾਲ ਕੀ ਲੜ ਲੈਣਾ ਸੀ ਨਾ, ਤੇ ਲੜਨਾ ਵੀ ਕਿਉਂ ਆਪਾਂ, ਹੈ ਨਾ। ਤੇ ਉਹਨਾਂ ਨੇ ਲੈ ਦੇ ਕੇ 14-1500 ਬਣਾਇਆ, ਕਹਿਣ ਦਾ ਮਤਲਬ ਵੀ ਇੱਕ
ਵੀ ਇੰਨਾ ਮਹਿੰਗਾ ਕੰਮ ਸੀ ਵੀ ਦਾਲ ਤੱਕ, ਇੱਕ ਕਟੋਰੀ ਦਾਲ ਦੀ 4 ਰੋਟੀਆਂ ਤੇ ਉਹਨਾਂ 300 ਰੁਪਏ ਦਾ ਲਾਇਆ ਸਾਨੂੰ, ਹੈ ਨਾ। ਅੱਛਾ ਤੇ ਅਸੀਂ 2-2 ਰੋਟੀਆਂ ਦੋਨਾਂ ਨੇ ਖਾਈਆਂ, ਅਸੀਂ 5-5 6 ਰੋਟੀਆਂ ਫੜਨ ਵਾਲੇ ਬੰਦੇ, ਅਸੀਂ ਆਪਣਾ ਸਿਰਫ ਢਿੱਡ ਭਰ ਲਈ। ਔਰ ਸਾਨੂੰ ਰੋਟੀ ਉੱਥੇ ਆ ਕੇ ਮਿਲੀ, ਪਿਛਲੇ ਕੁਝ ਦਿਨਾਂ ਤੋਂ ਆਪਾਂ ਨੂੰ ਰੋਟੀ ਨਹੀਂ ਮਿਲ ਰਹੀ ਸੀ, ਦਾਲ ਵਗੈਰਾ ਮਿਲ ਰਹੀ ਸੀ, ਚਾਵਲ ਮਿਲ ਰਹੇ ਸੀ। ਚਾਵਲ ਤੁਹਾਨੂੰ ਪਤਾ ਆਪਾਂ ਪੰਜਾਬੀ ਲੋਕ ਜ਼ਿਆਦਾ ਲਾਈਕ ਨਹੀਂ ਕਰਦੇ, ਤੇ ਉੱਥੇ ਆਪਾਂ ਦੁੱਧ ਬਿਸਕਿਟ, ਦੁੱਧ ਬ੍ਰੈਡ ਵਗੈਰਾ ਇੱਦਾਂ ਸਾਰ ਰਹੇ ਸੀ। ਤੇ ਉੱਥੇ ਜਦੋਂ ਖਾ ਕੇ ਫਿਰ ਆਪਾਂ ਸਵੇਰੇ ਚੱਲੇ ਤੇ ਉਹ ਬੰਦੇ ਮੰਨੇ ਨਹੀਂ, ਉਹਨਾਂ ਨੇ ਕਿਹਾ ਕਿ ਵੀ ਨਹੀਂ, ਆਪਾਂ ਨੂੰ ਪੈਸੇ ਦਾ ਕੁਛ ਨਾ ਕੁਛ ਚਾਹੀਦਾ ਤੋਂ, ਹੈ ਨਾ। ਤੇ ਫਿਰ ਉਹੀ ਜਿਹੜਾ ਮੇਰੇ ਕੋਲ 1300 ਰੁਪਏ ਸੀ, ਉਹਨਾਂ ਨੂੰ ਮੈਂ ਮਿੰਤਾ ਕਰਕੇ ਮੈਂ ਕਿਹਾ ਬਾਈ 500 ਰੁਪਏ ਲੈ ਲਓ, 800 ਰੁਪਏ ਰਹਿਣ ਦਿਓ, ਅਸੀਂ ਅੱਗੇ ਹੋਰ 15 ਕਿਲੋਮੀਟਰ ਪੈਦਲ ਜਾਣਾ, ਕੁਛ ਨਹੀਂ ਪਤਾ ਅੱਗੇ ਕੀ ਮਾਹੌਲ ਹੈ ਕੀ ਨਹੀਂ, ਤੇ ਸਾਡੇ ਕੋਲ ਪੈਸੇ ਨਹੀਂ ਹੈ, ਅਸੀਂ ਅੱਗੇ ਖਾਣਾ ਪੀਣਾ ਵੀ ਹੈ, ਹੋ ਸਕਦਾ ਸਾਨੂੰ ਕਿਤੇ ਰਸਤੇ 'ਚ ਸਟੇ ਵੀ ਕਰਨਾ ਪਵੇ ਜਾਂ ਕੁਛ, ਹੈ ਨਾ, ਇੱਦਾਂ ਦਾ ਕੁਛ ਟਾਈਮ ਵੀ ਇੱਦਾਂ ਦਾ ਚੱਲ ਰਿਹਾ ਸੀ, ਹੈ ਨਾ, ਕਿ ਬਾਈ ਸਾਨੂੰ, ਮੈਂ ਕਿਹਾ ਵੀ ਤੈਨੂੰ ਜਾ ਕੇ ਪਾ ਦਾਂਗਾ, ਹੈ ਨਾ। ਤੇ ਉਹਨੂੰ ਜਾਂਦੇ ਜਾਂਦੇ ਫਿਰ ਇੱਕ ਹੋਰ ਗੱਲ ਸਾਨੂੰ ਨਾ ਟੌਂਟ ਜੀ ਮਾਰੀ, ਕਹਿੰਦਾ ਵੀ ਬਾਈ, ਕਹਿੰਦਾ ਮੇਰੇ ਨਾਲ, ਕਹਿੰਦਾ ਵੀ ਬਾਈ ਵਿਸ਼ਵਾਸ ਮਤ ਤੋੜ ਦੇਣਾ ਹਮਾਰਾ, ਹੈ ਨਾ। ਮੈਂ ਕਿਹਾ ਵਿਸ਼ਵਾਸ ਤੁਸੀਂ ਮੇਰਾ ਤੋੜਿਆ ਜਾਂ ਮੈਂ ਤੁਹਾਡਾ? ਤੁਸੀਂ ਤਾਂ ਮੈਂ ਕਿਹਾ ਤੋੜ ਚੁੱਕੇ ਹੋ 5 ਸਾਲਾਂ ਦਾ, ਹੈ ਨਾ, ਵਿਸ਼ਵਾਸ ਪਿਛਲੇ ਦਾ, ਨਾ। ਬਿਲਕੁਲ। ਤੇ ਓਬਵੀਅਸਲੀ ਗੱਲ ਹੈ, ਮੈਂ ਕਿਹਾ ਤੁਸੀਂ ਇੱਥੇ ਰਹਿ ਰਹੇ ਹੋ, ਜੇ ਇੱਕ ਰਾਤ ਮੈਂ ਉਹਨਾਂ ਕੋਲ ਕਿੰਨੀਆਂ ਰਾਤਾਂ ਕੱਟੀਆਂ ਹੋਣੀਆਂ, ਔਰ ਕਿੰਨੇ ਉਹਨਾਂ ਨੂੰ ਬੰਦੇ, ਜਿਵੇਂ ਮੈਂ ਜਾਂਦਾ ਸੀ ਉੱਥੇ, ਕਿੰਨੇ ਬੰਦੇ ਹੋਰ ਮੈਂ ਉਹਨਾਂ ਕੋਲ ਰਿਕਮੈਂਡ ਕੀਤੇ ਹੋਣੇ, ਹੈ ਨਾ। ਤੇ ਉਹ ਤਾਂ ਇੱਕ ਰਾਤ ਕੋਈ ਰੱਖਣੀ ਮੈਨੂੰ, ਕਿਉਂਕਿ ਆਪਾਂ ਵੈਸੇ ਕੋਈ ਇਦਾਂ ਦੇ ਮੁਫਤਖੋਰ ਬੰਦੇ ਨਹੀਂ ਆ, ਹੈ ਨਾ, ਆਪਾਂ ਉਹਨਾਂ ਨੂੰ ਪੈਸੇ ਦੇਣੇ ਸੀ, ਬਟ ਉਹ ਇਦਾਂ ਦੀ ਘੜੀ 'ਚ ਮੈਂ ਸੋਚ ਰਿਹਾ ਸੀ, ਹੈ ਨਾ, ਕਿ ਬੰਦਾ ਮੇਰੀ ਹੈਲਪ ਕਰ ਦਿੰਦਾ ਤਾਂ ਉਹਨਾਂ ਦਾ ਕੀ ਘਟ ਜਾਣਾ ਸੀ, ਹੈ ਨਾ, ਐਜ਼ ਏ ਇਨਸਾਨ ਹੈ, ਹਿਊਮੈਨਿਟੀ ਦੇ ਤੌਰ ਤੇ। ਤੇ ਫਿਰ ਜਦੋਂ ਉੱਥੋਂ ਫਿਰ ਚਲੋ ਉਹਨਾਂ ਨੂੰ ਨਿਪਟਿਆ, ਆਪਾਂ ਉਹਨਾਂ ਨੂੰ ਪੈਸੇ ਪੂਸੇ ਦਿੱਤੇ ਜਿੰਨੇ ਕੁ ਹੋਏ, ਬਾਕੀ ਉਹਨਾਂ ਦਾ ਨੰਬਰ ਨੋਟ, ਹੈ ਨਾ, ਮੇਰੇ ਕੋਲ ਹੈਗਾ ਹੀ ਸੀ। ਉਹਨਾਂ ਨੇ ਦੱਸਤਾ ਵੀ ਇੱਦਾਂ ਕਰਕੇ ਤੁਸੀਂ ਇਹ ਨੰਬਰ ਤੇ ਗੂਗਲ ਪੇ ਕਰ ਦਿਓ। ਮੈਂ ਕਿਹਾ ਬਾਈ ਜ਼ਰੂਰ ਕਰਾਂਗੇ। ਤੇ ਉੱਥੋਂ ਫਿਰ ਆਪਾਂ ਨਿਕਲ ਕੇ ਫਿਰ ਆਪਾਂ ਅੱਗੇ ਪੈਦਲ ਜਾਣਾ ਸੀ। ਫਿਰ ਇੱਕ ਮਨੀਕਰਨ ਸਾਹਿਬ ਤੋਂ 12 ਕਿਲੋਮੀਟਰ 15 ਕਿਲੋਮੀਟਰ ਜਗ੍ਹਾ ਹੈ ਜਰੀ, ਉਹ ਜਰੀ ਕ੍ਰਾਸ ਕਰਕੇ ਫਿਰ ਨੈਟਵਰਕ ਆਉਣਾ ਸੀ। ਅੱਛਾ, ਠੀਕ ਹੈ। ਫਿਰ ਉੱਥੋਂ ਆਪਾਂ 4-5 ਕਿਲੋਮੀਟਰ ਅੱਗੇ ਪੈਦਲ ਗਏ। ਠੀਕ ਹੈ। ਤੇ ਮੇਰਾ ਭਰਾ ਵੀ ਉੱਥੋਂ ਜਰੀ ਤੋਂ ਪਿੱਛੇ ਫਿਰ ਬਾਈਕ ਖੜ ਜਾਂਦੀ ਸੀ, ਅੱਗੇ ਬਾਈਕ ਆਉਂਦੀ ਸੀ, ਰਸਤਾ ਬਹੁਤ ਟੁੱਟਾ ਸੀ, ਪੈਦਲ ਆਉਣਾ ਪੈਂਦਾ ਸੀ। ਅੱਛਾ। ਤੇ ਮੇਰਾ ਭਰਾ ਵੀ ਉਧਰੋਂ ਪੈਦਲ ਆ ਰਿਹਾ ਸੀ ਬਾਈ ਚਾਂਸ, ਹੈ ਨਾ। ਤੇ ਉਹ ਸੌਰੀ ਮੈਂ ਪੈਦਲ ਜਾ ਰਿਹਾ ਸੀ, ਭਰਾ ਮੇਰਾ ਆ ਰਿਹਾ ਸੀ ਗੱਡੀ 'ਚ ਕਿਸੇ ਨਾਲ, ਆਪਣੇ ਪੰਜਾਬੀ ਉੱਥੇ ਫਸੇ ਹੋਏ ਸੀ। ਉਹ ਜਰੀ ਤੋਂ ਅੱਗੇ ਜਿਹੜੀ ਮਾਰਕੀਟ ਸੀ ਉੱਥੇ ਉਹ ਕੁਝ ਸਮਾਨ ਸਮੂਨ ਲੈਣ ਆਏ ਸੀ ਆਪਣਾ। ਉਹ ਬਾਈ ਚਾਂਸ ਉਹਨਾਂ ਨੇ ਗੱਡੀ ਉੱਥੇ ਹੀ ਰੋਕੀ ਜਿੱਥੇ ਮੈਂ ਖੜਾ ਹੋਇਆ ਸੀ। ਨਹੀਂ ਤਾਂ ਜੇ ਮੈਂ ਗੱਡੀ 'ਚ ਮੇਰੇ ਕੋਲ ਪੈਸੇ ਹੁੰਦੇ ਤਾਂ ਮੈਂ ਉੱਧਰ ਲੰਘ ਜਾਣਾ ਸੀ, ਉਹਨਾਂ ਨੇ ਇੱਧਰ ਲੰਘ ਜਾਣਾ ਸੀ ਨਾ ਆਪਣੀ ਗੱਡੀ 'ਚ। ਤੇ ਮੈਂ ਪੈਦਲ ਜਾ ਰਿਹਾ ਸੀ ਤੇ ਬਾਈ ਚਾਂਸ ਉਹ ਜਿਹੜਾ ਬੰਦਾ ਸੀ ਜਿਹਨਾਂ ਨਾਲ ਮੇਰਾ ਭਰਾ ਆ ਰਿਹਾ ਸੀ ਨਾ ਲਿਫਟ ਲੈ ਕੇ, ਬਾਈਕ ਆਪਣੀ ਪਿੱਛੇ 10 ਕਿਲੋਮੀਟਰ ਖੜੀ ਕਰਕੇ, ਤੇ ਉਹਨਾਂ ਨੇ ਮੇਰੇ ਕੋਲ ਆ ਕੇ ਗੱਡੀ ਰੋਕ ਲਈ ਤੇ ਬਾਈ ਕੋਇਨਸੀਡੈਂਸ ਉਹਨਾਂ ਨੇ ਮੈਨੂੰ ਦੇਖ ਲਿਆ ਤੇ ਆਪਾਂ ਉੱਥੇ ਜਾਣੀ ਕਿ ਆਪਣੇ ਟੱਕਰੇ ਹੋ ਜਾਂਦੇ ਆ। ਫਿਰ ਮੈਨੂੰ ਤਸੱਲੀ ਹੋ ਜਾਂਦੀ, ਮੈਂ ਕਿਹਾ ਹੁਣ ਪਹਿਲਾਂ ਤਾਂ ਸਭ ਤੋਂ ਪਹਿਲਾਂ ਰੱਜ ਕੇ ਰੋਟੀ ਖਾਈਏ ਆਪਾਂ, ਹੈ ਨਾ, ਕਿ ਪੈਸੇ ਆ ਗਏ। ਪੈਸੇ ਤਾਂ ਚਲੋ ਮੇਰੇ ਕੋਲ ਹੈਗੇ ਸੀ, ਹੈ ਨਾ, ਬਟ ਇਹ ਨਹੀਂ ਪਤਾ ਸੀ ਕਿ ਅੱਗੇ ਕੀ ਮਾਹੌਲ ਹੈ ਤੇ ਆਪਾਂ ਨੂੰ, ਹੈ ਨਾ, ਵੀ ਕਿੰਨੇ ਕਿ ਮੈਨੂੰ ਹੋਰ ਪੈਸੇ ਲਾਈਕ ਰਿਜ਼ਰਵ ਰੱਖਣੇ ਪੈਣੇ ਜਾਂ ਕੀ ਕਰਨਾ ਪੈਣਾ। ਬਿਲਕੁਲ। ਔਰ ਵੈਸੇ ਵੀ ਘਰ ਦਾ ਮੈਂਬਰ ਆ ਜਾਂਦਾ ਨਾ, ਇੱਕ ਵੱਖਰਾ ਹੀ ਹੌਸਲਾ ਆ ਜਾਂਦਾ ਵੀ ਮੈਂ ਬਚ ਗਿਆ ਬਸ। ਬਿਲਕੁਲ ਬਿਲਕੁਲ ਬਿਲਕੁਲ। ਹਾਂ। ਤੇ ਫਿਰ ਉਹੀ ਭਰਾ ਆ ਗਿਆ ਤੇ ਨਾਲ ਮੇਰਾ ਕਜ਼ਨ ਸੀ, ਚਾਚੇ ਦਾ ਮੁੰਡਾ, ਹੈ ਨਾ। ਤੇ ਫਿਰ ਨਾਲ ਮੇਰਾ ਜਿਹੜਾ ਬਾਈ ਸੀ, ਫਿਰ ਆਪਾਂ ਚਾਰੇ ਜਣੇ ਨੇ ਪਹਿਲਾਂ ਤਾਂ ਥੋੜਾ ਜਿਹਾ ਅਸੀਂ ਕਿਹਾ ਚਲੋ ਪੈਦਲ ਚਲੋ ਇੱਥੋਂ ਨਿਕਲੂ, ਹੈ ਨਾ। ਫਿਰ ਥੋੜੇ ਜਿਹਾ ਅੱਗੇ ਜਾ ਕੇ ਆਪਾਂ ਪਰੌਂਠੇ ਖਾਦੇ, ਫਿਰ ਇਹਨਾਂ ਤਸਲੀ ਨਾਲ ਚਾਹ ਚੂ ਪੀਤੀ। ਚਾਹ ਪੀ ਕੇ ਫਿਰ ਬਿਲਕੁਲ ਫਿਰ ਥੋੜੀ ਜੀ ਜਾਨ ਜੀ ਆਈ ਜਿਹੜੀ ਪਿਛਲੇ 2-3 ਦਿਨਾਂ ਤੋਂ ਆਪਾਂ ਚਾਹ ਬਿਸਕਿਟ ਤੇ ਸੀਗਾ ਸਾਡਾ ਇੰਜਣ, ਹੈ ਨਾ। ਤੇ ਫਿਰ ਆਪਾਂ ਉੱਥੋਂ ਪੈਦਲ ਨਿਕਲਣਾ ਸਟਾਰਟ ਕੀਤਾ। ਅੱਗੇ ਜਿਹੜਾ ਦੱਸਿਆ ਵੀ ਤੁਹਾਨੂੰ ਵੀ ਉਹ ਜਿਹੜੀ ਅੱਗੇ ਹੋਰ 1.5 ਕਿਲੋਮੀਟਰ ਲਗਭਗ ਜਿਹੜੀ ਰੋਡ ਸੀ ਉਹ ਸਾਰੀ ਬਹਿ ਗਈ ਹੋਈ ਸੀ, ਹੈ ਨਾ। ਤੇ NDRF ਨੇ ਆ ਕੇ ਫਿਰ ਉਹ ਪਹਾੜ ਦੇ ਅੰਦਰੋਂ ਹੀ ਰਸਤਾ ਕੱਟ ਕੇ ਨਾ ਬਿਲਕੁਲ ਛੋਟੀ ਜੀ, ਹੈ ਨਾ, ਜਿਹੜੀ ਜਿਵੇਂ ਤੁਹਾਨੂੰ ਪਹਿਲਾਂ ਪਗਡੰਡੀ ਟਾਈਪ ਹੀ ਬਣਾਤੀ ਹੋਈ ਸੀ ਉੱਥੇ, ਹੈ ਨਾ। ਤੇ ਉੱਥੇ ਮੈਂ ਕੀ ਦੇਖਦਾ, ਉੱਥੇ ਆਪਣੇ ਜਿਹੜੇ ਮਨੀਕਰਨ ਸਾਹਿਬ ਆਪਣੀ ਹੈ ਨਾ, ਆਪਣੀ ਬਹੁਤ ਇੱਥੋਂ ਜਨਤਾ ਜਾਂਦੀ ਹੈ ਨਾ, ਮੁੰਡੇ ਬਹੁਤ ਜਾਂਦੇ ਬਾਈਕਸ ਤੇ ਜਾਂਦੇ, ਹੈ ਨਾ। ਤੇ ਉਹ ਵਿਚਾਰੇ ਆਏ ਹੋਏ ਸੀ। ਤੇ ਉਹ ਹੁਣ ਉਹਨਾਂ ਨੂੰ ਇਹ ਸੀ ਕਿ ਆਪਾਂ ਆਏ ਹੋਏ, ਬਾਈਕ ਤਾਂ ਜਾ ਨਹੀਂ ਰਹੀ ਸੀ ਉੱਥੋਂ, ਤਾਂ ਪੈਦਲ ਬੜੀ ਮੁਸ਼ਕਿਲ ਨਾਲ ਲੰਘ ਹੋ ਰਿਹਾ ਸੀ ਨਾ। ਤੇ ਉਹਨਾਂ ਨੂੰ ਫਿਰ ਲੋਕਲ ਜਿਹੜੇ ਲੋਕ ਸੀ ਉਹਨਾਂ ਨੇ ਲਾਈਕ ਪ੍ਰਵੋਕ ਕੀਤਾ ਵੀ ਤੁਸੀਂ ਇੱਥੋਂ ਬਾਈਕ ਤੁਹਾਡੀ ਆਪਾਂ ਚੜ੍ਹਾ ਦਾਂਗੇ, ਕੋਈ ਚੱਕਰ ਨਹੀਂ, ਤੁਸੀਂ ਸਾਨੂੰ 2000 ਰੁਪਏ 3000 ਰੁਪਏ ਦਿਓ, ਤੁਹਾਨੂੰ ਚੜ੍ਹਾ ਦਾਂਗੇ, ਹੈ ਨਾ। ਉਹ ਬੰਦਾ ਹੀ ਸੋਚਦਾ ਕਿ ਯਾਰ ਵੀ ਜੇ ਮੈਂ ਇੱਥੋਂ ਬਾਈਕ ਛੱਡ ਕੇ ਗਿਆ ਤਾਂ ਮੈਨੂੰ ਪੈਦਲ ਵੀ ਜਾਣਾ ਪੈਣਾ, ਅੱਗੇ ਟੈਕਸੀ ਵਗੈਰਾ ਕਰਨੀ ਪੈਣੀ ਸੀ, ਤਾਂ ਮੇਰਾ ਖਰਚ ਤਾਂ ਹੋਣਾ ਹੀ ਹੋਣਾ, ਹੈ ਨਾ। ਕਿ ਜੇ ਇੱਕ ਵਾਰ ਬਾਈਕ ਛੱਡ ਜਾਵੇ ਆਪਾਂ ਪਾਰ ਪੁੱਜੀ, ਹੈ ਨਾ, ਤੇ ਆਪਣਾ ਘੱਟੋ ਘੱਟ ਬਾਈਕ ਤੇ ਜਿੰਨਾ ਫਿਊਲ ਦਾ ਖਰਚਾ ਹੋਣਾ ਉਹੀ ਹੋਣਾ, ਹੈ ਨਾ। ਤੇ ਉਹ ਜਾਣੀ ਕਿ ਲੋਕਲ ਲਾਈਟ ਫਿਰ ਆਪਣਾ ਰੇਟ ਫਿਕਸ ਕਰਕੇ ਉੱਥੋਂ ਚੜ੍ਹਨਾ ਸਟਾਰਟ ਕਰ ਦਿੰਦੇ ਤੇ ਨਾ। ਤੇ ਉਹ ਕੀ ਆਪਾਂ ਰਸਤੇ 'ਚ ਦੇਖਿਆ, ਮੇਰੇ ਕੋਲ ਫੋਟੋਜ਼ ਵੀ ਪਈਆਂ, ਹਾਲਾਂਕਿ ਉਹ ਜਿਹੜਾ ਉਹਨਾਂ ਦੀ ਸੀ ਇਨਸੀਡੈਂਟ ਦੀ ਵੀਡੀਓ ਨਹੀਂ ਬਣਾ ਪਾਇਆ ਕਿ ਅੱਧ 'ਚ ਜਾ ਕੇ ਤੁਸੀਂ ਵੈਸੇ ਵੀ ਇਹ ਹੁਣ ਸੁਣੀਆਂ ਹੋਣੀਆਂ ਹੋਰ ਪਾਸਿਓਂ ਗੱਲਾਂ, ਹੈ ਨਾ। ਅੱਧ 'ਚ ਜਾ ਕੇ ਉਹਨਾਂ ਨੇ ਮਨਾ ਕਰ ਦੇਣਾ ਕਿ ਬਈ ਅੱਗੇ ਤਾਂ ਵੀ ਔਖਾ ਹੈ, ਆਪਾਂ ਨਹੀਂ ਲੈ ਸਕਦੇ, ਹੈ ਨਾ। ਤੇ ਅਗਲਾ ਬੰਦਾ ਹੁਣ ਵਿੱਚ ਫਸ ਜਾਂਦਾ, ਹੈ ਨਾ ਉਹੀ, ਹੈ ਨਾ ਹੀ ਕਹਿਣ ਦਾ ਮਤਲਬ ਵੀ ਅੱਗੇ ਜਾਣ ਜੋਗਾ ਨਾ ਪਿੱਛੇ ਜਾਣ ਜੋਗਾ, ਹੈ ਨਾ। ਤੇ ਫਿਰ ਉਹਨਾਂ ਨੇ ਉੱਥੇ ਜਾ ਕੇ ਆਪਣੇ ਰੇਟ ਹਾਈ ਕਰ ਦੇਣੇ, ਹੈ ਨਾ, ਵੀ ਜਿਹਨੇ 3000 ਕਹਿਣਾ ਉਹਨੇ ਕਹਿਣਾ ਵੀ 6000 ਲੈਣਾ ਮੈਨੂੰ, ਅੱਛਾ, ਵੀ ਤਾਂ ਆਪਾਂ ਕੱਢਾਂਗੇ, ਮਜਬੂਰੀ ਦਾ ਫਾਇਦਾ ਲਾਈਕ, ਹੈ ਨਾ। ਤੇ ਉਹ ਫਿਰ ਵਿਚਾਰੇ ਨੂੰ ਦੇਣਾ ਪੈਂਦਾ ਜਿਹੜਾ ਬੰਦਾ ਫਸਿਆ ਹੋਇਆ ਸੀ, ਹੈ ਨਾ। ਤੇ ਉੱਥੋਂ ਫਿਰ ਉਹ ਬਾਈਕਸ ਇੱਦਾਂ ਕੱਢ ਰਹੇ ਸੀ ਜਾਣੀ ਕਿ ਨਾ। ਹਾਲਾਂਕਿ ਉਹਨਾਂ ਨੂੰ ਇਹ ਚੀਜ਼ ਸਮਝਾਉਣੀ ਚਾਹੀਦੀ ਸੀ ਉਹਨਾਂ ਨੂੰ ਕਿ ਬਈ ਇੱਦਾਂ ਬਾਈਕ ਤਾਂ ਲੈ ਕੇ ਉੱਥੇ ਜਾਣਾ ਬੇਵਕੂਫੀ ਸੀ ਨਾ, ਕਿ ਇੱਥੇ ਪੈਦਲ ਵੀ ਨਹੀਂ ਚੜ੍ਹ ਹੋ ਰਿਹਾ ਸੀ ਨਾ। ਕਿਉਂਕਿ ਇੱਕ ਵਾਰੀ ਬਾਈਕ ਥੋੜੀ ਨੀਚੇ ਕਿੱਟ ਹੋ ਕੇ ਗਿਰ ਗਈ
ਤਾਂ ਵੈਸੇ ਹੀ ਬਾਈਕ ਖਤਮ ਹੈ। ਤੇ ਤੁਸੀਂ ਜਿਹੜੇ ਹੋਰ ਲੋਕੀ ਆ ਰਹੇ ਨਜਾਇਜ਼ ਉਹਨਾਂ ਤੇ ਵਿਚਾਰਿਆਂ ਤੇ ਹਨਾ ਕਿਸੇ ਦੇ ਹਨਾ ਉਹ ਕਿਸੇ ਨੂੰ ਇੱਕ ਅੱਧੇ ਨੂੰ ਗਰੀਬ ਨੂੰ ਤੁਸੀਂ ਵੈਸੇ ਮਾਰ ਲੈਣਾ, ਸਾਡੇ ਵਰਗੇ ਨੂੰ ਜਿਹੜਾ ਪਹਿਲਾਂ ਹੀ ਖਪਿਆ ਆਇਆ ਵਿੱਚੋਂ ਹਨਾ। ਤੇ ਜਦੋਂ ਉਹ ਆਪਾਂ ਸਾਰਾ ਰਸਤਾ ਫਿਰ ਕਹ ਲਓ ਵੀ ਪਗਡੰਡੀ ਕ੍ਰਾਸ ਕਰਕੇ ਦੂਜੇ ਪਾਸੇ ਜਾਂਦੇ ਆ ਆਪਾਂ ਹਨਾ, ਤੇ ਫਿਰ ਉੱਤੇ ਅੱਗੇ ਫਿਰ ਮੰਡੀ ਕੁੱਲੂ ਲਈ ਜਾਣੀ ਕਿ ਕੁੱਲੂ ਔਰ ਭੁੰਤਰ ਲਈ ਜਿਹੜੀ ਮੇਨ ਹਾਈਵੇ ਮਨਾਲੀ ਚੰਡੀਗੜ੍ਹ ਹਾਈਵੇ ਉੱਥੇ ਲਈ ਟੈਕਸੀਆਂ ਮਿਲ ਰਹੀਆਂ ਸੀ ਹਨਾ। ਤੇ ਟੈਕਸੀਆਂ ਵੀ ਕਾਹਦੀਆਂ ਉੱਥੇ ਇੱਕ ਹੋਰ ਜਾਣੀ ਕਿ ਨਾ ਜਿਵੇਂ ਆਪਣਾ ਉਹ ਹੁੰਦੇ ਨਾ ਟੈਂਪੂ ਮਹਿੰਦਰਾ ਪਿਕਅਪ ਹੁੰਦੇ ਜਿਹੜੀ ਮੱਝਾਂ ਵਗੈਰਾ ਵਾਲੇ ਹਨਾ ਪਿੱਛੇ ਇਦਾਂ ਹੀ ਖੁੱਲੇ ਡਾਲੇ ਵਾਲੇ ਪਿੱਛੇ ਸੀਗੇ ਉੱਚੋਂ ਜਿਵੇਂ ਜਿਹੜੇ ਫਸੇ ਹੋਏ ਸੀ ਨਾ ਉਧਰੋਂ ਆ ਰਹੇ ਸੀ ਲੋਕ, ਉਹਨਾਂ ਨੂੰ ਚੜਾ ਕੇ ਆਮ ਨਹੀਂ ਉੱਥੇ ਵੈਸੇ ਹੁੰਦਾ, ਆਮ ਬੱਸਾਂ ਚੱਲਦੀਆਂ ਉੱਥੇ ਤੇ ਟੈਕਸੀਆਂ ਚੱਲਦੀਆਂ, ਤੇ ਉਹਨਾਂ ਨੇ ਉਹ ਚੀਜ਼ ਲਾ ਲਈ ਹੋਈ ਸੀ ਉੱਥੇ, ਤੇ ਉੱਥੇ ਬੰਦਿਆਂ ਨੂੰ ਚੜਾਈ ਜਾ ਰਹੇ ਸੀ ਹਨਾ। ਤੇ ਮੈਂ ਥੋੜਾ ਜਿਹਾ ਪਿੱਛੇ ਸੀ, ਜਿਹੜਾ ਮੇਰੇ ਨਾਲ ਦਾ ਬੰਦਾ ਸੀ ਥੋੜਾ ਜਿਹਾ ਉਹ ਮੇਰੇ ਤੋਂ ਅੱਗੇ ਸੀ, ਉਹਨੇ ਜਾ ਕੇ ਉੱਥੇ ਉਹਨਾਂ ਤੋਂ ਲਾਈਕ ਵੀ ਰੇਟ ਵਗੈਰਾ ਪੁੱਛਿਆ ਵੀ ਬਈ ਪਹਿਲਾਂ ਤਾਂ ਸਾਨੂੰ ਲੱਗਿਆ ਉਹਨੂੰ ਲੱਗਿਆ ਕਿ ਤੇ ਵੀ ਲੈ ਵੀ ਆਪਣੇ ਬੰਦੇ ਆ ਗਏ ਹਨਾ, ਵੀ ਜਿਹੜੇ ਇਹ ਲੱਦ ਲੈ ਕੇ ਜਾ ਰਹੇ ਵੀ ਫ੍ਰੀ ਵਾਲਾ ਕੰਮ ਸਟਾਰਟ ਹੋ ਚੁੱਕਾ, ਹੁਣ ਆਪਾਂ ਬਚ ਗਏ ਹਨਾ। ਜਦੋਂ ਉਹਨੇ ਅੱਗੇ ਜਾ ਕੇ ਦੇਖਿਆ ਉਹ ਕਹਿੰਦਾ ਵੀ ਨਹੀਂ ਇਹ ਪੈਸੇ ਲੈ ਰਹੇ ਹਨਾ, ਤੇ ਉਹਨਾਂ ਤੋਂ ਪੁੱਛਿਆ ਹੋਣਾ ਵੀ ਇਦਾਂ ਕਰਕੇ ਬਈ ਕਿੰਨੇ ਪੈਸੇ ਲਾਓਗੇ ਤੁਸੀਂ ਹਨਾ, ਤੇ ਉਹਨੇ ਕਿਹਾ ਵੀ 300 ਰੁਪਏ ਹੈ ਨਾ। ਕਹਿੰਦਾ ਯਾਰ ਵੀ 10 ਕਿਲੋਮੀਟਰ 5-10 ਕਿਲੋਮੀਟਰ ਹੈਗਾ ਹਨਾ, ਵੀ ਤੁਸੀਂ ਘੱਟੋ ਘੱਟ ਵੀ ਜ਼ਿਆਦਾ ਨਹੀਂ ਤਾਂ ਵੀ 30-40 ਬੰਦੇ ਤੁਸੀਂ ਹੈ ਨਾ ਲੱਦ ਕੇ ਲੈ ਚੱਲੇ ਤੁਸੀਂ ਹੈ ਨਾ, ਵੀ ਤੁਸੀਂ 10 ਕਿਲੋਮੀਟਰ ਦਾ ਤੁਸੀਂ 300 ਰੁਪਇਆ ਹੈ ਨਾ। ਤੇ ਉਹ ਕਹਿੰਦਾ ਵੀ ਤੁਸੀਂ ਹੈ ਕਿੰਨੇ ਬੰਦੇ, ਤੇ ਉਹ ਦੱਸਿਆ ਵੀ ਆਪਾਂ 2 ਬੰਦੇ ਆ, ਕਹਿੰਦਾ ਤੁਸੀਂ ਵੀ ਕਹਿੰਦਾ ਕਿਉਂਕਿ ਮੇਰੇ ਭਰਾ ਜਿਹੜੇ ਸੀ ਨਾ 2 ਹੈ ਨਾ ਉਹ ਨਾਲ ਉਹ ਹੈ ਤਾਂ ਸਾਡੇ ਨਾਲ ਉਹ ਵੀ ਸੀ ਨਾ, ਬਟ ਉਹਨਾਂ ਕੋਲ ਮੋਟਰਸਾਈਕਲ ਸੀ, ਉਹਨਾਂ ਨੇ ਮੋਟਰਸਾਈਕਲ ਤੇ ਚਲੇ ਜਾਣਾ ਸੀ, ਤੇ ਆਪਾਂ 2 ਬੰਦੇ ਸੀ, ਆਪਾਂ ਨੂੰ ਜਾਣਾ ਪੈਣਾ ਸੀ ਥਰੂ ਟੈਕਸੀ ਵਗੈਰਾ। ਤੇ ਉਹ ਕਹਿੰਦਾ ਚਲੋ ਤੁਸੀਂ 400 ਦੇ ਦਿਓ ਕਹਿੰਦਾ ਨਾ। ਉਹ ਕਹਿੰਦਾ ਬਈ ਗੱਲ 400 ਜਾਂ 600 ਦੀ ਨਹੀਂ ਹੈ ਨਾ, ਵੀ ਤੁਸੀਂ ਤਾਂ ਵੀ ਸ਼ਹਿਰਾਂ ਵੀ ਲੁੱਟ ਪਾਈ ਹੋਈ ਹੈ ਨਾ, ਕਿਉਂਕਿ ਆਪਣੇ ਲੋਕਾਂ ਤੋਂ ਰਹਿ ਨਹੀਂ ਹੁੰਦਾ, ਪੰਜਾਬੀਆਂ ਤੋਂ ਅਸੀਂ ਬੋਲ ਦਿੰਦੇ ਆ ਮੂੰਹ ਤੇ ਹਨਾ। ਤੇ ਉਹ ਪਤਾ ਨਹੀਂ ਉਹ ਬੰਦੇ ਦੇ ਮਨ 'ਚ ਕੀ ਆਇਆ, ਉਹਨੇ ਉੱਥੇ ਬਿਲਕੁਲ ਹੀ ਸਪੈਸ਼ਲੀ ਯਾਨੀ ਕਿ ਨਾ ਫਿਰ पॉइंट आउट किया है ना, कहता भाई कहता भी पंजाब से हो, कहता ਜਾਂ हरियाणा से, कहता भी कहाँ से हो, कहता ना अच्छा। ਤੇ ਉਹ ਕਹਿੰਦਾ ਵੀ ਇਹਦੇ ਨਾਲ ਵੀ ਤੂੰ ਵੀ ਇਦਾਂ ਕਿਉਂ ਪੁੱਛ ਰਿਹਾ ਵੀ ਇਦਾਂ ਵੀ ਜੱਜ ਕਿਉਂ ਕਰ ਰਿਹਾ, ਕਹਿੰਦਾ ਵੀ ਇਹ पंजाब और हरियाणा वाली है, कहता जो ना आके यहाँ पे कहता ऐसे काम करते हैं ना। अच्छा, ऐसे भी मैं ਤੁਹਾਨੂੰ ਗਲਤ ਤੋਂ ਰੋਕਦਾ ਮੈਂ ਉਹਨੂੰ ਇਹੀ ਕਿਹਾ, ਮੈਂ ਕਿਹਾ ਵੀ ਜਿਹੜੇ ਗਲਤ ਨੂੰ ਗਲਤ ਬੋਲਦੇ, ਮੈਂ ਕਿਹਾ ਉਹ ਪੰਜਾਬ ਤੇ ਹਰਿਆਣਾ ਵਾਲੇ ਉਹ ਤਾਂ ਕਰਕੇ ਬੰਦੇ ਗਲਤ ਆ, ਮੈਂ ਕਿਹਾ ਨਾ। ਤੇ ਮੈਂ ਕਿਹਾ obvious ਜੀ ਗੱਲ ਹੈ, ਤੂੰ ਕਰੀ ਗਲਤ ਰਿਹਾ ਭਰਾ ਹੈ ਨਾ। ਤੁਸੀਂ ਯਾਰ ਵੀ ਫਸੇ ਹੋਏ ਬੰਦੇ ਠੀਕ ਹੈ, ਜਿੱਥੇ ਦਾ ਅਸੀਂ ਇੱਥੇ ਹਫ਼ਤਾ ਕੁ ਪਹਿਲਾਂ ਹੀ ਫਸੇ, ਅਸੀਂ ਇੱਥੋਂ ਹੀ ਲੰਘੇ 10-20 ਰੁਪਏ ਕਿਰਾਏ ਦੇ ਕੇ ਆਏ ਸੀ ਬੱਸ 'ਚ ਆਪਾਂ ਹੈ ਨਾ, ਤੁਸੀਂ ਉਹਦੇ 200-300 ਰੁਪਏ 400 ਰੁਪਏ ਤੁਸੀਂ ਲੈ ਰਹੇ ਹੋ ਹੈ ਨਾ, ਉਹ ਵੀ ਫਸੇ ਲੋਕਾਂ ਤੋਂ ਵਿਚਾਰਿਆਂ ਤੋਂ ਹੈ ਨਾ। ਤੇ ਤੁਸੀਂ ਵੀ ਇਹ ਤਾਂ ਗਲਤ ਗੱਲ ਹੈ ਨਾ। ਤੇ ਹੁਣ ਉੱਥੇ ਕਿਸੇ ਨਾਲ ਕੀ ਬੈਸਣਾ ਸੀ ਹੈ ਨਾ। ਤੇ ਫਿਰ ਉਹਦੇ ਨਾਲ ਫਿਰ ਆਪਾਂ ਯਾਨੀ ਕਿ ਹੱਥ ਜੋੜ ਕੇ ਵੀ ਮੈਂ ਕਿਹਾ ਬਾਈ ਸਤਿ ਸ੍ਰੀ ਅਕਾਲ, ਮੈਂ ਕਿਹਾ ਆਪਾਂ ਪੈਦਲ ਹੀ ਜਾਣਾ ਅੱਗੇ ਹੈ ਨਾ, ਕੋਈ ਚੱਕਰ ਨਹੀਂ ਹੈ। ਫਿਰ ਆਪਾਂ ਐਕਸਪੀਰੀਅੰਸ ਵੀ ਹੋ ਗਿਆ, ਫਿਰ ਆਪਾਂ ਹਾਂ ਬਿਲਕੁਲ ਫਿਰ ਆਪਾਂ ਅੱਗੇ ਗਏ, ਫਿਰ ਨਾ ਫਿਰ ਭਰਾ ਕਹਿੰਦਾ ਵੀ ਨਹੀਂ ਕੋਈ ਚੱਕਰ ਨਹੀਂ, ਮੇਰੇ ਨਾਲ ਗੁੱਸਾ ਨਾ ਕਰ, ਜਿਹੜਾ ਮੇਰਾ ਭਰਾ ਬਾਈਕ ਤੇ ਆਇਆ ਹੋਇਆ ਸੀ ਉਹ ਕਹਿੰਦਾ ਕੋਈ ਚੱਕਰ ਨਹੀਂ, ਆਪਾਂ ਇਹਦੇ 'ਚ ਜਾਣਾ ਵੀ ਆਪਾਂ ਫਿਰ ਹੋਰ ਟੈਕਸੀ ਕੀਤੀ ਹੈ ਨਾ ਉੱਥੇ। ਫਿਰ ਉਹ ਟੈਕਸੀ ਵਾਲੇ ਨੇ ਖੈਰ ਘੱਟ ਨਹੀਂ ਕੀਤੀ ਆਪਣੇ ਨਾਲ, ਬਟ ਸਾਡੀ ਕਹਿ ਲਓ ਵੀ ਗਰਾਰੀ ਫਸ ਗਈ ਸੀ ਵੀ ਇਹਨਾਂ ਨਾਲ ਨਹੀਂ ਜਾਣਾ ਹੈ ਨਾ। ਅਸੀਂ ਛੋਟੀ ਅਲਟੋ ਕੀਤੀ, ਹਾਲਾਂਕਿ ਅਲਟੋ ਵਾਲੇ ਨੇ ਸਾਤੋਂ 10 ਕਿਲੋਮੀਟਰ ਉਹਨਾਂ ਲਗਭਗ ਵੀ ਸਾਤੋਂ ਜ਼ਿਆਦਾ ਨਹੀਂ ਤਾਂ ਵੀ 1200 ਰੁਪਏ ਲਿਆ ਉਹਨੇ ਹੈ ਨਾ। ਅੱਛਾ, ਤੇ ਅਸੀਂ ਕੋਈ ਚੱਕਰ ਨਹੀਂ, ਇਹਨੂੰ ਨਹੀਂ ਦੇਣੇ, ਇਹਨੂੰ ਨਹੀਂ ਦੇਣੇ, ਹਾਂ ਉਧਰ ਦੇ ਦਾਂਗੇ ਆਪਾਂ। ਉਹ ਲੈ ਕੇ ਵੀ ਤਾਂ ਫਿਰ ਲਾਈਕ ਡੰਗਰਾਂ ਵਾਂਗੂ ਲੈ ਕੇ ਜਾ ਰਿਹਾ ਸੀ ਨਾ ਪਿੱਛੇ ਖੜਾ ਕੇ, ਔਰ ਬਾਰਿਸ਼ ਵਾਲਾ ਮੌਸਮ ਸੀ, ਪਤਾ ਨਹੀਂ ਬਾਰਿਸ਼ ਕਿੱਥੇ ਲੱਗ ਜਾਣੀ ਹੈ, ਪੰਜਾਬ ਨੂੰ ਗਾਲ ਕੱਢ ਕੇ, ਔਰ ਅਸੀਂ ਸਾਡੀ ਔਰ ਉੱਤੋਂ ਉਹਨੇ ਜਿਹੜੀ ਟੌਂਟ ਮਾਰਤੀ ਸਾਨੂੰ ਹੈ ਨਾ, ਤੇ ਔਰ ਹਟਿਆ ਨਹੀਂ ਸਾਡੇ ਨਾਲ ਪੰਗੇ ਲੈਣ ਤੋਂ ਨਾ, ਪਿੱਛੇ ਕੁਛ ਨਾ ਕੁਛ ਕਮੈਂਟਰੀ ਰੱਖੀ ਉਹਨੇ। ਅੱਛਾ, ਹਨਾ ਫਿਰ ਜਾਂਦਿਆਂ ਦੇ ਵੀ ਹਾਂ ਨਾਲ ਦਾ ਮੇਰਾ ਮੁੰਡਾ ਥੋੜਾ ਜਿਹਾ ਤੱਤਾ ਸੀ, ਉਹ ਕਹਿੰਦਾ ਦੇਖ ਲੈਣੇ ਇਹਨੂੰ, ਮੈਂ ਕਿਹਾ ਨਹੀਂ ਯਾਰ ਬਈ ਛੱਡ ਪਰੇ, ਆਪਾਂ ਕਿਉਂ ਲੜ, ਪਹਿਲੇ ਆਪਾਂ ਪਿਛਲੇ ਕੁਛ ਨਾ ਪਤਾ ਨਹੀਂ ਕਿਹਦੀ ਬਦਦੁਆ ਲੱਗੀ, ਮੈਂ ਕਿਹਾ ਹਫ਼ਤੇ 10 ਦਿਨ ਤੋਂ ਖੱਜਲ ਹੋ ਰੱਖੇ ਨਾ ਆਪਾਂ, ਤੇ ਮੈਂ ਕਿਹਾ ਛੱਡ ਪਰੇ ਆਪਾਂ ਨਿਕਲਦੇ ਆ ਤੂੰ ਹਨਾ। ਅੱਛਾ, ਫਿਰ ਆਪਾਂ ਉੱਥੇ ਨੂੰ ਟੈਕਸੀ ਲੈ ਕੇ ਆਪਾਂ ਕੁੱਲੂ ਪੁੱਜੇ, ਫਿਰ ਕੁੱਲੂ ਭਰਾ ਫਿਰ ਜਿਹੜਾ ਮੇਰਾ ਸੀ ਆਪਾਂ ਉਹਨਾਂ ਅਸੀਂ ਇੱਕ ਉੱਥੇ ਵੀ ਰੂਮ ਲਿਆ, ਉੱਥੇ ਵੀ ਇਹੀ ਹਾਲ, ਉੱਥੇ ਵੀ ਆਪਾਂ ਹੋਟਲ ਵਾਲੇ ਨੂੰ ਪੁੱਛਿਆ ਜਿਵੇਂ ਉੱਥੇ ਵੀ, ਹਾਲਾਂਕਿ ਉੱਥੇ ਬਹੁਤ ਜ਼ਿਆਦਾ ਡਿਜ਼ਾਸਟਰ ਹੋ ਰੱਖਿਆ ਸੀ। ਜਦੋਂ ਆਪਾਂ ਨੀਚੇ ਗਏ ਆਪਾਂ ਐਗਜ਼ੈਕਟ ਜਿਹੜੀ ਨਦੀ ਸੀ ਨਾ ਬਿਆਸ ਨਦੀ, ਅਸੀਂ ਉਹ ਵਾਲੇ ਏਰੀਆ 'ਚ ਪਹੁੰਚ ਚੁੱਕੇ ਸੀ। ਆਹੋ, ਉੱਥੇ ਵੀ ਲੋਕਾਂ ਨੇ ਹਾਲਾਂਕਿ ਆਪਣੀ ਅੱਖੀਂ ਸਭ ਕੁਝ ਦੇਖ ਰੱਖੇ ਸੀ ਉਹਨਾਂ ਨੇ ਨਾ, ਅੱਜ ਤੋਂ 2 ਦਿਨ 4-5 ਦਿਨ ਪਹਿਲਾਂ ਹੀ, ਤੇ ਇੰਨਾ ਡਿਜ਼ਾਸਟਰ ਉਹ ਉਹਨਾਂ ਦੀ ਬਿਲਕੁਲ ਕਹਿ ਲਓ ਕਿ ਉਹ 100 ਮੀਟਰ ਦੂਰ ਰਹਿ ਗਏ ਸੀ। ਅੱਛਾ, ਹੈ ਨਾ, ਉਹਨਾਂ ਨੇ ਸਭ ਕੁਝ ਦੇਖ ਰੱਖੇ ਸੀ, ਬਟ ਉਹ ਜਿਹੜੀ ਇੱਕ ਕਹਿ ਲਓ ਵੀ ਬਿਜ਼ਨਸਮੈਨ ਜਿਹੜਾ ਮਾਈਂਡ ਸੀ ਨਾ ਉਹਨਾਂ ਦਾ, ਉਹ ਹੁਣ ਵੀ ਉਹੀ ਸੀ, ਜੋ ਉਹੀ ਪੀਕ ਸੀਜ਼ਨ ਵਾਲਾ ਰੇਟ ਸੀ, ਸਾਨੂੰ ਉਹੀ ਰੇਟ ਦੱਸਿਆ ਉਹਨਾਂ ਨੇ ਰੂਮ ਦਾ। ਤੇ ਜਦੋਂ ਮੈਂ ਉਹਨੂੰ ਲਾਹਣਤਾਂ ਪਾਈਆਂ ਤਾਂ ਕਿਤੇ ਜਾ ਕੇ ਉਹਨੇ 100 ਰੁਪਏ ਘੱਟ ਕੀਤਾ, ਠੀਕ ਹੈ, ਉਹ ਵੀ ਨਹੀਂ ਕਰਨਾ ਸੀ ਨਾ। ਅੱਛਾ, ਤੇ ਫਿਰ ਮੁੱਕਦੀ ਗੱਲ ਕਿ ਆਪਾਂ ਉੱਥੋਂ ਫਿਰ ਰਾਤ ਰੁਕੇ, ਤੇ ਰਾਤ ਜਦੋਂ ਆਪਾਂ ਰੁਕੇ ਤੇ ਮੇਰੇ ਭਰਾ ਨੇ ਫਿਰ ਮੈਨੂੰ ਗੱਲ ਤੁਸੀਂ ਕਹਿ ਰਹੇ ਸੀ ਨਾ ਵੀ ਤੁਹਾਨੂੰ ਵੀ ਕਿਵੇਂ ਉਹ ਸੈਕੰਡ ਜਿਹੜੀ ਤੁਸੀਂ ਕਹਿ ਰਹੇ ਸੀ ਬਰਥ ਵਾਲੀ ਦੂਜੇ ਜਨਮ ਵਾਲੀ ਗੱਲ, ਉੱਥੋਂ ਫਿਰ ਮੇਰੇ ਭਰਾ ਨੂੰ ਮੈਂ ਪਹਿਲੇ ਰਸਤੇ 'ਚ ਗਾਲਾਂ ਕੱਢਣੀਆਂ ਸਟਾਰਟ ਕਰਦੀ ਸੀ। ਮੈਂ ਕਿਹਾ ਵੀ ਤੁਹਾਨੂੰ ਆਉਣ ਦੀ ਕੀ ਲੋੜ ਸੀ ਹੈ ਨਾ, ਵੀ ਆਪਾਂ ਆ ਤਾਂ ਗਏ ਸੀ ਹੈ ਨਾ। ਤੇ ਉਹਨੇ ਮੈਨੂੰ ਫਿਰ ਬੋਲਿਆ, ਕਹਿੰਦਾ ਯਾਰ ਵੀ ਤੈਨੂੰ ਲੱਗ ਰਿਹਾ ਵੀ ਹੈ ਨਾ ਵੀ ਸਭ ਕੁਝ ਠੀਕ ਸੀ ਹੈ ਨਾ, ਵੀ ਤੁਸੀਂ ਕਹਿੰਦਾ ਬਟ 4-5 ਦਿਨ ਤੋਂ ਗੱਲ ਹੀ ਹੋਈ ਸੀ, ਕਹਿੰਦਾ ਵੀ ਅੱਧਾ ਜਿਹੜਾ ਵੀ ਸਾਡਾ ਪਿੰਡ ਹੈ ਜਿਹਨਾਂ ਨੂੰ ਪਤਾ ਜਾਣੀ ਕਿ ਸਾਰਿਆਂ ਨੂੰ ਹੈ ਨਾ, ਵੀ ਸਾਰਿਆਂ ਵਾਸਤੇ 99% ਲੋਕਾਂ ਵਾਸਤੇ ਤੂੰ
ਸਵਰਗ ਸੁਧਾਰ ਚੁੱਕਾ ਸੀ, ਸਵਰਗ ਜਾਂ ਨਰਕ ਤੂੰ ਸੁਧਾਰ ਚੁੱਕਾ ਸੀ, ਹੈ ਨਾ। ਤੇ ਕਹਿੰਦਾ ਮੈਂ ਵੀ ਇੱਕ ਰਾਤ ਪਹਿਲਾਂ ਆ ਕੇ ਨਾ ਜਦੋਂ ਇੱਥੇ ਪੁੱਜ ਗਏ ਸੀ ਆਪਾਂ, ਤੇ ਕਹਿੰਦਾ ਵੀ ਮੈਂ ਵੀ ਆਪਣਾ ਨਾ ਵੀ ਕਜ਼ਨ ਨਾਲ ਬੈਠ ਕੇ ਕਹਿੰਦਾ ਮੈਂ ਵੀ ਅਸੀਂ ਡਿਸਕਸ਼ਨ ਸਾਡੀ ਕਹਿੰਦਾ ਇਸ ਲੈਵਲ ਤੱਕ ਪਹੁੰਚ ਚੁੱਕੀ ਸੀ ਕਿ ਮੈਂ ਇਹਨੂੰ ਇਹ ਕਹਿ ਰਿਹਾ ਸੀ ਯਾਰ ਵੀ ਮੈਂ ਇਕੱਲੇ ਨੇ ਰਹਿਣਾ, ਹੈ ਨਾ, ਤੇ ਮੇਰੇ ਤੇ ਆਹ ਜ਼ਿੰਮੇਵਾਰੀਆਂ ਪੈ ਜਾਣੀਆਂ। ਕਹਿੰਦਾ ਮੈਂ ਤਾਂ ਆਪਣੀਆਂ ਜ਼ਿੰਮੇਵਾਰੀਆਂ ਲਾਈਕ ਉਹ ਹੈ ਨਾ ਵੀ ਸੋਚਣੀਆਂ ਸਟਾਰਟ ਕਰਤੀਆਂ ਸੀ ਕਿ ਮੈਂ ਇਕੱਲਾ ਨੇ ਰਹਿ ਜਾਣਾ ਤੇ ਮੇਰੇ ਤੇ ਕੀ ਜ਼ਿੰਮੇਵਾਰੀਆਂ, ਹੈ ਨਾ। ਅੱਛਾ। ਤੇ ਮੈਨੂੰ ਉੱਥੋਂ ਫਿਰ ਲੱਗਿਆ ਵੀ ਮੈਂ ਕਿਹਾ ਵੀ ਮੈਂ ਤਾਂ ਠੀਕ ਸੀ, ਵੀ ਕਿੰਨਾ ਪੈਨਿਕ ਲਾਈਕ ਹੈ ਨਾ, ਕਿੰਨੀ ਜ਼ਿਆਦਾ ਨੀਚੇ ਪੈਨਿਕ ਕ੍ਰੀਏਟ ਹੋ ਚੁੱਕਾ ਸੀ ਨਾ ਮੇਰੀ ਫੈਮਿਲੀ 'ਚ, ਮੇਰੇ ਫਰੈਂਡ 'ਚ, ਮੇਰੇ ਸਰਕਲ 'ਚ, ਹੈ ਨਾ। ਤੇ ਮੈਨੂੰ ਉੱਥੋਂ ਵਾਕਈ ਫਿਰ ਉੱਥੋਂ ਫੀਲ ਆਇਆ ਕਿ ਮੈਨੂੰ ਨਹੀਂ, ਮੈਂ ਕਿਹਾ ਵੀ ਨਹੀਂ ਜਰਨੈਲ ਸਿੰਘ, ਮੈਂ ਕਿਹਾ ਵੀ ਜਨਮ ਦੂਜਾ ਹੀ ਹੈ ਤੇਰਾ, ਹੈ ਨਾ, ਜਨਮ ਦੂਜਾ ਹੀ ਹੈ। ਤੇ ਹੌਲੀ ਹੌਲੀ ਉਹ ਚੀਜ਼ ਜਦੋਂ ਫਿਰ ਹੈ ਨਾ ਵੀ ਜਦੋਂ ਮੈਂ ਆ ਕੇ ਪਿੰਡ ਪੁੱਜ ਗਿਆ, ਹੈ ਨਾ, ਜਦੋਂ ਫਿਰ ਮਾਂ ਮੇਰੀ ਨੇ ਮੈਨੂੰ ਗੱਲ ਲਾਇਆ, ਹੈ ਨਾ, ਜਿਸ ਲਾਈਕ ਉਹਨੇ ਜਿਹੜੇ ਉਹਦੇ ਨਾਲ ਮੈਨੂੰ ਹੈ ਨਾ ਵੀ ਪੈਸ਼ਨੇਟਲੀ ਮੈਨੂੰ ਗੱਲ ਲਾਇਆ, ਹੈ ਨਾ, ਤੇ ਉੱਥੋਂ ਮੈਂ ਸਮਝ ਗਿਆ ਵੀ ਇਹ ਸੋਚ ਰਹੇ ਸੀ, ਹੈ ਨਾ, ਵੀ ਇਹਨਾਂ ਨੂੰ ਲੱਗ ਰਿਹਾ ਸੀ ਵੀ ਗਿਆ ਬੰਦਾ, ਹੈ ਨਾ। ਤੇ ਰਿਸ਼ਤੇਦਾਰ ਵੀ ਸਾਰਿਆਂ ਨਾਲ ਗੱਲ ਰਿਸ਼ਤੇਦਾਰ ਜਿਵੇਂ ਕੋਈ ਬਿਮਾਰ ਹੁੰਦਾ ਨਾ, ਕੋਈ ਇਦਾਂ ਦੇ ਮਿਲਣ ਆਉਂਦੇ, ਹੈ ਨਾ, ਪ੍ਰੋਪਰ ਇਹਦਾ ਖਬਰਸਾਰ ਲੈਣ ਪੁੱਜੇ ਫਿਰ ਰਿਸ਼ਤੇਦਾਰ, ਹੈ ਨਾ। ਅੱਛਾ। ਫੋਨ ਮੈਨੂੰ ਜਦੋਂ ਮੇਰਾ ਆ ਕੇ ਉੱਲੂ ਉੱਥੇ ਫਸਟ ਡੇ ਜਦੋਂ ਫੋਨ ਆਨ ਹੋਇਆ, ਮੈਂ ਕਹਿੰਦਾ ਮੈਨੂੰ 1 ਘੰਟੇ ਦੇ ਅੰਦਰ ਜ਼ਿਆਦਾ ਨਹੀਂ ਦਾ ਵੀ ਜਿਹੜੇ ਮੇਰੇ ਯਾਰਾਂ ਦੋਸਤਾਂ ਦੀ ਮਿਨੀਮਮ ਮੈਂ ਦੱਸੂਗਾ ਤੁਹਾਨੂੰ 50-60 ਕਾਲਾਂ ਤਾਂ ਆ ਗਈਆਂ ਮੈਨੂੰ 1-1.5 ਘੰਟੇ ਦੇ ਅੰਦਰ ਹੀ। ਅੱਛਾ। ਹੈ ਨਾ। ਤੇ ਮੇਰੀ ਯਾਨੀ ਕਿ ਜਬਾੜਾ ਦੁਖਣ ਲੱਗ ਪਿਆ ਸੀ, ਸਾਰਿਆਂ ਨੂੰ ਦੱਸ ਕੇ ਨਾ, ਹੈ ਨਾ। ਤੇ ਹਰ ਕੋਈ ਇਹੀ ਕਹਿ ਰਿਹਾ ਸੀ ਵੀ ਸਾਨੂੰ ਲੱਗਿਆ ਸੀ ਬਈ ਕੋਈ ਜਿਹੜਾ ਵਿਚਾਰਾ ਹੈ ਨਾ ਨਹੀਂ ਬੋਲਦਾ ਨਹੀਂ, ਹੈ ਨਾ, ਪਰ ਦੋਸਤ ਤੁਹਾਨੂੰ ਪਤਾ ਯਾਰ ਦੋਸਤ ਉਹ ਤਾਂ ਮੂੰਹ ਤੇ ਕਹਿੰਦੇ ਹੁੰਦੇ ਨੇ, ਕਹਿੰਦੇ ਬਾਈ ਸਾਨੂੰ ਲੱਗਾ ਸੀ ਵੀ ਤੂੰ ਤਾਂ ਗਿਆ, ਤੂੰ ਤਾਂ ਬਹਿ ਗਿਆ, ਹੈ ਨਾ। ਵੀ ਆਪਾਂ ਤਾਂ ਕਹਿੰਦੇ ਫੇਸਬੁੱਕ ਤੇ ਤਾਂ ਹੈ ਨਾ ਤੇਰੀਆਂ ਫੋਟੋਆਂ ਦੇਖਣੀਆਂ, ਤੈਨੂੰ ਨਾ ਯਾਦ ਕਰਕੇ ਸਟਾਰਟ ਕਰਤੀਆਂ ਸੀ, ਹੈ ਨਾ। ਅਜੇ ਬਾਬਾ ਪਾਈਆਂ ਨਹੀਂ। ਹਾਂ, ਤੇ ਮੈਂ ਕਿਹਾ ਸ਼ੁਕਰ ਹੈ ਤੁਸੀਂ ਪਾਈਆਂ ਨਹੀਂ, ਹੈ ਨਾ। ਮਿਸਿੰਗ ਯੂ ਅਲੋਟ ਵਾਲਾ, ਹੈ ਨਾ, ਜਿੱਦਾਂ ਲਿਖ ਕੇ ਪਾ ਦਿੰਦੇ ਨਾ ਰੈਸਟ ਇਨ ਪੀਸ। ਤੇ ਤੇ ਇਹੀ ਮੈਂ ਕਿਹਾ ਵੀ ਇਹੀ ਹੈ ਨਾ, ਇਹੀ ਰਹਿ ਗਿਆ ਸੀ ਬਿਕੋਜ਼ ਕਿਸੇ ਨੂੰ ਲਾਈਕ ਮੇਰਾ ਭਰਾ ਵੀ ਆਇਆ ਸੀ, ਭਰਾ ਕਹਿੰਦਾ ਵੀ ਮੈਂ ਤਾਂ ਵੀ ਇੱਥੋਂ ਤੱਕ ਕਹਿੰਦਾ ਜਦੋਂ ਮੈਂ ਇੱਥੋਂ ਸਟਾਰਟ ਕੀਤਾ ਨਾ, ਮੈਂ ਪਿੱਛੋਂ ਮੰਡੀ ਤੋਂ ਵੀ ਕਹਿੰਦਾ ਜਿਹੜੇ ਵੀ ਰਸਤੇ 'ਚ ਤੁਹਾਨੂੰ ਪਤਾ ਲੱਗਿਆ ਉਹ ਪੁੱਛ ਕੇ, ਕਿਉਂਕਿ ਇਹਨਾਂ ਨੇ ਵੀ ਉਹ ਨੈਟ ਵਗੈਰਾ ਨੰਬਰ ਕੱਢ ਕੇ ਜਾਂ ਆਪਣੀ ਕੋਈ ਲਿੰਕ ਕੱਢ ਕੇ DC SDM SP ਕੁੱਲੂ SP ਮੰਡੀ ਜਾਨੀ ਕਿ ਜਿੱਦਾਂ ਜਿੰਨੇ ਇਹਨਾਂ ਤੋਂ ਹੋ ਸਕਦੇ ਆਫੀਸ਼ੀਅਲਸ ਦੇ ਨੰਬਰ ਇਹਨਾਂ ਕੋਲ ਹੈਗੇ ਸੀ, ਕਾਲ ਕਰਨਾ ਸਟਾਰਟ ਕਰਤਾ ਹੋਇਆ ਸੀ। ਬਟ ਤੁਹਾਨੂੰ ਪਤਾ ਕਿੰਨੇ ਹਜ਼ਾਰਾਂ ਲੋਕ ਫਸੇ ਹੋਏ ਸੀ ਨਾ, ਤੇ ਪ੍ਰਸ਼ਾਸਨ ਆਪ ਫਸਿਆ ਹੋਇਆ ਸੀ। ਉਹਨਾਂ ਕੋਲ ਨੈਟਵਰਕ ਹੀ ਤੁਹਾਨੂੰ ਦੱਸਿਆ, ਉਹਨਾਂ ਕੋਲ ਨੈਟਵਰਕ ਜਦੋਂ ਅਸੀਂ ਉੱਥੇ ਨੈਟਵਰਕ ਹੁਣ ਤੱਕ ਨਹੀਂ ਆਇਆ ਜਦੋਂ ਫਸੇ ਜੁੱਤੇ ਨਾ। ਜਦੋਂ ਆਪਾਂ ਕੁੱਲੂ ਆਏ, ਕੁੱਲੂ ਵੀ 1 ਦਿਨ ਪਹਿਲਾਂ ਨੈਟਵਰਕ ਆਇਆ ਸੀ, ਹੈ ਨਾ। 4 ਦਿਨ ਉੱਥੇ ਨੈਟਵਰਕ ਨਹੀਂ ਸੀ ਬਿਲਕੁਲ ਵੀ। ਅੱਛਾ। ਠੀਕ ਹੈ। 3 ਦਿਨ ਉੱਥੇ ਪਾਣੀ ਬਿਜਲੀ ਵਗੈਰਾ ਕੁਝ ਨਹੀਂ ਆਇਆ। ਤੇ ਫਿਰ ਮੈਨੂੰ ਹੈ ਨਾ ਜਿੱਦਾਂ ਭਰਾ ਨਾਲ ਫਿਰ ਗੱਲਾਂ ਚੱਲ ਰਹੀਆਂ ਸੀ, ਤੇ ਉਹੀ ਕਹਿੰਦਾ ਵੀ ਸਾਡੇ ਲਈ ਤਾਂ ਤੁਸੀਂ ਵਾਕਈ ਵੀ ਮਰ ਗਿਆ ਸੀ, ਹੈ ਨਾ, ਵੀ ਸਾਨੂੰ ਲੱਗਾ ਸੀ ਵੀ ਤੂੰ ਗਿਆ। ਤੇ ਕਹਿੰਦਾ ਮੈਨੂੰ ਰਸਤੇ 'ਚ ਆਉਂਦਾ ਆਪਾਂ ਥਾਣੇ ਦੇ, ਕਹਿੰਦਾ ਵੀ ਮੈਂ ਐ ਨਹੀਂ ਵੀ ਉੱਥੇ ਲਿਸਟਾਂ 2 ਬਣੀਆਂ ਹੁੰਦੀਆਂ, ਹੈ ਨਾ। ਇੱਕ ਲਿਸਟ ਹੁੰਦਾ ਵੀ ਬੰਦੇ ਇੱਥੋਂ ਨਿਕਲ ਗਏ ਜਾਂ ਇੱਥੇ ਫਸੇ ਹੋਏ ਆ, ਇੱਕ ਲਿਸਟ ਹੁੰਦਾ ਵੀ ਜਿੱਥੇ ਡੈਡ ਬੋਡੀਜ਼ ਜਾਂ ਕੁਝ ਵੀ ਹੁੰਦਾ, ਹੈ ਨਾ। ਕਹਿੰਦਾ ਮੈਂ ਤਾਂ ਉਹਨਾਂ ਨੂੰ ਵੀ ਉਹ ਰਜਿਸਟਰ ਵੀ ਚੈੱਕ ਕਰਦਾ ਆ ਰਿਹਾ ਸੀ, ਜਿਹੜੀ ਵੀ ਤੁਹਾਡਾ ਡੈਡ ਬੋਡੀ ਵਾਲਾ ਹੈਗਾ ਜਾਂ ਕੋਈ ਬਹਿ ਗਏ ਜਾਂ ਜਿਹਨਾਂ ਦਾ ਤੁਹਾਨੂੰ ਡਾਊਟ ਵੀ ਹੈ ਨਾ, ਵੀ ਉਹ ਵੀ ਕਹਿੰਦਾ ਮੈਂ ਸਾਰਾ ਕੁਝ ਚੈੱਕ ਕਰਦਾ। ਕਹਿੰਦਾ ਵੀ ਇਹੀ ਕਰਨਾ ਸੀ, ਕਹਿੰਦਾ ਮੈਂ ਇਹੀ ਲਿਸਟਾਂ ਚੈੱਕ ਕਰਦਾ ਆ ਰਿਹਾ ਸੀ, ਹੈ ਨਾ। ਅੱਛਾ। ਫਿਰ ਜਦੋਂ ਤੁਸੀਂ ਘਰ ਆ ਜਾਂਦੇ ਹੋ ਫਿਰ ਰਿਸ਼ਤੇਦਾਰ ਇੱਕ ਵਾਰ ਸਾਰੇ ਮਿਲ ਕੇ ਗਏ ਬਿਲਕੁਲ, ਹੈ ਨਾ। ਹਾਂ। ਤੇ ਆਹੀ ਗੱਲਾਂ ਬਾਤਾਂ ਸਭ। ਹਾਂ, ਆਹੀ ਗੱਲਾਂ ਬਾਤਾਂ ਸਭ ਸਾਰਿਆਂ ਨਾਲ ਫਿਰ ਇਹੀ ਗੱਲ ਜਿਹੜੀ ਤੁਹਾਨੂੰ ਕਹਾਣੀ ਸੁਣਾਈ। ਹੁਣ ਫਿਰ ਮੁੜ ਕੇ ਦਿਲ ਜਿਹਾ ਤਾਂ ਨਹੀਂ ਕਰਦਾ ਹੋਣਾ ਉਧਰ ਨੂੰ ਮੂੰਹ ਕਰਨ ਨੂੰ? ਮੁੜ ਕੇ ਦਿਲ ਜਿਹਾ ਤਾਂ ਚਲੋ ਨਹੀਂ ਕਰਦਾ, ਪਰ ਹੁਣ ਕੰਮਕਾਰ ਹੀ ਇਦਾਂ ਦਾ ਮੇਰਾ, ਹੈ ਨਾ, ਕਿ ਮੈਨੂੰ ਜਾਣਾ ਹੀ ਪੈਂਦਾ, ਹੈ ਨਾ। ਸੋ ਬਟ ਯਾਨੀ ਕਿ ਮੇਰੀ ਇੱਕ ਸਾਰਿਆਂ ਨੂੰ ਇੱਕ ਮਸ਼ਵਰਾ ਹੈ, ਇੱਕ ਸਲਾਹ ਹੈ ਕਿ ਜਦੋਂ ਵੀ ਤੁਸੀਂ ਲਾਈਕ ਪਹਾੜਾਂ 'ਚ ਜਾਓ, ਹੈ ਨਾ, ਤਾਂ ਪਲੀਜ਼ ਵੀ ਘੱਟੋ ਘੱਟ ਪਹਿਲਾਂ ਤਾਂ ਵੀ ਤੁਸੀਂ ਜਮੇ ਆਹ ਦਿਨਾਂ 'ਚ ਤਾਂ ਨਾ ਜਾਓ, ਜਿਵੇਂ ਬਰਸਾਤ ਵਗੈਰਾ 'ਚ, ਜਾਂ ਕੋਸ਼ਿਸ਼ ਕਰੋ ਕਿ ਅਗਰ ਬਹੁਤ ਹੀ ਜ਼ਿਆਦਾ ਜ਼ਰੂਰੀ ਨਹੀਂ ਹੈ, ਹੈ ਨਾ, ਤਾਂ ਤੁਸੀਂ ਆਪਣਾ ਪੋਸਟਪੋਨ ਕਰ ਲਓ ਜਾਣਾ, ਖਾਸ ਕਰ ਬਰਸਾਤ ਦੇ ਦਿਨਾਂ 'ਚ। ਤੇ ਪਲੱਸ ਅਗਰ ਤੁਸੀਂ ਐਦਾਂ ਦੇ ਕਿਤੇ ਵੀ ਤੁਹਾਨੂੰ ਲੱਗਦਾ ਕਿ ਥੋੜਾ ਜਿਹਾ ਰਿਮੋਟ ਏਰੀਆ ਹੈਗਾ ਹੈ ਕੁਝ, ਹੈ ਨਾ, ਜਿਹਦੇ ਪਾਸੇ ਤੁਸੀਂ ਜਾ ਰਹੇ ਹੋ, ਤਾਂ ਆਪਣਾ ਕੈਸ਼ ਜ਼ਰੂਰ ਨਾਲ, ਹੈ ਨਾ, ਨਾਲ ਐਦਾਂ ਦੀ ਜਗ੍ਹਾ 'ਚ ਨਾਲ ਆਪਣਾ ਕੈਰੀ ਕਰੋ। ਬਿਕੋਜ਼ ਜਿਹੜੀਆਂ ਮੈਨੂੰ ਲਾਈਕ ਹੈ ਨਾ ਉੱਥੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ, ਕਿਸੇ ਹੋਰ ਨੂੰ ਨਾ ਕਰਨਾ ਪਵੇ, ਹੈ ਨਾ। ਕਿਉਂਕਿ ਇੱਕ ਪੰਜਾਬੀ ਬੰਦਾ ਇੱਕ ਤਰੀਕੇ ਨਾਲ ਅਸੀਂ ਰਾਜੇ ਲੋਕ ਹੁੰਨੇ ਆਪਣੇ ਆਪ 'ਚ, ਅਸੀਂ ਮੰਗਣਾ ਵੈਸੇ ਹੀ ਸ਼ਰਮ ਮਹਿਸੂਸ ਕਰਦੇ ਹਾਂ ਕਿ ਉਸ ਬੰਦੇ ਨੂੰ ਭੀਖ ਦੀ ਤਰ੍ਹਾਂ ਉੱਥੋਂ ਕੈਸ਼ ਮੰਗਣਾ ਪੈ ਗਿਆ, ਉਹ ਵੀ ਸਾਰੇ ਪਿੰਡ 'ਚੋਂ, ਅਣਜਾਣ ਪਿੰਡ ਦੇ ਵਿੱਚੋਂ। ਤੇ ਇਹ ਬਹੁਤ ਵੱਡੀ ਗੱਲ ਸੀਗੀ। ਤੇ ਵੀਰ ਫਿਰ ਤੋਂ ਮੈਂ ਥੋੜਾ ਜਿਹਾ ਜਿਵੇਂ ਮੈਂ ਆਪਦੇ ਸ਼ੇਅਰ 'ਚ ਵੀ ਸਟਾਰਟਿੰਗ 'ਚ ਜ਼ਿਕਰ ਕੀਤਾ ਕਿ ਵੀ ਸੋਨੇ ਤੋਂ ਮਹਿੰਗਾ ਪਾਣੀ ਕੀਤਾ, ਹੈ ਨਾ। ਤੇ ਪੰਜਾਬ ਨਾਲ ਕਾਹਦਾ ਵਿਤਕਰਾ, ਤੇ ਮਾੜਾ ਜਿਹਾ ਇਹਨਾਂ ਦੇ ਕੰਪੈਰੀਜ਼ਨ ਨੂੰ ਜੇ ਆਪਾਂ ਦੇਖੀਏ ਤੇ ਕਿਹੜੀਆਂ ਮੇਨ ਤੁਸੀਂ ਕੰਪੈਰੀਜ਼ਨ ਬਹੁਤ ਸ਼ਾਰਟ 'ਚ ਪੁੱਛੂੰਗੀ, ਕਿਉਂਕਿ ਸਾਰੀ ਕਹਾਣੀ ਤੁਸੀਂ ਦੱਸ ਚੁੱਕੇ ਹੋ ਵੀ ਹਾਂ ਆਪਣੇ ਤਾਂ ਆਇਆ ਲੰਗਰ ਦਾ ਹੋ ਗਿਆ, ਜਾਂ ਜਿਹੜੀ ਚੀਜ਼ ਤੁਹਾਨੂੰ ਲੱਗੀ ਵੀ ਹਾਂ ਆਹ ਚੀਜ਼ ਇੱਥੇ ਹੁੰਦੇ ਤਾਂ ਨਹੀਂ ਹੋਣੀ ਸੀ। ਬਿਲਕੁਲ, ਸਾਨੂੰ ਪਹਿਲਾਂ ਤਾਂ ਵੀ ਪ੍ਰਾਊਡ ਆਪਣਾ ਫਖਰ ਕਰਨਾ ਚਾਹੀਦਾ ਕਿ ਅਸੀਂ, ਹੈ ਨਾ, ਪੰਜਾਬ ਇੱਕ ਪੰਜਾਬੀਅਤ ਦਾ ਹਿੱਸਾ ਹੈਗੇ ਆ ਆਪਾਂ, ਹੈ ਨਾ। ਹਾਲਾਂਕਿ ਲੋਕੀ ਕਹਿ ਦਿੰਦੇ ਕਿ ਪੰਜਾਬੀ ਹਰ ਪਾਸੇ ਜਾ ਕੇ ਵੜ ਜਾਂਦੇ, ਹੈ ਨਾ, ਹਰ ਪਾਸੇ ਜਾ ਕੇ, ਹੈ ਨਾ, ਵੀ
ਥੋੜੇ ਜਿਹੇ ਅਸੀਂ ਘੁਲਣ ਮਿਲਣ ਵਾਲੇ ਛੇਤੀ ਆ ਨਾ, ਗੱਲਾਂ ਮਾਰਨ ਵਾਲੇ ਆਪਣੇ ਲਈ ਫੁਕਰਾ ਸ਼ਬਦ ਵਰਤਦੇ ਫੁਕਰਾ ਸ਼ਬਦ ਵਰਤਦੇ ਆ, ਬਿਲਕੁਲ ਹੈ ਨਾ। ਚਲੋ ਫੁਕਰਾ ਹੀ ਸਹੀ ਹੈ ਨਾ, ਬਟ ਉੱਥੇ ਜਾ ਕੇ ਮੈਨੂੰ ਇਹ ਜਿਹੜਾ ਆਪਣਾ ਫੁਕਰਾਪਨ ਹੈ ਨਾ, ਇਹ ਬਹੁਤ ਯਾਦ ਆਇਆ। ਮੈਂ ਕਿਹਾ ਕਾਸ਼ ਇਹਨਾਂ 'ਚ ਵੀ ਫੁਕਰਾਪਨ ਹੁੰਦਾ ਹੈ ਨਾ, ਇਹ ਵੀ ਸਾਡੇ ਨਾਲ ਆ ਕੇ ਗੱਲਾਂ ਮਾਰਦੇ ਹੈ ਨਾ ਉੱਥੇ, ਕਿਉਂਕਿ ਤੁਸੀਂ ਫਸੇ ਹੋ, ਤੁਹਾਨੂੰ ਕੋਈ ਬੁਲਾ ਨਹੀਂ ਰਿਹਾ ਸੀ ਹੈ ਨਾ, ਕੋਈ ਕਿਸੇ ਨੂੰ ਕੋਈ ਮਤਲਬ ਨਹੀਂ ਸੀ, ਬਿਲਕੁਲ ਹੀ ਵੀ ਥੋੜੇ ਰੁੱਖੇ ਜਿਹੇ ਸੁਭਾਅ ਦੇ ਲੋਕ ਹੈਗੇ ਸੀ ਉਹ। ਇੱਥੇ ਬੰਦੇ ਦੇ ਗੋਲੀ ਵੀ ਵੱਜ ਜੇ ਤਾਂ ਵੀ ਕਹਿੰਦੇ ਕੋਈ ਨਹੀਂ ਬਹੁਤ ਸ਼ੇਰਾ ਕੁਛ ਨਹੀਂ ਹੁੰਦਾ, ਠੀਕ ਆ, ਬਿਲਕੁਲ ਇੱਕ ਦਿਲਾਸਾ ਹੀ ਬਹੁਤ ਹੁੰਦਾ ਹੈ ਨਾ, ਦਿਲਾਸਾ ਬਹੁਤ ਤਕੜਾ ਹੌਸਲਾ। ਹਾਂ, ਤੁਸੀਂ ਇਮੋਸ਼ਨਲੀ ਤੁਸੀਂ ਕਿਸੇ ਨੂੰ ਹੈ ਨਾ ਅਪ ਕਰਨਾ ਹੈ ਨਾ, ਉਹ ਬਹੁਤ ਬੜੀ ਗੱਲ ਹੁੰਦੀ ਹੈ ਨਾ। ਤੇ ਫਾਈਨੈਂਸ਼ੀਅਲ ਅਨਨੋਨ ਬੰਦੇ ਲਈ, ਜਮਾ ਅਨਨੋਨ ਬੰਦੇ ਲਈ ਵੀ ਆਪਾਂ 1000 ਤੱਕ 2000 ਤੱਕ ਆਮ ਹੀ ਸੈਂਡ ਕਰ ਦਿੰਦੇ, ਜਿਹਨੂੰ ਕਦੇ ਟੱਕਰੇ ਹੀ ਨਹੀਂ। ਬਿਲਕੁਲ ਬਿਲਕੁਲ ਬਿਲਕੁਲ, ਜਿਹਦੇ 'ਚ ਹਿੰਮਤ ਹੁੰਦੀ ਹੈ ਇੰਨੀ ਹੈ ਨਾ, ਬਾਕੀ ਜਿਹੜੇ ਸਾਡੇ 'ਚ ਯਾਨੀ ਕਿ ਜੇ ਬੰਦੇ 'ਚ 1000 ਦੀ ਹਿੰਮਤ ਹੁੰਦੀ ਹੈ ਤਾਂ ਬੰਦਾ 2000 ਖਰਚਣ ਦੀ ਔਕਾਤ ਰੱਖਦਾ ਹੈ। ਸਾਡਾ ਜਿਹੜਾ ਪੰਜਾਬੀ ਬੰਦਾ ਹੈ, ਪੰਜਾਬੀ ਲੋਕ ਹੈਗੇ ਹੈ ਨਾ, ਮੈਂ ਇਹ ਨਹੀਂ ਕਹਿੰਦਾ ਉੱਥੇ ਵੀ ਇਦਾਂ ਦੀ ਗੱਲ ਨਹੀਂ ਹੈ, ਉੱਥੇ ਵੀ ਸਾਨੂੰ ਚੰਗੇ ਲੋਕ ਵੀ ਟੱਕਰੇ, ਮਾੜੇ ਲੋਕ ਵੀ ਟੱਕਰੇ ਹੈ ਨਾ, ਬਟ ਜਿਹੜਾ ਮੇਰਾ ਤਜਰਬਾ ਰਿਹਾ ਉੱਥੇ ਦੇ ਨਾਲ ਹੈ ਨਾ, ਉਹ ਜ਼ਿਆਦਾ ਮੇਰਾ ਮਾੜਾ ਤਜਰਬਾ ਰਿਹਾ ਹੈ ਨਾ, ਤਾਂ ਕਰਕੇ ਮੈਂ ਬੋਲ ਰਿਹਾ ਹੈ ਨਾ। ਨਹੀਂ ਤਾਂ ਹੈ ਤਾਂ ਸਾਡੇ ਉਹ ਵੀ ਹਿਮਾਚਲੀ ਭਰਾ ਹੀ ਹੈ ਸਾਡੇ ਵੀ ਹੈ ਨਾ, ਕਿਉਂਕਿ ਸਾਡੇ ਇੱਥੇ ਵੀ ਅਸੀਂ ਹੁਣ ਚੰਡੀਗੜ੍ਹ ਮੋਹਾਲੀ ਰਹਿੰਦੇ ਹਾਂ ਨਾ, ਤੁਸੀਂ ਇੱਥੇ ਦੇਖ ਲਿਓ ਕਿ ਕਿੰਨੇ ਸਾਡੇ ਹਿਮਾਚਲੀ ਭਰਾ, ਜਿੱਥੇ ਜਿਹੜੀ ਜਗ੍ਹਾ 'ਤੇ ਮੈਂ ਰਹਿੰਦਾ ਸਨੀ ਇਨਕਲੇਵ ਹੈ ਨਾ, ਸਾਡੇ ਆਸ-ਪਾਸ ਹੀ ਮੇਰੀ ਸੁਸਾਇਟੀ 'ਚ ਹੀ ਹੈ ਨਾ ਬੜੇ ਹਿਮਾਚਲੀ ਭਰਾ ਰਹਿੰਦੇ ਨੇ ਨਾ, ਤੇ ਮੈਨੂੰ ਨਹੀਂ ਲੱਗਦਾ ਕਦੇ ਉਹਨਾਂ ਨੂੰ ਕੋਈ ਐਦਾਂ ਦੀ ਸਮੱਸਿਆ ਆਈ ਹੋਵੇ, ਕਦੇ ਉਹਨਾਂ ਨੂੰ ਐਦਾਂ ਦਾ ਕਿਤੇ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਹੋਵੇ ਹੈ ਨਾ। ਬਿਲਕੁਲ, ਸਾਡੇ ਗੁਰੂ ਦਾ ਲੰਗਰ ਕਦੇ ਨਹੀਂ ਪੁੱਛਦਾ ਕਿ ਤੁਸੀਂ ਹਿਮਾਚਲ ਤੋਂ ਜਾਂ ਹਰਿਆਣਾ ਤੋਂ ਜਾਂ ਫਿਰ ਕਿਸੇ ਵੀ ਸੂਬੇ ਤੋਂ, ਕਿਹੜੇ ਦੇਸ਼ ਤੋਂ, ਸਾਡੇ ਲਈ ਤੁਸੀਂ ਸੰਗਤ ਹੋ ਤੇ ਅਸੀਂ ਸੰਗਤ ਸਮਝ ਕੇ ਹੀ ਤੁਹਾਨੂੰ ਲੰਗਰ ਵਰਤਾਨੇ ਆ। ਹਾਲਾਂਕਿ ਸਾਡੀ ਇਸ ਇੰਟਰਵਿਊ ਦਾ ਮਕਸਦ ਬਿਲਕੁਲ ਕਿਸੇ ਇੱਕ ਸਟੇਟ ਨੂੰ ਟਾਰਗੇਟ ਕਰਨਾ ਨਹੀਂ ਸੀ, ਪਰ ਜੋ ਕਮੀਆਂ ਨੇ ਉਹ ਜ਼ਰੂਰ ਲੋਕਾਂ ਨੂੰ ਪਤਾ ਲੱਗਣੀਆਂ ਚਾਹੀਦੀਆਂ ਤਾਂ ਕਿ ਤੁਸੀਂ ਸੁਧਾਰ ਕਰੋ। ਠੀਕ ਹੈ, ਵਪਾਰ ਕਰੋ, ਪਰ ਇੱਕ ਸਮਾਂ ਹੁੰਦਾ ਹੈ ਵਪਾਰ ਕਰਨ ਦਾ। ਇਹ ਨਹੀਂ ਕਿ ਜੇ ਸਮਾਂ ਕਿਸੇ ਦਾ ਮਾੜਾ ਚੱਲ ਰਿਹਾ ਤੇ ਤੁਸੀਂ ਉਹਦੇ 'ਚੋਂ ਆਪਣੇ ਨਿੱਜੀ ਮੁਨਾਫੇ ਆ ਜਿਹੜੇ ਉਹ ਖੱਟੋ। ਇਹਦੇ ਨਾਲ ਬੰਦੇ ਦੀ ਆਤਮਾ ਤੁਹਾਨੂੰ ਬਦਦੁਆ ਦਿੰਦੀ ਹੈ। ਦਿੱਤੀਆਂ ਹੋਣੀਆਂ ਵੀਰ ਬਦਦੁਆਵਾਂ ਵੀ ਨਹੀਂ, ਬਦਦੁਆ ਤਾਂ ਦੇਖੋ ਆਪਾਂ ਕਿਸੇ ਨੂੰ ਕੀ ਦੇਣੀ ਆ ਨਾ, ਕਿਉਂਕਿ ਅਸੀਂ ਤਾਂ ਆਪਣਾ ਹੀ ਉੱਥੇ ਮਨ ਤਾਂ ਬੰਦੇ ਦਾ ਦੁਖੀ ਹੁੰਦਾ ਤੇ ਬੰਦੇ ਦੀ ਰੂਹ ਤਾਂ ਦਿੰਦੀ ਆ। ਮਨ ਤਾਂ ਦੁਖੀ ਹੁੰਦਾ ਹੀ ਹੈ ਨਾ, ਬਟ ਚਲੋ ਠੀਕ ਹੈ, ਕਿਉਂਕਿ ਉਹ ਉਹਨਾਂ ਦੀ ਆਪਣੀ ਸੋਚ ਹੈ ਨਾ, ਉਹਨਾਂ ਦਾ ਆਪਣਾ ਫਲਸਫਾ ਹੈ ਨਾ, ਸਾਡਾ ਆਪਣਾ ਫਲਸਫਾ। ਇਹਦੀ ਬਜਾਏ ਉਹ ਦੁਆ ਵੀ ਤਾਂ ਖੱਟ ਸਕਦੇ ਸੀ। ਬਿਲਕੁਲ ਦੁਆ ਖੱਟ ਸਕਦੇ ਸੀ, ਓਬਵੀਅਸਲੀ ਗੱਲ ਹੈ। ਜਿਵੇਂ ਅਗਰ ਆਪਾਂ ਕਹਿ ਦਈਏ ਕਿ ਇੱਕ ਬਿਜ਼ਨਸ ਹੈ ਨਾ, ਜਿਹੜੀ ਮੈਂ ਲੋਕੀ ਮੇਰੇ ਇੱਕ ਦੋਸਤ ਹੀ ਹੈ, ਉਹਦੇ ਨਾਲ ਮੈਂ ਗੱਲ ਕਰ ਰਿਹਾ ਸੀ, ਉਹ ਕਹਿੰਦਾ ਨਹੀਂ ਕਿ ਉਹਨਾਂ ਦੀ ਯਾਰ ਬਿਜ਼ਨਸਮੈਨ ਮੈਂਟੈਲਿਟੀ ਹੈ ਨਾ, ਕਿ ਉਹਨਾਂ ਨੇ ਤਾਂ ਕਰਨਾ ਹੀ ਸੀ ਇੱਦਾਂ ਨਾ। ਤੇ ਮੈਂ ਕਿਹਾ ਯਾਰ ਬਿਜ਼ਨਸ ਵੀ ਦੋ ਤਰ੍ਹਾਂ ਦਾ ਹੁੰਦਾ ਹੈ ਨਾ, ਜਿਵੇਂ ਹੁਣ ਮੈਂ ਉੱਥੇ ਜਿਹੜੇ ਮੇਰੇ ਨਾਲ ਐਕਸਪੀਰੀਅੰਸ ਹੋਇਆ ਹੈ ਨਾ, ਜਦ ਜਿੱਥੇ ਮੈਂ ਜਿਹੜੇ ਲੋਕਾਂ ਨੇ ਮੇਰੀ ਹੈਲਪ ਕੀਤੀ ਹੈ ਨਾ, ਜਿਹੜੇ ਹੋਟਲ ਵਾਲਿਆਂ ਨੇ ਮੇਰੀ ਹੈਲਪ ਕੀਤੀ, ਉਹ ਮੈਂ 10 ਬੰਦਿਆਂ ਨੂੰ 20 ਬੰਦਿਆਂ ਨੂੰ 100 ਬੰਦੇ ਨੂੰ ਦੱਸਾਂਗਾ ਹੈ ਨਾ। ਓਬਵੀਅਸਲੀ ਗੱਲ ਹੈ, ਉਹਦੀ ਮਲਟੀਪਲੀਕੇਸ਼ਨ ਹੋਏਗੀ ਹੈ ਨਾ। ਤੇ ਜਿਨ੍ਹਾਂ ਨੇ ਮੇਰੇ ਨਾਲ ਵਰਤਾਅ ਚੰਗਾ ਨਹੀਂ ਕੀਤਾ ਜਾਂ ਹੋਰਾਂ ਲੋਕਾਂ ਨਾਲ ਚੰਗਾ ਨਹੀਂ ਕੀਤਾ ਹੈ ਨਾ, ਤੇ ਮੈਂ ਉਹਨਾਂ ਦੀ ਓਬਵੀਅਸਲੀ ਗੱਲ ਹੈ, ਉਹਨਾਂ ਦੀਆਂ ਕਮੀਆਂ ਵੀ ਸਾਰੇ ਪਾਸੇ ਮੈਂ ਗਿਣਾਊਂਗਾ। ਹਰ ਇੱਕ ਨੂੰ ਇਹ ਕਹੂੰਗਾ ਬਈ ਆਹ ਬੰਦੇ ਕੋਲ ਨਹੀਂ ਜਾਣਾ, ਆਹ ਰੈਸਟੋਰੈਂਟ 'ਚ ਜਾਣਾ, ਆਹ ਕੈਫੇ 'ਚ ਨਹੀਂ ਜਾਣਾ, ਤੁਸੀਂ ਆਹ ਜਗ੍ਹਾ 'ਚ ਨਹੀਂ ਜਾਣਾ ਹੈ ਨਾ। ਅੱਛਾ ਬਈ, ਨਾਲ ਹੀ ਮੈਂ ਨਾ ਥੋੜੀ ਜਿਹੀ ਇਹਦੀ ਗੱਲ ਜੋੜੂੰਗੀ ਕਿ ਤੁਸੀਂ ਕਿਸੇ ਨੂੰ ਪਨਾਹ ਨਹੀਂ ਦਿੰਦੇ ਆਪਣੇ ਘਰ ਦੇ ਵਿੱਚ ਜਾਂ ਹੋਟਲ ਦੇ ਵਿੱਚ ਵੀ। ਜਿਹੜੀ ਇਹ ਪਨਾਹ ਆ ਉਹ ਨਹੀਂ ਦਿੱਤੀ ਜਾਂਦੀ। ਤੇ ਅਸੀਂ ਜਿਵੇਂ ਵੀਰ ਵੀ ਬਾਹਰ ਰਹਿੰਦਾ ਆ ਹੈ ਨਾ, ਅਸੀਂ ਵੀ ਬਾਹਰ ਰਹਿੰਦੇ ਆ, ਆਪਣੇ ਘਰਾਂ ਤੋਂ ਦੂਰ ਆ, ਪਰ ਸਾਡੇ ਪਿੰਡਾਂ ਤੋਂ ਹੈ ਨਾ, ਜਾਂ ਸਾਡੇ ਉਧਰੋਂ ਕੋਈ ਮੁੰਡਾ ਕੁੜੀ ਪੇਪਰ ਦੇਣ ਲਈ ਆਉਂਦਾ ਤੇ ਅਸੀਂ ਉਹਨੂੰ ਕਹਿੰਦੇ ਆ ਕਿ ਬਈ ਬਾਹਰ ਨਹੀਂ ਰੁਕਣਾ ਹੈ ਨਾ, ਮੇਰੇ ਕੋਲ ਆਈ, ਰੋਟੀ ਪਾਣੀ ਦਾ, ਰਹਿਣ ਦਾ, ਚਾਹੇ ਉਹਨੇ 10 ਦਿਨ ਰਹਿ ਕੇ ਜਾਣਾ ਹੋਵੇ। ਹਾਲਾਂਕਿ ਸਾਨੂੰ ਇਹ ਮਤਲਬ ਨਹੀਂ ਹੁੰਦਾ ਵੀ ਅਸੀਂ ਕਿਰਾਇਆ ਭਰ ਰਹੇ ਹਾਂ ਹੈ ਨਾ, ਅਸੀਂ ਇੱਕ ਸੇਵਾ ਦੇ ਤੌਰ ਤੇ ਇੱਕ ਕਈ ਵਾਰ ਤਾਂ ਇਦਾਂ ਦਾ ਬੰਦਾ ਹੁੰਦਾ ਕਿ ਸਾਡੀ ਦੋਸਤ ਦੀ ਦੋਸਤ ਹੁੰਦੀ ਆ, ਅਸੀਂ ਉਹਨੂੰ ਕਦੇ ਮਿਲੇ ਅੱਗੇ ਤੋਂ ਅੱਗੇ ਬਸ ਉਸੇ ਦੇ ਭਰੋਸੇ ਤੇ ਆ ਜਾਂਦਾ ਆ। ਤੇ ਮੁਸੀਬਤ ਦੇ ਟਾਈਮ ਤਾਂ ਅਸੀਂ ਉਹਨਾਂ ਨੂੰ ਬਿਲਕੁਲ ਹੀ ਨਹੀਂ ਘਰ ਛੱਡ ਕੇ ਆਉਨੇ ਆ, ਜੇ ਮੁਸੀਬਤ ਹੋਵੇ ਤੇ ਘਰ ਛੱਡ ਕੇ ਆਉਨੇ ਆ। ਤਾਂ ਇਹੋ ਜਿਹੇ ਸੁਭਾਅ ਨੇ ਪੰਜਾਬੀਆਂ ਦੇ। ਪੰਜਾਬੀਆਂ ਲਈ ਰੋਸ, ਗੁੱਸੇ ਜਾਂ ਨਫ਼ਰਤ ਰੱਖਣਾ ਬੇहद ਗਲਤ ਗੱਲ ਹੈ। ਕਦੇ ਇਹਨਾਂ ਨੂੰ ਤੁਸੀਂ ਨਿੱਜੀ ਤੌਰ ਤੇ ਪਰਖ ਕੇ ਦੇਖੋ। ਤੁਸੀਂ ਕਦੇ ਪੰਜਾਬ ਆਓ, ਤੁਹਾਨੂੰ ਪਿੰਡ ਰੱਖਾਂਗੇ, ਚਾਹੇ ਮਹੀਨਾ ਰਹਿ ਕੇ ਜਾਓ, ਕੋਈ ਚੱਕਰ ਨਹੀਂ ਹੈ ਨਾ। ਤੇ ਸਾਡੇ ਇਹੋ ਜਿਹੇ ਖੁੱਲੇ ਸੁਭਾਅ ਨੇ ਤੇ ਇਹੀ ਚੀਜ਼ਾਂ ਕਹਿੰਦੀ ਹੋਈ ਆਗਿਆ ਲਊਂਗੀ। ਸਤਿ ਸ਼੍ਰੀ ਅਕਾਲ ਜੀ।